ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਦ ਮਾਰਨਿੰਗ ਸ਼ੋ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ੈਰੀ। ਮਾਰਨਿੰਗ ਸ਼ੋ ਦੇ ਵਿੱਚ ਅੱਜ ਦਾ ਵੱਡਾ ਅਪਡੇਟ ਅਸੀਂ ਸਾਰੇ ਜਾਣਦੇ ਹਾਂ ਕੀ ਹੋਣਾ ਚਾਹੀਦਾ। ਜੀ ਹਾਂ, ਅੱਜ 9 ਅਗਸਤ ਦਾ ਉਹ ਦਿਨ ਹੈ ਜਿਸ ਦਾ ਇੰਤਜ਼ਾਰ ਬਹੁਤ ਸਾਰੇ ਲੋਕਾਂ ਨੂੰ ਸੀਗਾ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਆਪਣਿਆਂ ਨੂੰ ਮਿਲਣ ਲਈ ਤਰਸ ਰਹੇ ਸੀ, ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ। ਤੇ ਉਹਨਾਂ ਅਮਰੀਕੀਆਂ ਲਈ ਵੀ ਵੱਡਾ ਦਿਨ ਕਿਹਾ ਜਾ ਸਕਦਾ, ਇੱਕ ਖੁਸ਼ਖਬਰੀ ਕਹੀ ਜਾ ਸਕਦੀ ਹੈ, ਜਿਹੜੇ ਕਿ ਕੈਨੇਡਾ ਦੇ ਵਿੱਚ ਆਪਣਿਆਂ ਨੂੰ ਮਿਲਣ ਦੇ ਲਈ ਹੁਣ ਤੱਕ ਤਰਸ ਰਹੇ ਸੀਗੇ। ਸੋ ਇਹ ਰੀਓਪਨ ਕਰ ਦਿੱਤਾ ਗਿਆ। ਕੈਨੇਡਾ ਨੇ ਆਪਣੇ ਬਾਰਡਰ ਖੋਲ੍ਹ ਦਿੱਤੇ ਨੇ ਅਮਰੀਕੀਆਂ ਦੇ ਲਈ, ਜਿਸ ਕਰਕੇ ਅਮਰੀਕਾ ਵਾਲੇ ਹੁਣ ਆ ਸਕਦੇ ਨੇ ਕੈਨੇਡਾ ਦੇ ਵਿੱਚ। ਔਰ ਇਹ ਜਿਹੜਾ ਅੱਜ ਤੋਂ ਸਿਲਸਿਲਾ ਜਾਰੀ ਹੋ ਚੁੱਕਿਆ ਹੈ। ਹਾਲਾਂਕਿ ਜਿਹੜੇ ਪੁਆਇੰਟਸ ਨੇ ਉੱਥੇ ਕਾਫੀ ਅੱਜ ਭੀੜ ਦੇਖੀ ਜਾ ਰਹੀ ਹੈ, ਕਿਉਂਕਿ ਜਿਨ੍ਹਾਂ ਨੇ ਆਪਣਿਆਂ ਨੂੰ ਮਿਲਣਾ ਉਹਨਾਂ ਨੇ ਤਿਆਰੀ ਪਹਿਲਾਂ ਤੋਂ ਜਿਹੜੀ ਹੈ ਖਿੱਚੀ ਹੋਈ ਸੀਗੀ। ਪਰ ਇਸ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚੋਂ ਨਿਕਲਣਾ ਪਏਗਾ, ਜਿਨ੍ਹਾਂ ਦੇ ਵਿੱਚ ਫੁੱਲੀ ਵੈਕਸੀਨੇਸ਼ਨ ਜ਼ਰੂਰੀ ਹੈ। ਜਿਨ੍ਹਾਂ ਨੂੰ ਵੈਕਸੀਨੇਸ਼ਨ ਜਿਨ੍ਹਾਂ ਦੀ ਕੰਪਲੀਟ ਹੋ ਚੁੱਕੀ ਹੈ, ਉਹ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ, ਆਪਣਿਆਂ ਨੂੰ ਮਿਲ ਸਕਦੇ ਨੇ। ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਉਸ ਵਿੱਚ ਤਜਵੀਜ਼ਾਂ ਰੱਖੀਆਂ ਗਈਆਂ ਨੇ ਕਿ ਇਹ ਪੁਆਇੰਟਸ ਜਿਹੜੇ ਨੇ ਉਹ ਸਭ ਦੇ ਪੂਰੇ ਹੋਣੇ ਲਾਜ਼ਮੀ ਹੋਣਗੇ। ਪਰ ਇਸ ਵਿਚਾਲੇ ਕੁਝ ਖਬਰਾਂ ਅਜਿਹੀਆਂ ਵੀ ਮਿਲੀਆਂ ਨੇ ਕਿ ਕਈ ਲੋਕਾਂ ਦੇ ਵਿੱਚ ਕਨਫਿਊਜ਼ਨ ਬਣੀ ਹੋਈ ਹੈ। ਉਹ ਕਨਫਿਊਜ਼ਨ ਇਹ ਹੈ ਕਿ ਕੁਝ ਲੋਕਾਂ ਦੀ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੇ ਪੁਆਇੰਟ ਰੋਬਰਟਸ ਦੇ ਕੋਲ ਰਹਿ ਰਹੇ ਨੇ ਉਹਨਾਂ ਲਈ ਮੁਸ਼ਕਿਲ ਖੜੀ ਹੋ ਰਹੀ ਹੈ, ਕਿਉਂਕਿ ਕੁਝ ਲੋਕ ਅਜਿਹੇ ਨੇ ਜਿਹੜੇ ਵੈਕਸੀਨੇਸ਼ਨ ਲਈ ਨਹੀਂ ਹੈ ਪਰ ਉਹ ਵੀ ਕੈਨੇਡਾ ਦੀ ਸਰਹੱਦ ਦੇ ਅੰਦਰ ਐਂਟਰ ਹੋ ਰਹੇ ਨੇ। ਅਜਿਹੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਅਸੀਂ ਗੱਲਬਾਤ ਵੀ ਕਰਾਂਗੇ ਕਿ ਜੇ ਇਦਾਂ ਹੋ ਰਿਹਾ ਹੈ ਤਾਂ ਕਿਉਂ ਹੋ ਰਿਹਾ ਹੈ, ਕਿਉਂਕਿ ਡੈਲਟਾ ਵੇਰੀਐਂਟ ਹੈ। ਡੈਲਟਾ ਵੇਰੀਐਂਟ ਕਰਕੇ ਕੁਝ ਲੋਕ ਚਿੰਤਾ ਦੇ ਵਿੱਚ ਨੇ, ਖਾਸ ਕਰਕੇ ਕੈਨੇਡਾ ਵਾਲੇ, ਕਿਉਂਕਿ ਡੈਲਟਾ ਵੇਰੀਐਂਟ ਜਿਹੜਾ ਜੇ ਉਹ ਆ ਗਿਆ ਤਾਂ ਜਿਵੇਂ ਅਮਰੀਕੀ ਹੁਣ ਕੈਨੇਡਾ ਦੇ ਵਿੱਚ ਆ ਸਕਦੇ ਨੇ, ਜਿਨ੍ਹਾਂ ਨੇ ਵੈਕਸੀਨੇਸ਼ਨ ਬਾਈ ਚਾਂਸ ਨਹੀਂ ਲਈ ਹੋਈ ਉਹ ਐਂਟਰ ਹੋ ਗਏ ਤਾਂ ਨੁਕਸਾਨ ਕਾਫੀ ਹੋ ਸਕਦਾ ਹੈ। ਸੋ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹੋਰ ਕੀ ਜਿਹੜੀਆਂ ਨੇ ਗੱਲਾਂ ਨੇ ਔਰ ਫੈਡਰਲ ਸਰਕਾਰ ਦੇ ਵੱਲੋਂ ਕੀ ਜਿਹੜੇ ਐਲਾਨ ਕੀਤੇ ਗਏ ਨੇ ਉਸ ਸੰਬੰਧੀ ਵੀ ਗੱਲਬਾਤ ਕਰਾਂਗੇ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜੇ ਤੁਸੀਂ ਇਸ ਸੰਬੰਧੀ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਫੋਨ ਨੰਬਰ ਜਿਹੜਾ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆ ਰਿਹਾ ਹੈ, ਫੋਨ ਕਰਿਓ। ਫੋਨ ਕਾਲਸ ਦੇ ਵਿੱਚ ਅਸੀਂ ਬਹੁਤ ਸਾਰੇ ਸਵਾਲ ਤੁਹਾਡੇ ਤੋਂ ਵੀ ਲਵਾਂਗੇ ਤੇ ਗੱਲਾਂ ਕਰਾਂਗੇ, ਕਿਉਂਕਿ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ MP ਸੁਖ ਧਾਲੀਵਾਲ ਜੀ। ਸੁਖ ਧਾਲੀਵਾਲ ਜੀ, ਸਵਾਗਤ ਹੈ ਦ ਮਾਰਨਿੰਗ ਸ਼ੋ ਦੇ ਵਿੱਚ। ਧੰਨਵਾਦ ਸ਼ੈਰੀ ਜੀ ਤੁਹਾਡਾ, ਔਰ ਮੇਰੇ ਵੱਲੋਂ ਤੁਹਾਨੂੰ ਅਤੇ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਰ। ਸੁਖ ਧਾਲੀਵਾਲ ਜੀ, ਸਭ ਤੋਂ ਪਹਿਲਾਂ ਤਾਂ ਅੱਜ ਦੀ ਵੱਡੀ ਖਬਰ ਇਹੀ ਹੈ ਵੀ 9 ਅਗਸਤ ਦਾ ਦਿਨ ਜਿਸ ਤਰੀਕੇ ਨਾਲ ਕੈਨੇਡਾ ਨੇ ਹੁਣ ਆਪਣੇ ਬਾਰਡਰ ਖੋਲ੍ਹ ਦਿੱਤੇ ਨੇ, ਅਮਰੀਕੀ ਆ ਸਕਦੇ ਨੇ, ਕੀ ਪ੍ਰੋਸੈਸ ਉਹਦਾ ਚੱਲ ਰਿਹਾ, ਓਵਰਆਲ ਰਿਪੋਰਟ ਹੁਣ ਤੱਕ ਕੀ ਮਿਲ ਰਹੀ ਹੈ? ਕਿਉਂਕਿ ਜਿਸ ਤਰ੍ਹਾਂ 2 ਹਫ਼ਤੇ ਪਹਿਲਾਂ ਜਿਹੜਾ ਸੀ ਕੈਨੇਡੀਅਨ ਗੌਰਮੈਂਟ ਨੇ ਡਿਸੀਜਨ ਬਣਾਇਆ ਸੀ ਕਿ ਅਸੀਂ ਅਮਰੀਕਾ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨਸ ਹੈਗੇ ਨੇ ਉਹ ਕੈਨੇਡਾ ਦੇ ਵਿੱਚ ਜਿਹੜਾ ਵਾ ਉਹ ਅੱਜ ਦੇ ਦਿਨ ਤੋਂ 8 ਤਰੀਕ ਤੋਂ ਬਾਅਦ ਜਿਹੜਾ ਅੱਜ 9 ਨੂੰ ਉਹ ਦਾਖਲ ਹੋ ਸਕਣਗੇ। ਉਹਨਾਂ ਲਈ ਉਹ ਜਿਹੜਾ ਹੈਗਾ ਉਹ ਖੁੱਲ੍ਹ ਗਿਆ। ਉਹਦੀ ਮੇਨ ਕੰਡੀਸ਼ਨ ਇਹ ਹੈਗੀ ਆ ਕਿ ਉਹਨਾਂ ਨੂੰ 14 ਦਿਨ ਪਹਿਲਾਂ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ, 2 ਡੋਜ਼ ਉਹਨਾਂ ਦੇ ਲੱਗੀਆਂ ਹੋਣੀਆਂ ਚਾਹੀਦੀਆਂ, ਜਿਹਦੇ ਵਿੱਚ ਐਸਟਰਾਜੈਨੇਕਾ, ਜੌਨਸਨ ਐਂਡ ਜੌਨਸਨ, ਫਾਈਜ਼ਰ ਔਰ ਮੋਡਰਨਾ, ਇਹ 4 ਵੈਕਸੀਨ ਦੇ ਵਿੱਚੋਂ ਇੱਕ ਵੈਕਸੀਨ ਜਿਹੜੀ ਹੈ ਉਹਨਾਂ ਦੇ ਲੱਗੀ ਹੋਣੀ। ਔਰ ਨਾਲ ਹੀ ਇਹ ਵੀ ਹੈ ਕਿ ਜੇ ਉਹਨਾਂ ਨੇ ਮੋਡੂਲਰ ਟੈਸਟ ਜਿਹੜਾ ਹੈਗਾ ਉਹ ਉਹਨਾਂ ਨੂੰ ਫਿਰ ਵੀ ਕਰਾਉਣਾ ਪੈਣਾ ਕੈਨੇਡਾ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ। ਜੀ, ਠੀਕ ਹੈ। ਜੇਕਰ ਕਿਸੇ ਨੇ ਉਹ ਵੈਕਸੀਨੇਸ਼ਨ ਨਹੀਂ ਕਰਾਈ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਓਪਨਿੰਗ ਰਿਮਾਰਕਸ ਦੇ ਵਿੱਚ, ਉਹਨਾਂ ਨੂੰ ਉਹੀ ਸਿਸਟਮ ਹੈਗਾ, ਪਹਿਲਾਂ ਕੋਵਿਡ ਟੈਸਟ ਹੋਊਗਾ, 2 ਵੀਕ ਦੀ ਮੈਂਡੇਟਰੀ ਜਿਹੜੀ ਆ ਕੁਆਰੰਟੀਨ ਜਿਹੜੀ ਆ ਉਹ ਉਹਨਾਂ ਨੂੰ ਕਰਨੀ ਪਊ। ਕਿਉਂਕਿ ਸਾਡਾ ਮੇਨ ਫੋਕਸ ਇਹ ਹੈਗਾ ਕਿ ਅਸੀਂ ਕੈਨੇਡੀਅਨ ਲੋਕਾਂ ਦੀ ਸਿਹਤ ਤੇ ਸੇਫਟੀ ਜਿਹੜੀ ਹੈਗੀ ਆ ਉਸ ਨੂੰ ਅਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ। ਬਿਲਕੁਲ। ਇੱਕ ਕਾਲਰ ਆਪਣੇ ਨਾਲ ਧਾਲੀਵਾਲ ਸਰ ਜੁੜ ਰਹੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੱਗੀ ਗੱਲ ਬੋਲ ਰਿਹਾ ਕੈਲੀਫੋਰਨੀਆ USA ਤੋਂ। ਹਾਂਜੀ, ਬੋਲੋ ਜੀ, ਦੱਸੋ। ਮੈਂ ਨਾ ਪਹਿਲਾਂ ਤਾਂ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ ਕਰਦਾ, ਸਤਿ ਸ਼੍ਰੀ ਅਕਾਲ ਭਾਜੀ ਨੂੰ ਜੀ। ਤੇ ਮੈਂ ਨਾ ਕੈਨੇਡਾ ਜਿਹੜਾ ਹੈਗਾ ਬਾਰਡਰ ਜਿੱਦਾਂ ਆਪਾਂ ਬਾਈ 에ਅਰ ਹੀ ਆ ਸਕਦੇ ਆ ਜਾਂ ਬਾਈ ਕਾਰ ਵੀ ਓਪਨ ਹੈਗਾ ਵਾ? ਦੋਨੇ ਹੀ ਜਾ ਸਕਦੇ ਆ, ਬਾਈ 에ਅਰ ਚਾਹੇ ਬਾਈ ਕਾਰ, ਜਿਹੜਾ ਬਾਰਡਰ ਆ ਉਹ ਖੁੱਲਾ। ਪਰ ਜਿਹੜੀ ਕੰਡੀਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ 2 ਹਫ਼ਤੇ ਪਹਿਲਾਂ 14 ਦਿਨ ਪਹਿਲਾਂ ਜਿਹੜੇ ਆ ਉਹ ਦੋਨੇ ਹੀ ਡੋਜ਼ੇਜ ਵੈਕਸੀਨੇਸ਼ਨ ਦੀਆਂ ਜਿਹੜੀਆਂ ਉਹ ਲੱਗੀਆਂ ਹੋਣੀਆਂ ਚਾਹੀਦੀਆਂ। ਔਰ ਐਂਟਰ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਉਹ ਮੋਡੂਲਰ ਜਿਹੜਾ ਉਹਦਾ ਟੈਸਟ ਜਿਹੜਾ ਹੈਗਾ ਕਰੋਨਾ ਦਾ ਉਹ ਹੋਇਆ ਹੋਣਾ ਚਾਹੀਦਾ। ਜੀ ਜੀ, ਹੋਰ ਕੋਈ ਸਵਾਲ ਹੈ ਜੀ ਤੁਹਾਡਾ? ਹਾਂਜੀ ਹਾਂਜੀ, ਬਸ ਮੈਂ ਸੁਖ ਭਾਜੀ ਨੂੰ ਮਿਲਣ ਆਉਣਾ ਤੇ 2 ਸਾਲ ਪਹਿਲਾਂ ਸਾਡੇ ਕੋਲ ਗਏ ਸੀ, ਇਹਨਾਂ ਨੂੰ ਮਿਸ ਕਰਦੇ ਸੀ ਕੈਲੀਫੋਰਨੀਆ 'ਚ। ਠੀਕ ਹੈ ਜੀ, ਬਸ ਫਿਰ ਵੈਕਸੀਨੇਸ਼ਨ ਲਵਾਓ ਤੇ ਆਓ ਤੇ ਸੁਖ ਧਾਲੀਵਾਲ ਜੀ ਨੂੰ ਮਿਲੋ ਆ ਕੇ। ਵੈਲਕਮ ਜੀ। ਬਿਲਕੁਲ ਜੀ, ਬਿਲਕੁਲ। ਭਾਜੀ ਨੇ ਸਾਡੇ ਵੱਡੇ, ਅਸੀਂ ਆ ਕੇ ਦਰਸ਼ਨ ਕਰਦੇ ਆ ਇਹਨਾਂ ਦੇ ਛੇਤੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ।
ਸੁਖ ਧਾਲੀਵਾਲ ਜੀ, ਆਪਾਂ ਰਿਸ਼ਤੇਦਾਰਾਂ ਦੀ ਤਾਂ ਗੱਲ ਕਰ ਰਹੇ ਸੀ, ਸਭ ਤੋਂ ਪਹਿਲਾਂ ਤੁਹਾਡੇ ਰਿਸ਼ਤੇਦਾਰ ਨਿਕਲ ਆਏ ਵੀ ਤੁਹਾਨੂੰ ਜਿਹੜੇ ਮਿਲਣ ਵਾਲੇ ਉਹ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਲੁਕਿੰਗ ਫਾਰਵਰਡ ਟੂ, ਕਿਉਂਕਿ ਇਹੀ ਕਾਰਨ ਹੈ ਕਿਉਂ ਬੜਾ ਲੰਮਾ ਸਮਾਂ ਤੋਂ ਜਿਹੜੇ ਸੀਗੇ ਕੈਨੇਡਾ ਦੇ ਜਿਹੜੇ ਲੋਕਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਅਮਰੀਕਾ 'ਚ ਰਹਿੰਦੇ ਸੀ, ਉਹਨਾਂ ਲਈ ਜਿਹੜਾ ਹੈਗਾ ਇਹ ਇੱਕ ਖੁੱਲ੍ਹ ਜਿਹੜੀ ਆ ਉਹ ਹੋ ਗਈ। ਬਿਲਕੁਲ, ਔਰ ਵਾਕਈ ਲੰਬੇ ਸਮੇਂ ਦੇ ਕਹਿ ਸਕਦੇ ਹਾਂ ਵੀ ਦੂਰੀ ਤੋਂ ਬਾਅਦ ਕਾਫੀ ਸਮਾਂ ਜਦੋਂ ਕੋਵਿਡ ਸ਼ੁਰੂ ਹੋਇਆ ਸੀ, ਬਾਰਡਰ ਬੰਦ ਸੀ, ਲੋਕ ਨਹੀਂ ਮਿਲ ਪਾ ਰਹੇ ਸੀਗੇ। ਵੱਡੀ ਗਿਣਤੀ ਦੇ ਵਿੱਚ ਅਮਰੀਕਾ ਵਾਲੇ ਜਿਹੜੇ ਨੇ ਉਹ ਕੈਨੇਡਾ ਔਰ ਗੁਆਂਢੀ ਮੁਲਕ ਨੇ, ਦੋਵੇਂ ਚੰਗੇ ਸਬੰਧ ਨੇ ਔਰ ਨੋ ਡਾਊਟ ਕਿ ਇੱਕ ਦੂਜੇ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਇੱਧਰ ਉੱਧਰ ਰਹਿ ਰਹੇ ਨੇ। ਕਈ ਲੋਕ ਅਜਿਹੇ ਵੀ ਨੇ ਜਿਹੜੇ ਚਿੰਤਾ ਪ੍ਰਗਟਾ ਰਹੇ ਨੇ ਸੁਖ ਧਾਲੀਵਾਲ ਜੀ, ਉਹਨਾਂ ਨੂੰ ਇਹ ਲੱਗਦਾ ਵੀ ਜਿਸ ਤਰੀਕੇ ਨਾਲ ਡੈਲਟਾ ਵੇਰੀਐਂਟ ਵੀ ਹੈਗਾ ਤੇ ਹੁਣ ਜਦੋਂ ਇੱਕਦਮ ਅਮਰੀਕਾ ਵਾਲੇ ਇੱਧਰ ਆਉਣਗੇ, ਬੇਸ਼ੱਕ ਉਹ ਫੁੱਲੀ ਵੈਕਸੀਨੇਟਡ ਹੈਗੇ ਨੇ ਪਰ ਫਿਰ ਵੀ ਲੋਕ ਚਿੰਤਾ ਦੇ ਵਿੱਚ ਹੈਗੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਡੈਲਟਾ ਵੇਰੀਐਂਟ ਦੇ ਕੇਸ ਇੱਧਰ ਵੱਧ ਗਏ ਤੇ ਕਿਤੇ ਫਿਰ ਅਸੀਂ ਲੋਕਡਾਊਨ ਦੀ ਸਿਚੁਏਸ਼ਨ 'ਚ ਨਾ ਚਲੇ ਜਾਈਏ। ਦੇਖੋ, ਕੈਨੇਡਾ ਦੀ ਗਵਰਨਮੈਂਟ ਜਿਹੜੀ ਹੈਗੀ ਆ ਔਰ ਜਿਹੜੀ ਕੈਨੇਡਾ ਦੀ ਹੈਲਥ ਏਜੰਸੀ ਸਾਡੀ ਹੈਗੀਆਂ ਨੇ, ਵੱਖੋ ਵੱਖਰੇ ਸੂਬਿਆਂ ਦੇ ਜਿਹੜੇ ਮੈਡੀਕਲ ਹੈੱਡ ਹੈਗੇ ਨੇ, ਉਹ ਹਰ ਚੀਜ਼ ਨੂੰ ਜਿਹੜੀ ਆ ਉਹ ਮੱਦੇਨਜ਼ਰ ਰੱਖ ਰਹੇ ਹੈਗੇ। ਅੱਜ ਦੇ ਹਾਲਾਤਾਂ ਦੇ ਮੁਤਾਬਕ ਜਿਹੜਾ ਹੈਗਾ ਕੋਈ ਐਸਾ ਇਸ਼ੂ ਨਹੀਂਗਾ ਕਿ ਜਿਹੜਾ ਜਦੋਂ ਫੁੱਲੀ ਵੈਕਸੀਨੇਟਡ ਟਰੈਵਲਰ ਜਿਹੜਾ, ਕਿਉਂਕਿ ਆਉਣ ਤੋਂ ਪਹਿਲਾਂ ਉਹਨਾਂ ਦਾ ਟੈਸਟ ਵੀ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਮੇਕ ਸ਼ੋਰ ਕੀਤਾ ਜਾ ਰਿਹਾ ਕਿ ਜਿਹੜਾ ਵੀ ਯਾਤਰੀ ਜਿਹੜਾ ਅਮਰੀਕਾ ਤੋਂ ਆ ਰਿਹਾ ਹੈਗਾ, ਇਕੱਲੀ ਵੈਕਸੀਨੇਸ਼ਨ ਨਹੀਂ, ਇਨਫੈਕਟ ਉਹਨਾਂ ਦਾ ਕੋਵਿਡ ਨੈਗੇਟਿਵ ਟੈਸਟ ਹੋਣਾ ਵੀ ਬੜਾ ਜ਼ਰੂਰੀ ਆ। ਪਰ ਸਮੇਂ ਮੁਤਾਬਕ ਤੁਹਾਨੂੰ ਪਤਾ ਕਿ ਕਿਉਂਕਿ ਵਨਰੇਬਲ ਸਿਚੁਏਸ਼ਨਸ ਕੈਨ ਹੈਪਨ ਐਨੀ ਟਾਈਮ। ਦੇਖੋ, ਮੈਂ ਮੈਡੀਕਲ ਜਿਹੜਾ ਵਾ ਉਹ ਐਕਸਪਰਟ ਨਹੀਂ, ਪਰ ਜਿਹੜੇ ਮੈਡੀਕਲ ਐਕਸਪਰਟ ਨੇ ਉਹ ਰੈਗੂਲਰਲੀ ਜਿਹੜਾ ਪੀਰੀਓਡਿਕਲੀ ਜਿਹੜਾ ਹੈਗਾ ਉਹ ਪ੍ਰਾਈਮ ਮਿਨਿਸਟਰ ਨੂੰ ਔਰ ਜਿਹੜੇ ਮਿਨਿਸਟਰ ਰਿਸਪੌਂਸੀਬਲ ਹੈਗੇ ਉਹਨਾਂ ਨੂੰ ਉਹ ਅਪਡੇਟ ਦਿੰਦੇ ਹੈਗੇ। ਉਸ ਨੂੰ ਮੱਦੇਨਜ਼ਰ ਰੱਖ ਕੇ ਜੇ ਗੌਰਮੈਂਟ ਨੂੰ ਕੋਈ ਹੋਰ ਢੁਕਵੇਂ ਸਟੈਪ ਲੈਣੇ ਪਏ ਟੂ ਮੇਕ ਸ਼ੋਰ ਕਿ ਕੈਨੇਡੀਅਨ ਜਿਹੜੇ ਨੇ ਉਹਨਾਂ ਦੀ ਹੈਲਥ ਤੇ ਸੇਫਟੀ ਜਿਹੜੀ ਹੈਗੀ ਉਹ ਹਮੇਸ਼ਾ ਹੀ ਸਾਡੀ ਫਰਸਟ ਪ੍ਰਾਇੋਰਟੀ ਰਹੀ। ਇਹੀ ਕਾਰਨ ਸੀਗਾ ਕਿ ਲੰਮਾ ਸਮਾਂ ਪਹਿਲਾਂ ਜਿਹੜਾ ਸੀਗੇ ਬਾਰਡਰ ਬੰਦ ਕੀਤੇ ਗਏ ਤਾਂ ਕਿ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਜਿਹੜੀ ਸੇਫਟੀ ਆ ਉਸ ਨੂੰ ਮੁੱਖ ਰੱਖ ਕੇ ਇਹ ਕੰਮ ਕੀਤਾ ਗਿਆ ਔਰ ਇਹ ਅੱਗੇ ਮੂਵਿੰਗ ਫਾਰਵਰਡ ਵੀ ਇਹੀ ਹੋਊਗਾ। ਜੀ, ਸੋ ਲੱਗਦਾ ਨਹੀਂ ਕਿ ਕੈਨੇਡਾ ਨੇ ਥੋੜੀ ਹਜੇ ਵੀ ਜਲਦਬਾਜ਼ੀ ਕੀਤੀ ਹੈ, ਕਿਉਂਕਿ ਅਮਰੀਕਾ ਨੇ ਹਜੇ ਤੱਕ ਬਾਰਡਰ ਖੋਲਣ ਦੀ ਕੋਈ ਗੱਲ ਨਹੀਂ ਕਹੀ ਔਰ ਅਮਰੀਕਾ ਵਾਲੇ ਜਿਹੜੇ ਨੇ ਉਹ ਤਾਂ ਕੈਨੇਡਾ ਆ ਸਕਦੇ ਨੇ ਪਰ ਕੈਨੇਡਾ ਵਾਲੇ ਉਹ ਅਮਰੀਕਾ ਨਹੀਂ ਜਾ ਸਕਦੇ। ਦੇਖੋ, ਜਿਹੜੀ ਸੋਵਰਨਟੀ ਹੈਗੀ ਹੈ ਹਰੇਕ ਮੁਲਕ ਦੀ, ਦੋਨਾਂ ਮੁਲਕ ਦੀ, ਅਮਰੀਕਾ ਦੀ ਆਪਣੀ ਸੋਵਰਨਟੀ ਹੈ, ਕੈਨੇਡਾ ਦੀ ਆਪਣੀ ਸੋਵਰਨਟੀ। ਜਦੋਂ ਪਹਿਲਾਂ ਕੈਨੇਡਾ ਨੇ ਬਾਰਡਰ ਬੰਦ ਕੀਤਾ ਸੀ ਉਦੋਂ ਅਮਰੀਕਾ ਵਾਲੇ ਜਿਹੜੇ ਸੀਗੇ ਉਹ ਇਹ ਜਿਹੜਾ ਸੀ ਪ੍ਰਗਟਾਉਂਦੇ ਸੀ ਵੀ ਕਿਉਂ ਤੁਸੀਂ ਬੰਦ ਕਰ ਰਹੇ ਹੋ। ਕਿਉਂ ਉਸ ਵੇਲੇ ਅਸੀਂ ਜਦੋਂ ਦੇਖਿਆ ਸੀ ਪਾਰਟਿਕੂਲਰਲੀ ਜਿਹੜੀ ਸਾਡੀ ਨੇਬਰਿੰਗ ਸਟੇਟ ਹੈਗੀ ਆ BC ਦੇ ਵਾਸ਼ਿੰਗਟਨ, ਉਹਦੇ ਵਿੱਚ ਜਿਹੜੇ ਸੀ ਕੇਸ ਜ਼ਿਆਦਾ ਆਏ ਤਾਂ BC ਦੇ ਲੋਕ ਜਿਹੜੇ ਸੀ ਚਿੰਤਤ ਹੋ ਗਏ। ਤਾਂ ਜਦੋਂ ਹੀ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਨੇ ਸਲਾਹ ਦਿੱਤੀ ਉਸ ਵੇਲੇ ਜਿਹੜੇ ਬਾਰਡਰ ਜਿਹੜੇ ਸੀ ਉਹ ਬੰਦ ਕਰਤੇ। ਸੋ ਦੋਨਾਂ ਕੰਟਰੀ ਦੀ ਆਪਣੀ ਸੋਵਰਨਟੀ ਹੋਣ ਕਰਕੇ ਉਹ ਇੰਡੀਪੈਂਡੈਂਟ ਡਿਸੀਜਨ ਬਣਾ ਰਹੇ ਤੇ ਮੈਨੂੰ ਆਸ ਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਜਿਹੜਾ ਅਮਰੀਕਾ ਹੈਗਾ ਉਹ ਬਣਦਾ ਢੁਕਦੇ ਸਟੈਪ ਲਊਗਾ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਮੈਡੀਕਲ ਅਥਾਰਟੀ ਜਿਹੜੀਆਂ ਉਹਨਾਂ ਨੂੰ ਸੁਜੈਸਟ ਕਰਨਗੀਆਂ। ਜੀ, ਔਰ ਸੁਖ ਧਾਲੀਵਾਲ ਜੀ, ਕੁਝ ਖਬਰਾਂ ਮੈਂ ਅਜਿਹੀਆਂ ਵੀ ਦੇਖੀਆਂ ਨੇ, ਕਈ ਚੈਨਲਸ ਦੇ ਉੱਤੇ ਅੱਜ ਦੀਆਂ ਰਿਪੋਰਟਾਂ ਇੱਦਾਂ ਦੀਆਂ ਛਪੀਆਂ ਨੇ ਵੀ ਕਈ ਲੋਕ ਪਰੇਸ਼ਾਨ ਨੇ, ਖਾਸ ਕਰਕੇ ਇੱਥੇ ਪੁਆਇੰਟ ਰੋਬਰਟਸ ਜਿਹੜਾ ਉੱਥੋਂ ਦੀ ਗੱਲ ਕੀਤੀ ਜਾ ਰਹੀ ਸੀ ਵੀ ਕੁਝ ਲੋਕ ਅਜਿਹੇ ਵੀ ਅਮਰੀਕੀ ਆ ਰਹੇ ਨੇ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਈ ਹੈ ਪਰ ਉਹ ਐਂਟਰ ਹੋ ਰਹੇ ਨੇ। ਸੋ ਉਹ ਵੀ ਇੱਕ ਕਹਿੰਦੇ ਸੀ ਵੀ ਇੱਕ ਇਹੋ ਜਿਹਾ ਹੱਬ ਨਾ ਕਿਤੇ ਬਣ ਜਾਵੇ ਵੀ ਖਤਰੇ ਵਾਲਾ ਨਿਸ਼ਾਨ ਉਹਨਾਂ ਤੇ ਵੀ ਲੱਗ ਜਾਏ। ਸੋ ਜੇ ਇਦਾਂ ਦੇ ਕੇਸਿਸ ਆਉਂਦੇ ਨੇ ਤੇ ਅਜਿਹੇ ਦੇ ਵਿੱਚ ਸਰਕਾਰ ਕੀ ਕਰੇਗੀ? ਦੇਖੋ, ਇਹ ਬਿਲਕੁਲ ਪਹਿਲਾਂ ਵੀ ਕਲੀਅਰ ਸੀਗਾ। ਪਹਿਲਾਂ ਤਾਂ ਕਿਸੇ ਨੂੰ ਵੀ ਨਹੀਂ ਸੀ ਬਣਨ ਦਿੱਤਾ ਜਾਂਦਾ। ਹੁਣ ਜਿਹੜੀ ਹੈਗੀ ਆ ਉਹ ਜਦੋਂ ਉਹਨਾਂ ਨੂੰ ਦੇਖਦੇ ਹੈਗੇ ਆ ਜਿਹਦੇ ਫੁੱਲੀ ਵੈਕਸੀਨੇਟਡ ਪੈਸੇਂਜਰ ਨਹੀਂ ਹੈਗਾ ਕੋਈ ਜਾਂ ਜਿਹੜਾ ਐਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਐਂਟਰੀ ਜਿਹੜੀ ਆ ਉਹ ਡਿਨਾਈ ਕੀਤੀ ਜਾ ਰਹੀ, ਉਹਨੂੰ ਬਿਲਕੁਲ ਐਂਟਰੀ ਜਿਹੜੀ ਆ ਉਹ ਦਿੱਤੀ ਨਹੀਂ ਜਾਊਗੀ। ਔਰ ਜੇ ਉਹ ਆਉਣਾ ਚਾਹੁੰਦੇ ਨੇ ਕੰਡੀਸ਼ਨ ਜੋ ਹੀ ਆ, ਪਹਿਲਾਂ ਟੈਸਟ ਉੱਥੇ ਹੋਇਆ ਹੋਣਾ ਜ਼ਰੂਰੀ ਆ, ਦੂਸਰਾ 14 ਡੇ ਜਿਹੜਾ ਹੈਗਾ ਮੈਂਡੇਟੋਰੀ ਉਹਨਾਂ ਨੂੰ ਹੋਟਲ ਦੇ ਵਿੱਚ ਕੁਆਰੰਟਾਈਨ ਜਿਹੜੀ ਕਰਨੀ ਉਹ ਪੈਣੀ। ਕਿਉਂਕਿ ਇੱਥੇ CBSA ਟਰੈਵਲ ਐਡਵਾਈਜ਼ਰੀ ਹੈ, ਉਹਨਾਂ ਨੇ ਵੀ ਇੰਡੀਕੇਟ ਦਿੱਤੇ ਨੇ, ਉਹ ਕਹਿੰਦੇ ਨੇ ਕਿ ਇਹ ਹੋ ਸਕਦਾ ਹੈ ਕਿ ਕੁਝ ਜਿਹੜੇ ਵੈਕਸੀਨੇਟਡ ਜਿਨ੍ਹਾਂ ਨੇ ਜਿਹੜੇ ਨਹੀਂ ਹੈਗੇ ਉਹ ਲੋਕ ਵੀ ਕੈਨੇਡਾ ਐਂਟਰ ਹੋ ਸਕਣ। ਦੇਖੋ, ਜਦੋਂ ਉਹ ਐਡਵਾਈਜ਼ ਇਸ ਤਰ੍ਹਾਂ ਹੋ ਸਕਦੇ ਨੇ ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਦਾ ਟੈਸਟ ਹੋਣਾ ਚਾਹੀਦਾ, ਦੂਸਰਾ ਜਦੋਂ ਉਹਨਾਂ ਨੂੰ ਕੁਆਰੰਟਾਈਨ ਕਰਨੀ ਹੈਗੀ ਆ ਜੇ ਕੋਈ ਉਸ ਹਾਲਾਤਾਂ ਨੂੰ ਫੋਲੋ ਨਹੀਂ ਕਰਦਾ ਤੇ ਇਨਫੈਕਟ ਉੱਥੇ ਹੀ ਜਿਹੜਾ ਹੈਗਾ ਸਾਡਾ CBSA ਜਾਂ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਹੈਗਾ ਉਹ ਗੈਟ ਇਨ ਹੋਊਗਾ ਕਿ ਮੇਕ ਸ਼ੋਰ ਕੀਤਾ ਜਾਵੇ ਉਹ ਲੋਕ ਇੱਥੇ ਐਂਟਰ ਨਾ ਕਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਇੱਥੇ ਦਾ ਹੀ ਦੱਸਣਾ, ਇੱਥੇ ਦਾ ਨਹੀਂ ਦੱਸਣਾ। ਹਾਂਜੀ ਜੀ ਤੁਸੀਂ ਟੀਵੀ ਦੀ ਵੋਲਿਊਮ ਘਟਾਓ, ਫਿਰ ਤੁਹਾਡੀ ਆਵਾਜ਼ ਸਾਡੇ ਤੱਕ ਸਹੀ ਆਏਗੀ। ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ। ਹਾਂਜੀ ਅਸੀਂ ਇਹ ਪਤਾ ਕਰਨਾ ਕਿ ਜਿਹੜਾ ਅਮਰੀਕਾ ਤੋਂ ਆਉਂਦੇ ਆ ਤੇ ਕਰੋਨਾ ਦਾ ਟੈਸਟ ਹੁੰਦਾ ਆ ਹਾਂਜੀ ਨੈਗੇਟਿਵ ਦਾ, ਹਾਂ ਉਹਦੀ ਫੀਸ ਵਗੈਰਾ ਕਿੰਨੀ ਹੈ ਤੇ ਇੱਥੇ ਜੇ ਵਾਪਸ ਆਣਾ ਤੇ ਉਹਦੀ ਫੀਸ ਕਿਸ ਤਰ੍ਹਾਂ ਫਿਰ ਉਹ ਵੀ ਕਰਾਉਣਾ ਪੈਣਾ ਫਿਰ। ਅੱਛਾ ਜੀ, ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਕੈਨੇਡਾ ਤੋਂ ਤੁਸੀਂ ਅਮਰੀਕਾ ਜਾਂਦੇ ਹੋ ਜਾਂ ਅਮਰੀਕਾ ਤੋਂ ਤੁਹਾਡਾ ਕੋਈ ਕੈਨੇਡਾ ਆ ਰਿਹਾ, ਉਹਦੇ ਬਾਰੇ ਪੁੱਛ ਰਹੇ ਹੋ? ਅਮਰੀਕਾ ਤੋਂ ਆਣਾ। ਅੱਛਾ ਕੈਨੇਡਾ ਅਮਰੀਕਾ ਤੋਂ ਆਣਾ ਲੈਂਡ ਥਰੂ ਆ ਰਹੇ ਨੇ ਜਾਂ ਫਲਾਈ ਕਰਕੇ? ਨਹੀਂ, ਬਾਈ ਰੋਡ ਆ ਰਹੇ ਨੇ। ਠੀਕ ਹੈ ਜੀ, ਹੁਣੇ ਦੱਸ ਦਿਆਂ ਜੀ, ਤੁਸੀਂ ਟੀਵੀ ਤੇ ਸੁਣ ਲਓ। ਥੈਂਕ ਯੂ ਜੀ। ਦੇਖੋ ਇਹਨਾਂ ਨੇ ਕਿਹਾ ਵੀ ਕਿੰਨੀ ਫੀਸ ਹੈਗੀ, ਉਹ ਵੇਰੀ ਕਰਦਾ ਹੈਗਾ। ਈਵਨ ਇੱਥੇ ਵੀ ਜੇ ਤੁਸੀਂ ਜਾਂਦੇ ਹੋ, ਜੇ 에ਅਰਪੋਰਟ ਤੇ ਕਰਾਉਣੇ ਹੋ ਉਹ ਅੱਡ ਪੈਸੇ ਲੱਗਦੇ ਆ। ਸਰੀ ਦੇ ਵਿੱਚ ਜਿਹੜਾ ਹੈਲਥ ਕਲੀਨਿਕ ਆ ਉੱਥੇ ਅੱਡ। ਸੋ ਉਹ ਜਿਹੜੇ ਪੈਸੇ ਹੈਗੇ ਨੇ ਉਹ ਉਹਨਾਂ ਦਾ ਲੋਕਲ ਜਿੱਥੇ ਉਹਨਾਂ ਨੇ ਟੈਸਟ ਕਰਾਉਣਾ ਉਹ ਡਿਟਰਮਿਨ ਕੀਤਾ ਜਾਊ। ਪਰ ਸਾਡੀ ਰਿਕੁਆਇਰਮੈਂਟ ਇਹ ਹੈਗੀ ਕਿ ਉੱਥੋਂ ਜਿਹੜਾ ਹੈਗਾ ਉਹਨਾਂ ਨੇ ਟੈਸਟ ਕਰਵਾ ਕੇ ਆਉਣਾ। ਸੋ ਇਹ ਕੋਸ਼ਿਸ਼ ਕਰ ਸਕਦੇ ਨੇ ਪਤਾ ਕਰਨ ਦੀ, ਡਿਫਰੈਂਟ ਜਿਹੜੇ ਆਊਟਲੈਟਸ ਉੱਥੇ ਇਹ ਟੈਸਟ ਜਿਹੜੇ ਨੇ ਉਹ ਪ੍ਰੋਵਾਈਡ ਕਰਦੇ ਨੇ। ਸੋ ਜਿਵੇਂ ਹੁਣ ਅੱਜ ਬਹੁਤ ਸਾਰੇ ਘਰਾਂ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਪਹੁੰਚ ਜਾਣੇ ਨੇ, ਠੀਕ ਹੈ, ਸੋ ਉਹਨੂੰ ਲੈ ਕੇ ਕੋਈ ਸਰਕਾਰ ਦੇ ਵੱਲੋਂ ਅਜਿਹਾ ਰਿਵਿਊ ਵੀ ਕੀਤਾ ਜਾ ਰਿਹਾ ਵੀ ਕਿਤੇ ਵੀ ਕੋਈ ਦਿੱਕਤ ਨਾ ਆਵੇ, ਵੀ ਉਹ ਪਰਸਨ ਹੈ ਹਜੇ ਲੋਕਾਂ ਨਾਲ ਨਾ ਮਿਲੇ। ਬੇਸ਼ੱਕ ਕੁਆਰੰਟੀਨ ਖਤਮ ਕੀਤੀ ਗਈ ਹੈ ਕਿਉਂਕਿ ਵੈਕਸੀਨੇਸ਼ਨ ਜਿਹੜੀ ਹੋ ਚੁੱਕੀ ਹੈ, ਸੋ ਕੋਈ ਇਦਾਂ ਦੀ ਪ੍ਰਕਿਰਿਆ ਹੋ ਰਹੀ ਹੈ BC ਦੇ ਵਿੱਚ ਰਿਵਿਊ ਲਈ? ਦੇਖੋ ਜਿਹੜੇ ਤਾਂ ਫੁੱਲੀ ਵੈਕਸੀਨੇਟਡ ਆ ਰਹੇ ਨੇ ਲੋਕ, ਉਹਨਾਂ ਨੂੰ ਜਿਹੜਾ ਵਾ ਉਹ ਮੋਨੀਟਰ ਕਰਨਾ ਦਾ ਹਜੇ ਕੋਈ ਜਿਹੜਾ ਵਾ ਉਹ ਪ੍ਰੋਸੈਸ ਨਹੀਂ ਹੈਗਾ। ਪਰ ਜਿਹੜੇ ਆਪਣੇ ਨਹੀਂ ਆ ਰਹੇ, ਜਿਹੜੇ ਕੋਈ ਵੀ ਪਿੱਛੇ ਵੀ ਇਸੇ ਤਰ੍ਹਾਂ ਸੀ ਵੀ ਜਿਹਨੇ ਅੱਜ ਤੱਕ ਉਹਨਾਂ ਨੂੰ ਕੁਆਰੰਟੀਨ ਜਿਹੜੀ ਹੈਗੀ 2 ਵੀਕ ਮੈਂਡੇਟਰੀ ਕੁਆਰੰਟੀਨ ਜਿਹੜੀ ਹੈਗੀ ਆ ਉਹ ਕਰਨੀ ਪੈਣੀ ਹੈਗੀ। ਉਸ ਦੇ ਉੱਤੇ ਜਿਹੜਾ ਵਾ ਉਹ ਨਿਗਾਹ ਰੱਖੀ ਜਾ ਰਹੀ ਆ। ਉਸ ਨੂੰ ਅਥਾਰਟੀ ਜਿਹੜੀਆਂ ਨੇ ਉਹ ਐਵਰੀਡੇ ਫੋਲੋ ਕਰਦੀਆਂ ਨੇ, ਅੱਗੇ ਵੀ ਤੇ ਹੁਣ ਵੀ ਜਿਹੜੀਆਂ ਨੇ ਉਹ ਫੋਲੋ ਕਰਨਗੀਆਂ। ਉਹਨਾਂ ਲਈ ਜਿਹੜੇ ਪਾਰਟਿਕੂਲਰ ਹੋਟਲ ਜਿਹੜੇ ਨੇ ਉਹ ਸਾਈਨ ਕੀਤੇ ਹੋਏ ਹਨ ਜੀ। ਧਾਲੀਵਾਲ ਸਰ, ਹੁਣ ਜਿਸ ਤਰੀਕੇ ਨਾਲ ਅਸੀਂ ਵੈਕਸੀਨ ਦੇ ਸੰਬੰਧੀ ਵੀ ਗੱਲ ਕਰ ਰਹੇ ਹਾਂ, ਵੈਕਸੀਨੇਸ਼ਨ ਲਈ ਅਪਡੇਟ ਕੀ ਚੱਲ ਰਿਹਾ? ਸਤੰਬਰ ਤੱਕ ਜਿਸ ਤਰੀਕੇ ਨਾਲ ਸਰਕਾਰ ਨੇ ਕਿਹਾ ਸੀ ਵੀ ਸਾਰੇ ਲੋਕ ਜਿਹੜੇ ਨੇ ਉਹ ਵੈਕਸੀਨੇਸ਼ਨ ਆਲਰੇਡੀ ਹੋ ਚੁੱਕੇ ਹੋਣਗੇ, ਪਰ ਸਤੰਬਰ ਤੱਕ ਦੀ ਕੀ ਹੁਣ ਰੇਸ਼ੋ ਮਿਲ ਰਹੀ ਹੈ ਕਿ ਪ੍ਰੋਪਰ ਵੈਕਸੀਨੇਸ਼ਨ ਕਿੰਨੇ ਪਰਸੈਂਟੇਜ ਹੋ ਚੁੱਕੀ ਹੈ? ਦੇਖੋ, ਜਿਸ ਤਰ੍ਹਾਂ ਅੱਜ ਤੋਂ 2 ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ 66 ਮਿਲੀਅਨ ਡੋਜ਼ਸ ਜਿਹੜੀਆਂ ਉਹ ਕੈਨੇਡਾ ਵਿੱਚ ਆ ਚੁੱਕੀਆਂ ਹੈਗੀਆਂ ਵੈਕਸੀਨੇਸ਼ਨ ਦੀਆਂ, ਜਿਹਦੇ ਨਾਲ ਸਾਰੇ ਦੇ ਸਾਰੇ ਕੈਨੇਡੀਅਨ ਜਿਹੜੇ ਚਾਹੁੰਦੇ ਨੇ ਰਾਈਟ ਉਹ ਵੈਕਸੀਨੇਟ ਜਿਹੜਾ ਵਾ ਉਹ ਹੋ ਸਕਦੇ। ਹੁਣ ਤੱਕ ਤਕਰੀਬਨ 84% ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੇ ਜਿਹੜੀ ਆ ਇੱਕ ਵੈਕਸੀਨੇਸ਼ਨ ਦੀ ਡੋਜ਼ ਲਵਾਈ ਹੋਈ ਆ। 72 ਤੋਂ ਉੱਪਰ % ਤੋਂ ਉੱਤੇ ਲੋਕ ਨੇ ਜਿਹੜੇ ਇਸ ਵੇਲੇ ਫੁੱਲੀ ਵੈਕਸੀਨੇਟ ਜਿਹੜੇ ਕੈਨੇਡਾ 'ਚ ਹੋ ਗਏ। ਹੁਣ ਜਿਹੜੇ ਰਹਿੰਦੇ ਆ, ਕਿਉਂਕਿ ਅਸੀਂ ਆਪਣਾ ਟਾਰਗੇਟ ਸਾਡਾ ਸਪਟੈਂਬਰ ਦਾ ਸੀ, ਅਸੀਂ 2 ਮਹੀਨੇ ਪਹਿਲਾਂ, ਠੀਕ ਆ, ਸ਼ੁਰੂ 'ਚ ਮਾੜੇ ਜਿਹੇ ਇਸ਼ੂ ਆਏ ਪਰ ਬੜਾ ਪੋਜੀਸ਼ਨ ਨੇ ਰੌਲੀ ਪਾਈ, ਪਰ ਅੱਜ ਜਦੋਂ ਦੇਖਦੇ ਹੈਗੇ ਆ ਕਿ 2 ਮਹੀਨੇ ਪਹਿਲਾਂ ਸਪਟੈਂਬਰ ਤੋਂ ਅਸੀਂ ਆਪਣਾ ਟਾਰਗੇਟ ਜਿਹੜਾ ਸਰਕਾਰ ਨੇ ਮਿਥਿਆ ਸੀਗਾ ਉਹ ਪੂਰਾ ਕਰ ਦਿੱਤਾ। ਹੁਣ ਤੁਸੀਂ ਮੀਡੀਆ ਰੋਲ ਪਲੇ ਕਰ ਸਕਦਾ ਕਿ ਲੋਕ ਜਿਹੜੇ ਆ ਉਹ ਵੈਕਸੀਨੇਸ਼ਨ ਜਿਹੜੀ ਆ ਆਪੋ ਆਪਣੀ ਬਣਦੀ ਹੈਗੀ ਆ ਉਹ ਲੈਣ ਨਹੀਂ ਲਈ ਹੈ ਨਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ? ਸਤਿ ਸ਼੍ਰੀ ਅਕਾਲ ਜੀ, ਆਵਾਜ਼ ਸੁਣ ਪਾ ਰਹੇ ਹੋ? ਓਕੇ, ਸੋ ਜਿਹੜੇ ਕਾਲਰ ਨੇ ਹੁਣ ਕਾਲ ਕੀਤੀ ਹੈ ਔਰ ਉਹਨਾਂ ਨੂੰ ਮੈਂ ਕਹਿਣਾ ਚਾਹਾਂਗੀ ਉਹਨਾਂ ਦੀ ਆਵਾਜ਼ ਸਾਡੇ ਤੱਕ ਪਹੁੰਚ ਨਹੀਂ ਰਹੀ, ਉਹ ਦੁਬਾਰਾ ਕਾਲ ਕਰ ਸਕਦੇ ਨੇ ਔਰ ਆਪਣੇ ਫੋਨ ਨੂੰ ਥੋੜਾ ਜਿਹਾ ਠੀਕ ਕਰ ਲਓ ਬਿਕਾਜ਼ ਆਵਾਜ਼ ਇੱਥੇ ਆ ਨਹੀਂ ਰਹੀ। ਸੋ ਧਾਲੀਵਾਲ ਸਰ, ਆਪਾਂ ਗੱਲ ਕਰ ਰਹੇ ਸੀਗੇ ਕਿ ਵੈਕਸੀਨੇਸ਼ਨ ਪ੍ਰਕਿਰਿਆ, ਜਿਹੜੇ ਲੋਕ ਹੁਣ ਆਪਾਂ ਅਪੀਲ ਦੀ ਇੱਥੇ ਗੱਲ ਕਰ ਰਹੇ ਸੀ, ਇਹ ਕਾਲਰ ਫਿਰ ਕਾਲ ਕਰ ਰਹੇ ਨੇ, ਇਹਨਾਂ ਦੀ ਕਾਲ ਅਟੈਂਡ ਕਰੀਏ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਵਾਜ਼ ਆ ਰਹੀ ਹੈ ਜੀ ਮੇਰੀ? ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਬਹੁਤ ਥੋੜੀ ਆ ਰਹੀ ਹੈ, ਸਾਨੂੰ ਕਲੀਅਰ ਨਹੀਂ ਆ ਰਹੀ, ਥੋੜੀ ਆਵਾਜ਼ ਆ ਰਹੀ ਹੈ। ਔਰ ਉਹਨਾਂ ਨੂੰ ਮੈਂ ਕਹਿਣਾ ਚਾਹਾਂਗੀ ਉਹਨਾਂ ਦੀ ਆਵਾਜ਼ ਸਾਡੇ ਤੱਕ ਪਹੁੰਚ ਨਹੀਂ ਰਹੀ, ਉਹ ਦੁਬਾਰਾ ਤੁਸੀਂ ਟੀਵੀ ਦੀ ਆਵਾਜ਼ ਘਟਾਓ ਜੀ, ਟੀਵੀ ਦੀ ਆਵਾਜ਼ ਘਟਾਓ, ਫੋਨ ਥਰੂ ਗੱਲ ਕਰੋ। ਓਕੇ, ਸੋ ਅਗਲੇ ਕਾਲਰ ਆਪਣੇ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰੀ, ਸਤਿ ਸ੍ਰੀ ਅਕਾਲ ਜੀ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਧਾਲੀਵਾਲ ਸਾਹਿਬ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰਾ ਤਾਂ ਇਹਨਾਂ ਨੂੰ ਇੱਕ ਸਵਾਲ ਹੈ, ਕਿਉਂਕਿ ਮੈਂ ਧਾਲੀਵਾਲ ਸਾਹਿਬ ਮਿਲੇ ਬਹੁਤ ਚਿਰ ਬਾਅਦ ਆ, ਵੈਸੇ ਗਰਾਊਂਡ ਲੈਵਲ ਤੇ ਤਾਂ ਕਿਤੇ ਗੱਲ ਨਹੀਂ ਹੋਈ, ਪਰ ਅੱਜ ਲੱਕੀ ਆ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹਾਂ। ਮੇਰਾ ਸਵਾਲ
ਚਲੋ ਬਾਰਡਰ ਤਾਂ ਇਹਨਾਂ ਨੇ ਖੋਲਤਾ, ਵਧੀਆ, ਉਹ ਤਾਂ ਇਹਨਾਂ ਦੇ ਮੈਡੀਕਲ ਐਡਵਾਈਜ਼ਰ ਜਿੱਦਾਂ ਇਹਨਾਂ ਨੂੰ ਐਡਵਾਈਜ਼ ਕੀਤਾ ਇਹਨਾਂ ਨੇ ਖੋਲਤਾ। ਪਰ ਮੇਰਾ ਸਵਾਲ ਇਹ ਹੈ ਕਿ ਜਿਹੜਾ ਫੈਡਰਲ ਢਾਂਚੇ ਦੇ ਵਿੱਚ ਸਿਸਟਮ ਫਲੱਡਿੰਗ ਹੋਈ ਆ, ਉਹ ਜਿਹੜੀ ਸਿਸਟਮ ਦੀ ਫਲੱਡਿੰਗ ਹੋਈ ਆ ਉਹਦੇ ਬਾਰੇ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ, ਕਿਉਂਕਿ ਤੁਸੀਂ ਸਾਡੇ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਆ। ਕਿਉਂਕਿ ਮੈਂ ਕੁਝ ਤੁਹਾਨੂੰ ਪੁਆਇੰਟ ਦੱਸੂਗਾ ਕਿ ਜਿੱਦਾਂ ਹੁਣ ਇਮੀਗ੍ਰੇਸ਼ਨ ਤੋਂ ਬਿਨਾਂ ਇਹ ਕੰਟਰੀ ਸਰਵਾਈਵ ਨਹੀਂ ਹੋ ਸਕਦਾ। ਮੈਂ ਕਿਸੇ ਗ੍ਰਾਂਟ ਜਾਂ ਇਮੀਗ੍ਰੇਸ਼ਨ ਆਉਣ ਵਾਲੇ ਬੰਦੇ ਦੇ ਕੋਈ ਵੀ ਮੈਨੂੰ ਕਿੰਤੂ ਪ੍ਰੰਤੂ ਨਹੀਂ, ਪਰ ਮੈਨੂੰ ਸਿਸਟਮ ਤੇ ਜ਼ਰੂਰ ਹੈਗਾ। ਆਪਾਂ ਲਾਸਟ ਵੀਕ ਵੀ ਇੱਕ ਟਾਕ ਸ਼ੋਅ ਕੀਤਾ ਸੀ, ਤੁਸੀਂ ਮੈਂਬਰ ਆਫ ਪਾਰਲੀਮੈਂਟ ਆਏ ਸੀ, ਲੋਕਾਂ ਨੇ ਸਵਾਲ ਵੀ ਕੀਤੇ ਕਿ ਜਿਹੜੇ ਇੰਡੀਆ ਤੋਂ ਹੁਣ ਬੱਚੇ ਸਟੂਡੈਂਟ ਉੱਥੇ, ਉਹ ਤਾਂ ਕਹਿੰਦੇ ਵੀ ਛੇਤੀ ਇੱਥੇ ਜਾਈਏ ਤੇ ਇੱਥੋਂ ਵਾਲੇ ਨਹੀਂ ਸਾਨੂੰ ਆਉਣ ਦਿੰਦੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਲਾਸਟ 3 ਈਅਰ ਦੇ ਵਿੱਚ ਬੜੀ ਇਨਕਮ ਹੋਈ ਕੈਨੇਡਾ ਨੂੰ ਸਟੂਡੈਂਟਾਂ ਤੋਂ। ਮੇਰਾ ਖਿਆਲ ਆ 2 ਸਾਲ ਪਹਿਲਾਂ $2.4 ਬਿਲੀਅਨ ਕਮਾਇਆ ਗਿਆ। ਪਰ ਜਿਹੜਾ ਸਿਸਟਮ ਹੈ, ਸਿਸਟਮ ਦੇ ਵਿੱਚ ਤੁਸੀਂ ਦੇਖ ਲਓ ਵੀ ਮੈਡੀਕਲ ਫੀਲਡ ਦੇ ਵਿੱਚ ਜਿਹੜੇ ਡਾਕਟਰ ਆ ਉਹ ਤਾਂ ਆਪ ਡਿਪਰੈਸ਼ਨ 'ਚ ਜਾ ਰਹੇ ਆ, ਔਰ ਯੂਨੀਵਰਸਿਟੀਆਂ ਦੇ ਸਰਵੇ ਆ ਰਹੇ ਆ ਮੈਡੀਕਲੀ। ਜੇ ਸਾਡੇ ਮੈਂਬਰ ਆਫ ਪਾਰਲੀਮੈਂਟ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਣ ਕਿ ਆਉਣ ਵਾਲੇ 5-7 ਸਾਲ ਦੇ ਵਿੱਚ ਜਿਹੜੀ ਮੈਂਟਲ ਹੈਲਥ ਆ ਉਹ ਇੰਨੀ ਤਾਂ ਚਲੀ ਜਾਊਗੀ। ਉਹਦਾ ਰੀਜ਼ਨ ਕੀ ਹੈ ਕਿ ਜਿਹੜੇ ਸਟੂਡੈਂਟ ਇੱਥੇ ਹੁਣ ਆ ਰਹੇ ਆ ਉਹਨਾਂ ਨੂੰ ਫਿਰ ਜਾ ਕੇ ਉਹ ਸਿਸਟਮ ਦੇ ਵਿਊਜ਼ ਹੋਣ ਤੇ ਆ ਕੇ ਗੱਲਾਂ ਪੁਆਇੰਟ ਨੋਟ ਹੋ ਜਾਂਦੇ ਕਿ ਜੇ ਇੱਕ ਬੱਚਾ ਜਿੱਥੇ ਸਟੂਡੈਂਟ 2 ਸਾਲ ਲਈ ਆਉਂਦਾ, ਉਹ ਪੜ੍ਹਨ ਤੋਂ ਬਾਅਦ ਉਹਨੂੰ ਆਪਣੇ ਪੱਕੇ ਹੋਣ ਦੇ ਲਈ PR ਲੈਣ ਦੇ ਲਈ ਜਿਹੜਾ ਆਬਜੈਕਟਿਵ ਉਹ ਅਪਣਾਉਂਦਾ ਉਹ ਇੰਨਾ ਯਥਾਰਥਕ ਹੈ, ਇੰਨਾ ਉਹ ਹਾਰਡ ਹੈ ਕਿ ਉਹ ਵੈਸੇ ਆਟੋਮੈਟਿਕਲੀ ਡਿਪਰੈਸ਼ਨ 'ਚ ਚਲੇ ਜਾਊਗਾ। ਤੁਸੀਂ ਬਾਇਓਲੋਜੀ ਨੂੰ ਪੜ੍ਹਦੇ ਆ ਤਾਂ ਉਹ 'ਚ ਦੇਖੋ ਤੁਸੀਂ ਜਦੋਂ ਬੰਦੇ ਨੂੰ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਉਹ ਹਮੇਸ਼ਾ ਡਿਪਰੈਸ਼ਨ ਦੇ ਵਿੱਚ ਜਾ ਕੇ ਉਹ ਸ਼ਿਕਾਰ ਹੋ ਜਾਂਦਾ ਮੈਂਟਲ ਹੈਲਥ ਦਾ। ਹੁਣ ਇਹ ਜਿਹੜੀ ਸਿਸਟਮ ਫਲੱਡਿੰਗ ਹੈ, ਮੇਰਾ ਇਹਨਾਂ ਨੂੰ ਸਵਾਲ ਹੈ ਇਹਦੇ ਬਾਰੇ ਜ਼ਰੂਰ ਬੋਲ ਕੇ ਜਾਣ ਕਿ ਇਹਨੂੰ ਗੋਲ ਨਾ ਕਰਨ। ਬਾਰਡਰ ਖੁੱਲ ਜਾਣੇ ਨਾ ਖੁੱਲ ਜਾਣੇ, ਕੋਵਿਡ ਤੱਕ ਕੰਟਰੋਲ ਹੋ ਗਿਆ ਵਾਇਰਸ, ਜਿਹੜਾ ਵਾਇਰਸ ਹੁਣ ਆਉਣ ਵਾਲਾ ਜਿਉਂਦੇ ਜੀ ਅਸੀਂ ਹਟਾਵਾਂਗੇ, ਸਾਡੇ ਬੱਚੇ ਹਟਾਉਣਗੇ, ਸਾਡਾ ਸਿਸਟਮ ਹਟਾਊਗਾ, ਉਹਦੇ ਬਾਰੇ ਜ਼ਰੂਰ ਥੋੜਾ ਜਿਹਾ ਐਕਸਪਲੇਨ ਕਰਕੇ ਜਾਣ। ਮੇਰਾ ਇਹੀ ਸਵਾਲ ਆ। ਬਾਕੀ ਇਹਨਾਂ ਦੀਆਂ ਪ੍ਰਾਪਤੀਆਂ ਸਰਕਾਰ ਦੀਆਂ ਉਹਨਾਂ ਦਾ ਮੈਂ ਐਪਰੀਸ਼ੀਏਟ ਕਰਦਾ, ਇਹਨਾਂ ਨੇ ਕੋਵਿਡ ਨੂੰ ਬੜਾ ਹੈਂਡਲ ਕੀਤਾ। ਪਰ ਜਦੋਂ ਅਸੀਂ ਕੈਨੇਡੀਅਨ ਸਿਟੀਜ਼ਨ ਇੱਥੇ ਜਿਹੜੇ ਬੰਦੇ ਅਸੀਂ ਰਹਿ ਰਹੇ ਆ, ਜਿਹੜੇ ਅਸੀਂ ਇਸ ਚੀਜ਼ ਨੂੰ ਦੇਖ ਰਹੇ ਆ, ਸਾਡੇ ਹੀ ਬੱਚੇ ਆ ਰਹੇ ਆ, ਈਵਨ ਸਾਡੇ ਆਪ ਦੇ ਬੱਚੇ ਵੀ, ਕਿਉਂਕਿ ਇਹ ਤਾਂ ਬਹੁਤ ਵੱਡਾ ਟੌਪਿਕ ਹੈ। ਜੇ ਮੈਂ ਇੱਥੇ ਬੋਲਣ ਲੱਗ ਗਿਆ ਤਾਂ ਮੈਨੂੰ ਲੱਗਦਾ ਫਿਨਿਸ਼ਿੰਗ ਮੇਰੇ ਤਾਂ ਇੰਨਾ ਹੀ ਵਿਚਾਰ ਹੈ ਕਿ ਇਹਦੇ ਬਾਰੇ ਥੋੜਾ ਬਹੁਤ ਐਕਸਪਲੇਨ ਕਰਕੇ ਜਾਣ। ਮੈਂ ਧੰਨਵਾਦ ਕਰਦਾ ਤੁਹਾਨੂੰ ਤੁਹਾਡਾ ਟਾਈਮ ਦੇਣ ਦਾ, ਤੇ ਜ਼ਰੂਰ ਇਹਦੇ ਬਾਰੇ ਦੱਸਣ ਜੀ। ਥੈਂਕ ਯੂ ਜੀ ਬਰਾੜ ਸਾਹਿਬ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਸਿਸਟਮ ਫਲੱਡਿੰਗ ਦੀ ਹਾਂਜੀ ਸਵਾਲ ਤੁਸੀਂ ਸਾਨੂੰ ਪਹਿਲਾਂ ਤਾਂ ਮੈਂਟਲ ਹੈਲਥ ਦੀ ਦੇਖੋ, ਇਹ ਬੜਾ ਇਹਨਾਂ ਨੇ, ਮੈਂ ਧੰਨਵਾਦ ਕਰਦਾ ਮਿਸਟਰ ਬਰਾੜ ਉਹਨਾਂ ਦਾ ਕਿ ਕਿਉਂਕਿ ਹਮੇਸ਼ਾ ਹੀ ਇਹ ਜਦੋਂ ਵੀ ਸਮਾਜਿਕ ਪੱਖੀ ਕੋਈ ਚੰਗੀ ਸੇਧ ਦੇਣ ਦੀ ਲੋੜ ਪਈ ਆ, ਇੱਕ ਇਹ ਸਾਰੂ ਖਿਆਲਾਂ ਦੇ ਮਾਲਕ ਨੇ। ਔਰ ਮੈਂਟਲ ਹੈਲਥ ਦੀ ਗੱਲ ਕੀਤੀ ਆ, ਬਹੁਤ ਵਧੀਆ ਟੌਪਿਕ ਇਹਨਾਂ ਨੇ ਜਿਹੜਾ ਉਹ ਟੱਚ ਕੀਤਾ, ਔਰ ਇਸ਼ੂ ਹੈ ਵੀ ਆ। ਮੇਰੀਆਂ ਦੋਨੇ ਬੱਚੀਆਂ ਬੀਇੰਗ ਡਾਕਟਰ ਜਦੋਂ ਮੈਂ ਡਿਸਕਸ ਕਰਦਾ ਇਹ ਮੈਂਟਲ ਹੈਲਥ, ਔਰ ਮੇਰਾ ਇਨਫੈਕਟ ਜਿਹੜਾ ਬੇਟਾ ਉਹਨੇ ਵੀ ਇਸ ਵੇਲੇ BSc ਮੇਜਰ ਇਨ ਸਾਈਕੋਲੋਜੀ ਜਿਹੜੀ ਲਈ ਆ, ਕਿਉਂਕਿ ਉਹ ਬੱਚੇ ਵੀ ਇਹ ਫੀਲ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੀਲਡ ਨੂੰ ਜਿਹੜੀ ਹੈਗੀ ਆ ਤਵੱਜੋ ਦੇਣ ਦੀ ਲੋੜ ਹੈਗੀ। ਉਹਦੇ ਵਿੱਚ ਜਦੋਂ ਹੁਣ ਇਹ ਤਾਂ ਹੈ ਮੈਡੀਕਲ ਹੈਲਥ ਜਾਂ ਮੈਡੀਕਲ ਜਿਹੜੀ ਹੈਲਥ ਦੇ ਵਿੱਚ ਉੱਥੇ ਜਦੋਂ ਲੋੜ ਪਈ ਆ ਮੈਂਟਲ ਹੈਲਥ ਇਸ਼ੂਜ਼ ਦੇ ਉੱਤੇ, ਉੱਥੇ ਸਰਕਾਰ ਨੇ ਜਿਹੜੇ ਹੈਗੇ ਬਣਦੀ ਜਿਹੜੀ ਫੰਡਿੰਗ ਉਹ ਸੂਬਿਆਂ ਨੂੰ ਦਿੱਤੀ ਆ ਤਾਂ ਕਿ ਇਸ ਤੇ ਪ੍ਰਾਇੋਰਟੀ ਦਿੱਤੀ ਜਾਵੇ। ਦੂਸਰੀ ਉਹਨਾਂ ਨੇ ਜਿਹੜੀ ਗੱਲ ਕੀਤੀ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹਦੇ ਵਿੱਚ ਮੈਂ ਮਿਸਟਰ ਬਰਾੜ ਉਹਨਾਂ ਨੂੰ ਐਂਡ ਹੋਰ ਤੁਹਾਡੇ ਜਿਹੜੇ ਦਰਸ਼ਕ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਹੀ ਸਟੈਪ ਲੈ ਰਹੇ ਹਾਂ ਵੀ ਉਹ ਬੱਚਿਆਂ ਨੂੰ ਔਖਾ ਨਾ ਹੋਵੇ। ਸਾਰਿਆਂ ਨਾਲੋਂ ਪਹਿਲਾ ਸਟੈਪ ਕਿਹੜਾ ਲਿਆ ਸੀ, 27,232 ਐਪਲੀਕੇਸ਼ਨ ਜਦੋਂ ਕੱਢੀਆਂ, ਉਹਦੇ ਵਿੱਚ ਜਿਹੜੀ ਐਕਸਪ੍ਰੈਸ ਐਂਟਰੀ ਸੀਗੀ ਉਹ ਇਨ ਕੈਨੇਡਾ ਐਕਸਪੀਰੀਅੰਸ ਵਾਲੇ ਸੀਗੇ, ਉਹਦੇ ਵਿੱਚ 27,232 ਦੇ ਵਿੱਚ 75 ਪੁਆਇੰਟ ਵਾਲਾ ਲੈ ਲਿਆ, ਜਿਹਦੀ ਉਮਰ 30 ਸਾਲ ਤੋਂ ਥੱਲੇ ਆ, ਇਰਰਿਸਪੈਕਟਿਵ ਉਹ ਕਿਹੜਾ। ਸੋ ਇਹਦਾ ਮਤਲਬ ਸਟੂਡੈਂਟ ਨੇ ਜਿਹੜਾ ਵੀ ਇੱਥੇ ਗ੍ਰੈਜੂਏਟ ਹੋ ਗਿਆ ਉਸ ਵੇਲੇ ਕੰਮ ਕਰਦਾ, ਉਹਦੇ ਵਿੱਚੋਂ ਜਿਹੜਾ ਸੀਗਾ ਉਹ ਉਹਦੇ ਵਿੱਚ ਕੁਆਲੀਫਾਈ ਕਰਦਾ ਸੀ। 27,232 ਹੋ ਗਿਆ। ਉਸ ਤੋਂ ਬਾਅਦ 90,000 ਹੋਰ ਕੱਢੀ, ਜਿਹਦੇ ਵਿੱਚ 40,000 ਸਿਰਫ ਤੇ ਸਿਰਫ ਜਿਹੜੇ ਸੀਗੇ ਉਹ ਸਟੂਡੈਂਟਸ ਲਏ। ਉਹਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ ਸੀ ਵੀ ਉਹ ਕੰਮ ਜਿਹੜਾ ਉਹਨਾਂ ਨੇ ਕੀਤਾ, ਉਹਨਾਂ ਦਾ ਇਹੀ ਸੀ ਕਿ ਪਿਛਲੇ 3 ਸਾਲਾਂ ਦੇ ਵਿੱਚ ਉਹ ਗ੍ਰੈਜੂਏਟ ਜਿਹੜਾ ਉਹ ਹੋਣੇ ਚਾਹੀਦੇ।
ਉਹ ਐਪਲੀਕੇਸ਼ਨਾਂ ਜਿਹੜੀਆਂ 40,000 ਸਟੀਮ ਜਿਹੜੀ ਸੀ ਉਹ ਭਰੀ। ਉਸ ਤੋਂ ਬਾਅਦ ਜਿਹੜੀਆਂ 30,000 ਹੋਰ ਐਪਲੀਕੇਸ਼ਨ ਸੀ ਜਿਹਦੇ ਵਿੱਚ ਐਸੈਂਸ਼ੀਅਲ ਵਰਕਰ ਜਿਹੜੇ ਸੀਗੇ ਉਹਦੀ ਗੱਲ ਕੀਤੀ ਗਈ। ਉਹਦੇ ਵਿੱਚ ਫਿਰ ਕੀ ਕੀਤਾ ਕਿ ਜਦੋਂ ਉਹਦੇ ਵਿੱਚ ਵੀ ਜਗ੍ਹਾ ਖਾਲੀ ਰਹਿ ਗਈ, ਜਦੋਂ ਇਹ ਗੱਲ ਕਰਦੇ ਇੰਟਰਨੈਸ਼ਨਲ ਸਟੂਡੈਂਟ, ਉਹਦੇ ਵਿੱਚ ਵੀ ਜਿਹੜੇ ਸੀ ਸਟੂਡੈਂਟ ਜਿਹੜੇ ਨੇ ਇਨਫੈਕਟ ਜਿਨ੍ਹਾਂ ਨੇ ਪਾਰਟ ਟਾਈਮ ਵੀ ਕੰਮ ਕੀਤਾ ਉਹ ਵੀ ਕੁਆਲੀਫਾਈ ਕਰ ਗਏ। ਔਰ ਇਨਫੈਕਟ ਮੇਰੇ ਆਪਣੇ ਓਨ ਜਿਹੜਾ ਵਾ ਆਫਿਸ ਦੇ ਵਿੱਚ ਇੱਕ ਸਟੂਡੈਂਟ ਕੰਮ ਕਰਦਾ, ਹਜੇ ਤਾਈਂ ਉਹ ਗ੍ਰੈਜੂਏਟ ਨਹੀਂ ਹੋਇਆ, ਹਜੇ ਗ੍ਰੈਜੂਏਟ ਵੀ ਨਹੀਂ ਹੋਇਆ, ਪਰ ਕਿਉਂਕਿ ਉਹ ਪਿਛਲੇ 4 ਸਾਲਾਂ ਤੋਂ 20 ਘੰਟੇ ਪਰ ਵੀਕ ਕੰਮ ਕਰ ਰਹੇ ਸੀ, ਉਹ ਉਸ ਜਿਹੜਾ ਸੀ ਤਹਿਤ ਉਹਨਾਂ ਦੀ ਐਪਲੀਕੇਸ਼ਨ ਲੱਗੀ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੀ ਜਿਹੜੀਆਂ ਨੇ ਅਸੀਂ ਪਾਲਿਸੀ ਆਪਦੀਆਂ ਚੇਂਜ ਕਰ ਰਹੇ ਹਾਂ। ਸੋ 2 ਵਧੀਆ ਸਟੈਪ ਜਿਹੜੇ ਪਿੱਛੇ ਲਏ ਨੇ, 90,000 ਐਪਲੀਕੇਸ਼ਨ ਤੇ 27,232 ਉਹ ਜਿਹੜਾ ਇਸੇ ਚੀਜ਼ ਨੂੰ ਐਡਰੈਸ ਕਰਨ ਨੂੰ ਜਿਹੜਾ ਮਿਸਟਰ ਬਰਾੜ ਉਹਨਾਂ ਨੇ ਇਸ਼ੂ ਰੇਜ਼ ਕੀਤਾ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਸਵਾਲ ਇਹ ਹੈਗਾ ਵੀ ਜਿਹੜੇ ਟੋਰਾਂਟੋ ਤੋਂ ਪੈਸੇਂਜਰ ਆਉਂਦੇ ਨੇ ਉਹਨਾਂ ਦਾ ਮੈਡੀਕਲ ਵੀ ਇੱਥੇ ਚੈੱਕ ਹੁੰਦਾ ਹੈ, ਕਿਉਂਕਿ 2 ਡੋਜ਼ ਲੱਗੀਆਂ ਹੋਈਆਂ ਉਹਨਾਂ ਦੇ। ਓਕੇ। ਇੰਟਰਨਲੀ ਜਿਹੜੇ ਕੈਨੇਡਾ 'ਚ ਟਰੈਵਲ ਕਰਦੇ ਆ ਨਾ ਜੀ, ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੈਗੀ। ਓਕੇ। ਕਿਉਂਕਿ ਜਦੋਂ BC ਸੂਬੇ ਦੇ ਵਿੱਚ ਆਉਂਦੇ ਹੈਗੇ ਆ ਜਾਂ ਟੋਰਾਂਟੋ ਤੋਂ ਜਾਂ ਕਿਸੇ ਵੀ ਜਿਹੜੇ ਕੈਨੇਡਾ ਦੇ ਕੋਨੇ ਤੋਂ ਇੱਥੇ ਆਉਂਦਾ, ਉਹਦੀ ਕੋਈ ਰਿਕੁਆਇਰਮੈਂਟ ਨਹੀਂ ਗੀ ਕਿ ਉਹਨਾਂ ਦੇ ਡੋਜ਼ਸ ਜਿਹੜੀਆਂ ਨੇ ਉਹ ਲੱਗੀਆਂ ਹੋਣੀਆਂ ਚਾਹੀਦੀਆਂ ਜਾਂ ਨਹੀਂ, ਕਿਉਂਕਿ ਉਹ ਜਿਹੜਾ ਹੈ ਉਹ BC ਦੇ ਚੀਫ ਮੈਡੀਕਲ ਹੈਲਥ ਆਫਿਸਰ ਆ ਜਿਹੜਾ, ਉਹਨਾਂ ਨੇ ਐਸੀ ਕੋਈ ਪਾਬੰਦੀ ਜਿਹੜੀ ਆ ਉਹ ਨਹੀਂ ਲਾਈ। ਸੋ ਕੋਈ ਇਹਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਉਧਰ ਸੀਗੀਆਂ, ਕਿਉਂਕਿ ਈਸਟ ਕੋਸਟ ਤੇ ਇੱਕ ਸਮਾਂ ਸੀਗਾ ਜਦੋਂ ਜਿਹੜੇ ਅਟਲਾਂਟਿਕ ਪ੍ਰੋਵਿੰਸ ਸੀਗੇ ਉਹਦੇ ਵਿੱਚ ਈਵਨ ਤੁਹਾਡਾ ਓਨ ਅਟਲਾਂਟਿਕ ਪ੍ਰੋਵਿੰਸ ਦਾ ਬੰਦਾ ਵੀ ਜਦੋਂ ਵਾਪਸ ਜਾਂਦਾ ਸੀ ਤਾਂ ਵੀ ਉਹਨਾਂ ਨੂੰ ਕੁਆਰੰਟਾਈਨ ਕਰਨੀ ਪੈਂਦੀ ਸੀ। ਪਰ ਇੱਥੇ ਬ੍ਰਿਟਿਸ਼ ਕੋਲੰਬੀਆ 'ਚ ਐਸੀ ਕੋਈ ਗੱਲ ਜਿਹੜੀ ਆ ਉਹ ਨਹੀਂ ਹੈ। ਸੋ ਜਿਹੜੇ ਅਸੀਂ ਵੈਕਸੀਨੇਸ਼ਨ ਦੀ ਵੀ ਇੱਥੇ ਗੱਲ ਕਰ ਰਹੇ ਸੀਗੇ, ਵੈਕਸੀਨੇਸ਼ਨ ਜਿਹੜੇ ਲੋਕ ਲੈਣਾ ਨਹੀਂ ਚਾਹੁੰਦੇ, ਜਿਨ੍ਹਾਂ ਨੇ ਨਕਾਰ ਹੀ ਦਿੱਤਾ ਵੀ ਅਸੀਂ ਕਿਸੇ ਵੀ ਕੀਮਤ ਤੇ ਵੈਕਸੀਨੇਸ਼ਨ ਜਿਹੜੀ ਹੈ ਉਹ ਨਹੀਂ ਲੈਣੀ, ਤੇ ਉਹਨਾਂ ਬਾਰੇ ਫਿਰ ਕੀ ਉਹਨਾਂ ਦਾ ਕੀ ਕੀਤਾ ਜਾਏਗਾ ਰਿਵਿਊ? ਕਿ ਉਹ ਟਰੈਵਲ ਹੀ ਨਹੀਂ ਕਰ ਪਾਣਗੇ ਕਿਤੇ ਵੀ, ਜਾਂ ਫਿਰ ਕੋਈ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਉਹਨਾਂ ਦੀ ਇਨਵੋਲਵਮੈਂਟ ਉਹਨਾਂ ਵਿੱਚ ਨਹੀਂ ਹੋਏਗੀ? ਦੇਖੋ, ਵੱਖੋ ਵੱਖਰੀਆਂ ਕੰਟਰੀਜ਼ ਦੀ ਜਿਹੜੀ ਹੈਗੀ ਆ ਉਹ ਗੱਲ ਹੈਗੀ ਆ, ਠੀਕ ਹੈ ਨਾ। ਹਰੇਕ ਕੰਪਨੀ ਨੇ ਆਪੋ ਆਪਣੀ, ਦੇਖੋ ਅਮਰੀਕਾ ਦੇ ਵਿੱਚ ਕੱਲ ਮੈਂ ਆਖਿਆ ਤੁਸੀਂ ਸ਼ਾਇਦ ਸੁਣਿਆ ਹੋਣਾ, ਇਨਫੈਕਟ ਮੇਰਾ ਖਿਆਲ ਇੱਕ ਨਿਊਜ਼ ਚੈਨਲ ਵੀ ਸੀ, ਉਹਨਾਂ ਨੇ ਜਿਹੜੀ ਸੀ ਮੈਂਡੇਟਰੀ ਕਰਤਾ ਵੀ ਜੇ ਤੁਸੀਂ ਕੰਮ ਕਰਨਾ ਸਾਡੇ ਤਾਂ ਤੁਹਾਨੂੰ ਜਿਹੜੀ ਹੈਗੀ ਵੈਕਸੀਨੇਸ਼ਨ ਜ਼ਰੂਰੀ ਹੈ। ਪਰ ਹਜੇ ਤਾਈਂ ਕੈਨੇਡਾ 'ਚ ਐਸੀ ਚੀਜ਼ ਨਜ਼ਰ ਨਹੀਂ ਆਈ। ਪਰ ਜੇ ਅੱਜ ਕਿਸੇ ਨੇ ਇੰਟਰਨੈਸ਼ਨਲੀ ਟਰੈਵਲ ਕਰਨਾ ਤਾਂ ਇਸ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ। ਪਰ ਆਪਾਂ ਆਪਣੀ ਸਿਹਤ ਨੂੰ, ਕਿਉਂਕਿ ਦੇਖੋ ਇੱਕ ਚੀਜ਼ ਤਾਂ ਇਹ ਹੈਗੀ ਹੈ ਨਾ ਵੀ ਸਾਡੀ ਅੱਜ ਕੈਨੇਡੀਅਨ ਜੇ ਸਾਡੀਆਂ ਕੋਈ ਰਾਈਟਸ ਨੇ ਤਾਂ ਪ੍ਰਿਵਿਲੇਜਸ ਨੇ ਤਾਂ ਸਾਡੇ ਕੋਈ ਫਰਜ਼ ਵੀ ਬਣਦੇ ਆ। ਉਹ ਫਰਜ਼ ਇਹ ਬਣਦਾ ਅਸੀਂ ਆਪਣੇ ਆਪ ਨੂੰ ਔਰ ਆਪਣੇ ਪਰਿਵਾਰਾਂ ਨੂੰ ਸੇਫ ਰੱਖਣਾ, ਕਿਉਂਕਿ ਅੱਜ ਜਿਹੜੇ ਮੋਸਟਲੀ ਕੇਸਿਸ ਆ ਰਹੇ ਆ ਡਾਕਟਰ ਇਹ ਦੱਸ ਰਹੇ ਉਹੀ ਕੇਸਿਸ ਆ ਰਹੇ ਜਿਨ੍ਹਾਂ ਦੇ ਵੈਕਸੀਨੇਸ਼ਨ ਜਿਹੜੀ ਆ ਉਹ ਨਹੀਂ ਲੱਗੀ। ਹਾਂਜੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ? ਟੀਵੀ ਦੀ ਵੋਲਿਊਮ ਘਟਾ ਕੇ ਗੱਲ ਕਰੋ ਜੀ। ਓਕੇ, ਸੋ ਜਿਹੜੇ ਕਾਲਰ ਹੁਣ ਕਾਲ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਾਂਗੀ ਦੁਬਾਰਾ ਕਾਲ ਕਰੋ ਪਲੀਜ਼। ਸਾਰੇ ਮੈਂ ਕਾਲਰਸ ਨੂੰ ਇੱਕ ਗੱਲ ਕਹਿਣਾ ਚਾਹਾਂਗੀ, ਤੁਸੀਂ ਜਦੋਂ ਕਾਲ ਕਰਦੇ ਹੋ ਨਾ ਤੁਹਾਡੀ ਆਵਾਜ਼ ਮੇਰੇ ਤੱਕ ਤਾਂ ਨਹੀਂ ਪਹੁੰਚੇਗੀ ਕਿਉਂਕਿ ਤੁਸੀਂ ਟੀਵੀ ਦੀ ਵੋਲਿਊਮ ਜਿਹੜੀ ਹੈ ਉਹ ਵਧਾਈ ਹੋਈ ਹੈ। ਜੇ ਟੀਵੀ ਦੀ ਵੋਲਿਊਮ ਨੂੰ ਫੋਲੋ ਕਰੋਗੇ ਤਾਂ ਮੇਰੀ ਆਵਾਜ਼ ਥੋੜੀ ਡਿਲੇ ਹੋ ਕੇ ਪਹੁੰਚੇਗੀ। ਸੋ ਉਹਦੀ ਆਵਾਜ਼ ਘਟਾ ਕੇ ਫਿਰ ਕਾਲ ਕਰਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਸਵਾਲ ਹੈ ਮੇਰੇ ਤੱਕ ਪਹੁੰਚ ਸਕੇ। ਬਿਲਕੁਲ ਧਾਲੀਵਾਲ ਸਰ, ਜਿਵੇਂ ਹੁਣ ਆਪਾਂ ਚਲੋ ਵੈਕਸੀਨੇਸ਼ਨ ਦੀ ਗੱਲ ਕਰ ਰਹੇ ਸੀ, ਚਲੋ ਇਹ ਚੰਗੀ ਖਬਰ ਹੈ ਵੀ ਅਮਰੀਕਾ ਵਾਸਤੇ ਖੋਲ ਦਿੱਤੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੈ ਕੈਨੇਡਾ ਵਾਲਿਆਂ ਲਈ ਵੀ ਹੈ ਅਮਰੀਕਾ ਦਾ ਬਾਰਡਰ ਖੁੱਲ ਜਾਏਗਾ। ਹੁਣ ਜਦੋਂ 7 ਸਤੰਬਰ ਮਤਲਬ ਉਹ ਵੀ ਦਿਨ ਦੂਰ ਨਹੀਂ ਹੈ, ਥੋੜੇ ਮਤਲਬ ਅਗਲੇ ਮਹੀਨੇ ਹੁਣ ਬਹੁਤ ਸਾਰੇ ਜਿਹੜੇ ਯਾਤਰੀ ਨੇ ਉਹਨਾਂ ਵਾਸਤੇ ਕੈਨੇਡਾ ਨੇ ਆਪਣੇ ਬੂਹੇ ਖੋਲ ਦਿੱਤੇ ਆ ਵੀ ਉਹ ਆ ਸਕਦੇ ਨੇ ਫੁੱਲੀ ਵੈਕਸੀਨੇਸ਼ਨ ਜਿਨ੍ਹਾਂ ਦੀ ਕੰਪਲੀਟ ਹੈ। ਮੈਨੂੰ ਲੱਗਦਾ ਕਿ ਅਮਰੀਕਾ ਦਾ ਇੱਕ ਇੱਥੇ ਆਉਣਾ ਤੇ ਇੱਕ ਆਲਰੇਡੀ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਯਾਤਰੀ ਨੇ ਉਹਨਾਂ ਦਾ ਆਉਣਾ ਇੱਕ ਬਹੁਤ ਵੱਡੇ ਲੈਵਲ ਦੀ ਪ੍ਰਕਿਰਿਆ ਹੋਏਗੀ ਜਿਹਨੂੰ ਬਹੁਤ ਧਿਆਨ ਦੇ ਨਾਲ ਕਰਨਾ ਜ਼ਰੂਰੀ ਹੋਏਗਾ। ਸੋ ਕੀ ਉਹਦੇ ਲਈ ਸਰਕਾਰ ਦੀਆਂ ਪੂਰੀਆਂ ਤਿਆਰੀਆਂ ਨੇ? ਕਿਉਂਕਿ ਵੱਡੇ ਲੈਵਲ ਦੇ ਉੱਤੇ ਲੋਕਾਂ ਨੇ ਇੱਕਦਮ ਏਅਰਪੋਰਟਾਂ ਦੇ ਉੱਤੇ ਭੀੜ ਲੱਗਣੀ ਹੈ। ਸੋ ਉਹਦੇ ਲਈ ਵੀ ਕੋਈ ਕਨਫਿਊਜ਼ਨ ਨਾ ਹੋਏ ਜਿਵੇਂ ਹੁਣ ਲੋਕਾਂ ਨੂੰ ਹੋ ਰਹੀ ਹੈ। ਅਮਰੀਕਾ ਵਾਲੇ ਆ ਰਹੇ ਨੇ ਤਾਂ ਕਿਹਾ ਜਾ ਰਿਹਾ ਕਿ ਕੁਝ ਲੋਕ ਇੱਦਾਂ ਦੇ ਨੇ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਈ ਪਰ ਉਹ ਐਂਟਰ ਹੋ ਰਹੇ ਨੇ। ਸੋ ਇਹਦੇ ਲਈ ਕਿਵੇਂ ਰਿਵਿਊ ਚੱਲ ਰਿਹਾ? ਕੋਈ ਕਾਰਨ ਨਹੀਂ ਹੈ, ਬਿਲਕੁਲ ਨਹੀਂ। ਜਿਹੜਾ ਵਾ ਜਿਹਦੇ ਇੰਟਰ ਨਹੀਂ ਹੋ ਰਿਹਾ, ਜੇ ਇੰਟਰ ਹੋ ਰਹੇ ਨੇ ਤਾਂ ਉਹਨਾਂ ਨੂੰ ਮੈਂਡੇਟਰੀ ਕੁਆਰੰਟਾਈਨ ਕਰਨਾ ਪੈਣਾ। ਜਿਹੜੇ ਸਪਟੈਂਬਰ 7 ਤੋਂ ਅਸੀਂ ਸੋਚਦੇ ਹੈਗੇ ਆ ਉਹਦੇ ਵਿੱਚ ਵੀ ਇਹੀ ਹੈਗਾ ਕਿ ਜਿਹੜੀਆਂ ਮੈਂ 4 ਤੁਹਾਨੂੰ ਪਹਿਲਾਂ ਵੈਕਸੀਨੇਸ਼ਨ ਜਿਹੜੀਆਂ ਕੈਨੇਡਾ 'ਚ ਅਪਰੂਵਡ ਹੈਗੀਆਂ, ਜੌਨਸਨ ਐਂਡ ਜੌਨਸਨ, ਫਾਈਜ਼ਰ, ਮੋਡਰਨਾ, ਐਸਟਰਾਜੈਨੇਕਾ, ਉਹਨਾਂ ਦੀਆਂ ਦੋਨੇ ਡੋਜ਼ਸ ਲੱਗੀਆਂ ਹੋਣੀਆਂ ਚਾਹੀਦੀਆਂ। ਤੇ ਇੰਡੀਆ ਦੀ ਕੋਵਿਸ਼ੀਲਡ ਉਹ ਹੋਏਗੀ, ਉਹ ਹੈਗੀ ਉਹਦੇ ਵਿੱਚ, ਉਹ ਐਸਟਰਾਜੈਨੇਕਾ ਹੈਗੀ, ਠੀਕ ਹੈ ਨਾ।
ਪਰ ਇਹ ਨਹੀਂ ਹਜੇ ਪਤਾ ਕਿ ਵੀ ਕਿਹੜੀ ਕੰਟਰੀ ਜਿਹੜੀ ਹੈਗੀ ਆ ਜਦੋਂ ਇੰਟਰਨੈਸ਼ਨਲ ਖੋਲਿਆ ਕਿ ਉਹਨਾਂ ਦੇ ਜਿਹੜੇ ਹੈਗੇ ਮੇਕ ਸ਼ੋਰ ਕੀਤਾ ਜਾਊਗਾ ਕਿ ਪ੍ਰੋਪਰਲੀ ਉੱਥੋਂ ਟੈਸਟ ਵੀ ਹੋਇਆ ਹੋਵੇ। ਜਿਹੜਾ ਟੈਸਟ ਹੋਇਆ ਉਹ ਹੋਣਾ ਉੱਥੇ ਜ਼ਰੂਰੀ ਆ। ਜਿਹੜੀਆਂ ਹੋਰ ਰਿਕੁਆਇਰਮੈਂਟਸ ਹੈਗੀਆਂ ਉਹ ਸਮੇਂ ਮੁਤਾਬਕ ਅਸੀਂ ਉਦੋਂ ਦੇਖਾਂਗੇ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? ਕਿੱਥੋਂ ਬੋਲ ਰਹੇ ਮਤਲਬ ਟੀਵੀ ਤੋਂ? ਸਰ ਬਿਲਕੁਲ, ਹਾਂਜੀ ਤੁਸੀਂ ਚੈਨਲ ਟੀਵੀ ਦੇਖ ਕੇ ਤੁਸੀਂ ਕਾਲ ਕੀਤੀ ਹੈ ਨਾ, ਅਸੀਂ ਉੱਥੋਂ ਹੀ ਬੋਲ ਰਹੇ ਹਾਂ। ਦੱਸੋ ਕੀ ਸਵਾਲ ਹੈ? ਸੁਖ ਧਾਲੀਵਾਲ ਜੀ ਆਪਣੇ ਨਾਲ ਜੁੜੇ ਹੋਏ ਨੇ। हाँ, सुख धालीवाल ने मेरा सवाल है। मेरा सवाल थोड़ा जा वखरा है, जिस टॉपिक नाल ओदी माफी मांगदा पहला मैं। हाँ जी। मैं तो पूछना चाहना भी इन्होंने पिछले वीक क्या सीगा कि जेड़े आदमी सीनियर सिटीजन स्टे कीते इंडिया विच मोर देन 6 मंथ उन्हां नूं पेंशन मिलेगी कि इस पेंशन अमाउंट विच गारंटीड इनकम सप्लीमेंट मिलूगा? जी बिल्कुल, तुसी टीवी ते सुन सकते हो जी। जवाब आपां तुहाडे सवाल दा जरूर लेने आ। थैंक यू सो मच। थैंक यू वेरी मच फॉर अकोमोडेटिंग मी। कोई सवाल है जी? बिल्कुल, देखो ये बिल्कुल ਇਹਨਾਂ ਨੇ ਜਿਹੜਾ ਸਵਾਲ ਕਿਹਾ ਉਹ ਬਿਲਕੁਲ ਸਹੀ ਹੈਗਾ ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਲੋਕ ਗਏ ਸੀਗੇ ਵਿਜ਼ਿਟ ਕਰਨ ਵਾਸਤੇ ਉਦੋਂ ਉਹ ਸਟਰਕ ਹੋ ਗਏ ਸੀਗੇ। ਉਹਨਾਂ ਨੂੰ ਇਹ ਬਿਲਕੁਲ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਜਿਹੜਾ ਅੱਗੇ ਹੁੰਦਾ ਸੀ ਵੀ 6 ਮਹੀਨੇ ਦੇ ਵਿੱਚ ਵਾਪਸ ਉਹਨਾਂ ਨੂੰ ਆਉਣਾ ਪੈਂਦਾ ਸੀ ਵੀ ਜੇ ਉਹਨਾਂ ਨੂੰ ਐਕਸਟਰਾ ਟਾਈਮ ਇਸ ਕਰਕੇ ਰਹਿਣਾ ਪੈ ਗਿਆ ਕਿ ਉਹ ਸਟੈਂਡਰਡ ਸੀਗੇ ਉਹ ਜਿਹੜਾ ਗਵਰਨਮੈਂਟ ਨੇ ਉਸ ਵੇਲੇ ਜਿਹੜਾ ਲੀਵੇ ਦਿੱਤਾ ਉਹਦੇ ਵਿੱਚ ਚਾਹੇ ਉਹ GIS ਹੋਵੇ ਉਹਨਾਂ ਦਾ ਚਾਹੇ ਉਹਨਾਂ ਦੀ OAS ਹੋਵੇ ਉਹ ਦੋਨੇ ਜਿਹੜੀਆਂ ਹੈਗੀਆਂ ਉਹ ਕਵਰ ਹੈਗੀਆਂ। ਉਹ ਕਵਰ ਨੇ, ਠੀਕ ਹੈ। ਸੋ ਇਸ ਤੋਂ ਇਲਾਵਾ ਜੇ ਕੋਈ ਇਸ਼ੂ ਆਉਂਦਾ ਤਾਂ ਉਹ ਆਪੋ ਆਪਣੇ MP ਦੇ ਆਫਿਸ ਦੇ ਵਿੱਚ ਕਾਲ ਕਰਕੇ ਗੱਲ ਕਰ ਸਕਦੇ ਆ। ਜੇ ਸਾਡੇ ਨਿਊਟਨ ਦੇ ਵਿੱਚ ਕੋਈ ਰਹਿੰਦਾ ਸਰੀ ਨਿਊਟਨ 'ਚ ਤੇ ਵੈਲਕਮ ਕਿ ਉਹ ਸਾਡੇ ਆਫਿਸ ਦੇ ਵਿੱਚ 604 598 2200 ਨੰਬਰ ਹੈਗਾ, ਉੱਥੇ ਕਾਲ ਕਰ ਸਕਦੇ ਜੀ। ਬਿਲਕੁਲ। ਸੋ ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਰਿਗਾਰਡਿੰਗ ਕੋਈ ਗੱਲ ਕਰਨੀ ਹੈ, ਕੋਈ ਮੁਸ਼ਕਿਲ ਆ ਰਹੀ ਹੈ, ਜਿਨ੍ਹਾਂ ਨੂੰ ਫੋਨ ਥਰੂ ਵੀ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਸਵਾਲ ਦਾ ਜਵਾਬ ਸਹੀ ਨਹੀਂ ਮਿਲਿਆ ਸਾਨੂੰ, ਸੋ ਉਹ ਸੁਖ ਧਾਲੀਵਾਲ ਜੀ ਦੇ ਜਿਹੜਾ ਹੈਗਾ ਆਫਿਸ 'ਤੇ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਇਸ ਰਿਗਾਰਡਿੰਗ ਲੈ ਸਕਦੇ ਨੇ ਜੀ। ਸੁਖ ਧਾਲੀਵਾਲ ਜੀ, ਹੁਣ ਆਪਾਂ ਗੱਲ ਕਰ ਲਈ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਐਲਾਨ ਕੀਤੇ, ਮਾਰਕੋ ਮੈਨੀਚੇਨੋ ਨੇ ਖਾਸ ਤੌਰ 'ਤੇ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਸੀ ਵੀ IRCC ਦੇ ਵੱਲੋਂ ਕਈ ਲੋਕਾਂ ਨੂੰ ਜਿਹੜਾ ਹੈ ਸੱਦਾ ਦਿੱਤਾ ਗਿਆ। ਇਸ ਸੱਦੇ ਦੇ ਵਿੱਚ ਕਿਹੜੀਆਂ ਕੈਟੇਗਰੀਜ਼ ਜਿਹੜੀਆਂ ਨੇ ਉਹ ਸ਼ਾਮਿਲ ਨੇ? ਦੇਖੋ, ਸਾਨੂੰ ਪਹਿਲਾਂ ਤਾਂ ਇਹ ਸੀਗਾ ਜਿਸ ਤਰ੍ਹਾਂ ਮੈਂ ਦੱਸਿਆ ਪਹਿਲਾਂ 27,000 ਦੇ ਕਰੀਬ, ਪਹਿਲਾਂ 6,000 5,000 ਤੇ 27,232 ਐਪਲੀਕੇਸ਼ਨ ਉਹ ਸੀਗੀਆਂ ਐਕਸਪ੍ਰੈਸ ਐਂਟਰੀ ਦੀਆਂ ਜਿਹੜੀਆਂ ਸੀ ਉਹ ਕੱਢੀਆਂ। ਉਹ 75 ਪੁਆਇੰਟ ਸੀ, ਲੋਐਸਟ ਐਵਰ ਜਾਨੀ ਹਿਸਟਰੀ ਦੇ ਵਿੱਚ ਹੀ ਹੋਇਆ। ਤਕਰੀਬਨ 400 ਕੁਛ ਪੁਆਇੰਟ ਚਾਹੀਦੇ। ਉਸ ਤੋਂ ਬਾਅਦ ਜਿਹੜੀਆਂ ਸੀ 90,000 ਕੱਢੀਆਂ ਜਿਹਦੇ ਵਿੱਚ ਸਟੂਡੈਂਟਸ ਆਪਣੇ ਫਿਰ ਐਸੈਂਸ਼ੀਅਲ ਵਰਕਰਸ ਲੈ ਫਾਰਮ ਵਰਕਰ ਤੋਂ ਪ੍ਰੋਫੈਸ਼ਨਲ ਜਿਹੜੇ ਸੀਗੇ ਉੱਥੇ ਤੱਕ ਨਾਲ ਹੀ ਜਿਹੜੇ ਸੀਗੇ ਜਿਨ੍ਹਾਂ ਦੇ ਹੈਲਥ ਰਿਲੇਟਡ ਪ੍ਰੋਫੈਸ਼ਨਲ ਸੀ ਉਹਨਾਂ ਲਈ ਉਹ ਪੋਜੀਸ਼ਨ ਜਿਹੜੀਆਂ ਕੱਢੀਆਂ ਗਈਆਂ। ਉਸ ਤੋਂ ਬਾਅਦ ਹੁਣ ਸਾਡੀ ਜਿਹੜੀ ਪ੍ਰਾਇੋਰਟੀ ਸੀਗੀ ਉਹ ਇਹ ਹੈਗੀ ਸੀਗੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ, ਕਿਉਂਕਿ ਜਦੋਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਦੇਖਦੇ ਹੈਗੇ ਆ ਸ਼ਰੀ ਉਹ ਇੱਕ ਨਵੇਂ ਜਿਹੜੇ ਇਮੀਗ੍ਰੈਂਟਸ ਆਏ ਆ ਉਹਨਾਂ ਦੀ ਜੇ ਸਕਸੈਸ ਸਟੋਰੀ ਦੇਖੀ ਜਾਵੇ ਉਹਦੇ ਵਿੱਚ ਵੱਡਾ ਰੋਲ ਅਦਾ ਹੋਇਆ ਉਹ ਹੋਇਆ ਵਾ ਪੇਰੈਂਟਸ ਦਾ। ਠੀਕ ਹੈ ਨਾ। ਉਹ ਅਸੀਂ ਕੀ ਕੀਤਾ ਕਿ ਜਦੋਂ ਕੰਜ਼ਰਵੇਟਿਵਸ ਇਨ ਪਾਵਰ ਸੀਗੇ ਤਾਂ ਉਹਨਾਂ ਨੇ ਇਹ ਕੈਟਾਗਰੀ ਨੂੰ ਆਲਮੋਸਟ ਖਤਮ ਕਰਨ ਦੀ ਕੋਸ਼ਿਸ਼ ਕੀਤੀ। 5,000 ਦੇ ਕਰੀਬ ਐਪਲੀਕੇਸ਼ਨਾਂ ਲੈਣ ਲੱਗੇ, 2 ਸਾਲ ਉਹਨਾਂ ਨੇ ਲਈਆਂ ਹੀ ਨਹੀਂ ਸੀਗੀਆਂ। ਸੋ ਉਹਨਾਂ ਨੇ ਕਾਫੀ ਵੱਡਾ ਬੈਕਲੌਗ ਕ੍ਰੀਏਟ ਕਰਕੇ ਚਲੇ ਗਏ। ਉਹਦੇ ਲਈ ਅਸੀਂ ਜੇ ਪਿਛਲੀ ਐਵਰੇਜ ਕੱਢੀ ਜਾਵੇ ਜਦੋਂ ਤੋਂ 2000 ਅਸੀਂ ਵਾਅਦਾ ਕੀਤਾ ਸੀ ਕਿ 5,000 ਦੀ ਬਜਾਏ 10,000 ਐਪਲੀਕੇਸ਼ਨਾਂ ਲਵਾਂਗੇ, ਉਹ ਤੋਂ ਅਸੀਂ ਜੇ ਅੱਜ ਤਾਈਂ ਐਵਰੇਜ ਕੱਢੀਏ 2015 ਤੋਂ ਅੱਜ ਦੀ ਤਾਂ ਅਸੀਂ 4 ਗੁਣਾ ਐਪਲੀਕੇਸ਼ਨਾਂ ਲਈਆਂ 20,000 ਦੇ ਕਰੀਬ। ਔਰ ਕੱਲੀ ਇਸ ਸਾਲ ਜਿਹੜੀ ਹੈਗੀਆਂ ਉਹ ਸਰੀ ਦੇ ਵਿੱਚ ਆ ਕੇ ਅਨਾਉਂਸਮੈਂਟ ਕਰਕੇ ਗਏ ਪਿੱਛੇ ਜੇ ਉਹਦੇ ਵਿੱਚ ਅਸੀਂ 30,000 ਐਪਲੀਕੇਸ਼ਨ ਜਿਹੜੀ ਆ ਉਹ ਸਪਟੈਂਬਰ 20 ਨੂੰ ਜਿਹੜੀ ਆ ਉਹ ਕੱਢਣੀ ਹੈਗੀ। ਪਰ ਉਹਦੇ ਵਿੱਚ ਐਪਲੀਕੇਸ਼ਨ ਉਹੀ ਨਿਕਲਣੀ ਹੁਣ 30,000 ਕਿਉਂਕਿ ਇਹ ਵੀ ਕੰਪਲੇਂਟ ਸੀ ਜੀ ਵੀ ਐਵਰੀ ਈਅਰ ਜਦੋਂ ਨਵੀਂ ਲਾਟਰੀ ਸਿਸਟਮ ਪੈਂਦਾ ਸੀ ਕਈ ਪਹਿਲੇ ਸਾਲ ਪਾਉਂਦੇ ਸੀ ਉਹਨਾਂ ਦਾ ਨੰਬਰ ਆ ਜਾਂਦਾ ਸੀ, ਕਈ ਸਾਲ ਤੋਂ ਪਾਉਂਦੇ ਸੀ ਉਹਨਾਂ ਦਾ ਨੰਬਰ ਨਹੀਂ ਸੀ ਆਉਂਦਾ। ਉਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੀ ਸਾਡੇ ਕੋਲ ਹੁਣ ਪਿਛਲੇ ਸਾਲ ਵਾਲੀ ਇਨਵੈਂਟੋਰੀ ਪਈ ਆ ਉਹਦੇ ਵਿੱਚੋਂ ਹੀ ਇਹ ਜਿਹੜੀ 30,000 ਐਪਲੀਕੇਸ਼ਨ ਆ ਉਹ ਲਈ ਜਾਊਗੀ। ਪਰ ਜੇਕਰ ਕਿਸੇ ਨੇ ਕੋਈ ਇਨਫੋਰਮੇਸ਼ਨ ਚੇਂਜ ਹੋ ਗਈ, ਐਡਰੈਸ ਚੇਂਜ ਹੋ ਗਿਆ, ਈਮੇਲ ਚੇਂਜ ਹੋ ਗਈ ਜਾਂ ਕੋਈ ਜਿਹੜਾ ਹੋਰ ਕੋਈ ਆਪਣੇ ਚੇਂਜ ਆਏ ਉਹ ਚੇਂਜ ਜਿਹੜੀ ਹੈਗੀ ਆ ਉਹ
ਅਪਡੇਟ ਜਿਹੜੀ ਹੈਗੀ ਆ ਉਹ ਕਰ ਸਕਦੇ ਨੇ। ਜੀ ਬਿਲਕੁਲ। ਸੋ ਪੈਰੈਂਟਸ ਔਰ ਗ੍ਰੈਂਡ ਪੈਰੈਂਟਸ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਵਾਸਤੇ ਅਰਜ਼ੀਆਂ ਨਿਕਲੀਆਂ ਨੇ। ਕੁਝ ਲੋਕ ਇਹ ਸਵਾਲ ਕਰ ਰਹੇ ਸੀਗੇ ਸੁਖ ਧਾਲੀਵਾਲ ਜੀ ਵੀ ਜਿਹੜਾ ਕੋਵਿਡ ਕਰਕੇ ਉਹਨਾਂ ਦੇ ਪਾਕਟ ਦੇ ਉੱਤੇ ਬੜੀ ਮਾਰ ਪਈ ਹੈ, ਵਿੱਤੀ ਤੌਰ ਦੇ ਉੱਤੇ ਉਹਨਾਂ ਨੂੰ ਕਾਫੀ ਘਾਟਾ ਪਿਆ। ਸੋ ਕਈ ਵਾਰੀ ਉਹ ਕਹਿੰਦੇ ਸੀ ਵੀ ਸਾਡੇ ਪੈਰੈਂਟਸ ਜਦੋਂ ਬੁਲਾਣੇ ਹੁੰਦੇ ਸਾਨੂੰ ਇੱਕ ਸ਼ੋਅ ਕਰਨਾ ਪੈਂਦਾ ਆਪਣਾ ਜਿਹੜਾ ਅਕਾਊਂਟ ਹੈ ਵੀ ਸਾਡੇ ਕੋਲ ਕਿੰਨੇ ਪੈਸੇ ਉਹਨਾਂ ਨੂੰ ਸੰਭਾਲ ਸਕਦੇ ਹਾਂ ਜਾਂ ਨਹੀਂ। ਸੋ ਇੱਦਾਂ ਦੀਆਂ ਦਿੱਕਤਾਂ ਵੀ ਆ ਰਹੀਆਂ ਨੇ। ਕਈਆਂ ਨੂੰ ਇਹ ਲੱਗਦਾ ਵੀ ਕੋਵਿਡ ਕਰਕੇ ਉਹਨਾਂ ਦੇ ਉੱਤੇ ਵਿੱਤੀ ਬਹੁਤ ਜ਼ਿਆਦਾ ਘਾਟਾ ਪਿਆ। ਸੋ ਉਹ ਹੁਣ ਕਿਵੇਂ ਆਪਣੀ ਇਸ ਚੀਜ਼ ਨੂੰ ਸੰਭਾਲਣਗੇ? ਕੀ ਸਰਕਾਰ ਇਸ ਚੀਜ਼ ਦਾ ਵੀ ਕੋਈ ਰਿਵਿਊ ਕਰੇਗੀ ਕਿ ਕਿਹੜੀ? ਬਿਲਕੁਲ, ਤੁਸੀਂ ਐਕਚੁਅਲੀ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ ਕਿ ਜਿਹੜੀ ਲਾਈਕੋ ਹੈਗੀ ਆ ਉਹ ਮੀਟ ਕਰਨੀ ਪੈਂਦੀ ਹੈਗੀ ਆ। ਹਰ ਇੱਕ ਡਿਪੈਂਡ ਕਰਦਾ ਵੀ ਕਿੰਨੇ ਫੈਮਿਲੀ ਦੇ ਮੈਂਬਰ ਹੋਣੇ, ਉਸ ਹਿਸਾਬ ਦੇ ਨਾਲ ਉਹ ਲਾਈਕੋ ਸੈੱਟ ਹੋਈ। ਉਹਦੇ ਵਿੱਚ ਇਹ ਸੀ ਕਿ ਤਾਂ ਲਾਈਕੋ ਮਿਨੀਮਮ ਜਿਹੜੇ ਸੀਗੀ ਅਮਾਊਂਟ ਉਹਦੇ ਉੱਤੇ 30% ਜਿਹੜਾ ਸੀਗਾ ਉਹ ਉੱਤੇ ਐਡ ਕਰ ਦਿੰਦੇ ਸੀਗੇ। ਪਰ ਹੁਣ ਜਿਹੜਾ ਹੈਗਾ 2020 ਦੇ ਵਿੱਚ 2021 ਦੇ ਵਿੱਚ ਉਹ ਜਿਹੜਾ 30% ਵਾਲੀ ਹੈਗੀ ਆ ਉਹਦੀ ਲੋੜ ਨਹੀਂ। ਸੋ ਉਹਦੀ ਦਰ ਜਿਹੜੀ ਘਟਾ ਕੇ ਉਹ ਫਿਰ ਥੱਲੇ ਹੋ ਜੂਗੀ ਜਿਸ ਤਰ੍ਹਾਂ ਤੁਸੀਂ ਕਿਹਾ ਵਿੱਤੀ ਤੌਰ ਤੇ। ਪਰ ਉਹਦੇ ਵਿੱਚ ਸਾਰੀ ਇਨਕਮ ਚਾਹੇ ਉਹ CERB ਬੈਨੀਫਿਟ ਸੀ, ਚਾਹੇ ਉਹ ਅਨਪਲੋਇਮੈਂਟ ਸੀ, ਚਾਹੇ ਮੈਟਰਨਿਟੀ ਬੈਨੀਫਿਟ ਸੀ, ਕੋਈ ਵੀ ਇਨਕਮ ਜਿਹੜੀ ਚਾਹੇ ਉਹਨਾਂ ਦੀ ਇੰਟਰਸਟ ਇਨਕਮ ਆ ਰਹੀ ਸੀਗੀ, ਰੈਂਟਲ ਇਨਕਮ ਆ ਰਹੀ, ਉਹ ਸਾਰੀ ਇਨਕਮ ਐਡ ਜਿਹੜੀ ਆ ਉਹਦੇ ਵਿੱਚ ਹੋਏਗੀ। ਪਰ ਉਹ ਜਿਹੜਾ 30% ਵਾਧੂ ਚਾਰਜ ਕਰਦੇ ਸੀਗੇ ਸਰਚਾਰਜ ਉਹਨੂੰ ਇਸ ਵੇਲੇ ਜਿਹੜਾ 2020 ਦੀ ਇਨਕਮ 'ਚ ਉਹ ਨਹੀਂ ਲਿਆ ਜਾਏਗਾ। ਸੋ ਜਿਹੜੇ ਬੈਨੀਫਿਟ ਦੀ ਤੁਸੀਂ ਗੱਲ ਕੀਤੀ ਹੈ ਜਿਵੇਂ CRB ਦੀ ਕਹੀ ਹੈ, ਕਈ ਲੋਕ ਅਜਿਹੇ ਨੇ ਜਿਨ੍ਹਾਂ ਨੂੰ CRB ਬੈਨੀਫਿਟ ਜਿਹੜਾ ਉਹ ਉਹਨਾਂ ਦਾ ਬੰਦ ਹੋ ਗਿਆ, ਪਹਿਲਾਂ ਮਿਲਦਾ ਸੀ ਉਹਦੇ ਕਰਕੇ ਸ਼ਾਇਦ ਟੈਕਸ ਇਸ਼ੂ ਕਰਕੇ। ਸੋ ਉਹਦੇ ਤੇ ਵੀ ਜ਼ਰੂਰ ਦੱਸਿਓ ਵੀ ਉਹਦੇ ਵਿੱਚ ਕਿਹੜੀ ਕੈਟਾਗਰੀ ਦੇ ਲੋਕ ਸ਼ਾਮਲ ਨੇ। ਕਾਲਰ ਆਪਣੇ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਲਾਈਵ ਸ਼ੋਅ ਚ ਕਾਲ ਕਰ ਸਕਦਾ? ਜੀ ਬਿਲਕੁਲ, ਲਾਈਵ ਸ਼ੋਅ ਦੇ ਵਿੱਚ ਤੁਸੀਂ ਕਾਲ ਕੀਤੀ ਹੈ। ਸੁਖ ਧਾਲੀਵਾਲ ਜੀ ਨਾਲ ਨੇ, ਕੀ ਕਹਿਣਾ ਚਾਹੋਗੇ? ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਸਰ ਤੇ ਸਤਿ ਸ਼੍ਰੀ ਅਕਾਲ ਮੈਮ। ਮੈਂ ਪੁੱਛਣਾ ਸੀਗਾ ਜਿੱਦਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਵਿੱਚ ਅਸੀਂ ਫਾਈਲ ਲਾਈ ਹੋਈ ਸੀਗੀ ਤੇ ਇਟਸ ਬੀਨ ਲਾਈਕ 2 years ਓਕੇ ਤੇ ਇਨ that between ਮੈਂ I lost my father too, ਪਰ 2 ਸਾਲ ਹੋ ਗਏ, 26 month ਹੋ ਗਏ, ਹਾਲੇ ਤੱਕ ਸਾਡੀ ਫਾਈਲ ਦੇ ਵਿੱਚ ਕੁਝ ਵੀ ਨਹੀਂ ਹੋਇਆ। I applied everything, ਉਸ ਤੋਂ ਬਾਅਦ ਹਾਲੇ ਤੱਕ ਇੰਨਾ ਬੈਕਲੌਗ ਆ ਕਿ ਹਾਲੇ ਤੱਕ ਸਾਡੀ ਫਾਈਲ ਦਾ ਅੱਗੇ ਕੋਈ ਪ੍ਰੋਸੈਸ ਹੀ ਨਹੀਂ ਕੁਝ ਹੋਇਆ। ਇਟਸ ਬੀਨ ਲਾਈਕ 26 month almost this month ਹੋ ਜਾਣੇ ਨੇ 13th ਨੂੰ। ਤੇ ਸਰ ਉਹਦੇ ਬਾਰੇ ਤੁਸੀਂ ਪਲੀਜ਼ ਕੁਝ ਹੈਲਪ ਕਰ ਸਕਦੇ ਆ? ਮੈਂ ਇੱਥੋਂ ਨਿਊਟਨ ਤੋਂ ਹੀ ਬੋਲਦਾ ਪਿਆ ਸੀਗਾ ਜੀ। ਦੇਖੋ, ਜਿੱਦਾਂ ਤੁਹਾਡਾ ਪਰਸਨਲ ਕੇਸ ਇਸ਼ੂ ਹੈਗਾ ਉਹ ਤੁਸੀਂ ਬਿਲਕੁਲ ਦਫ਼ਤਰ ਦੇ ਵਿੱਚ ਆ ਸਕਦੇ ਆ। ਦਫ਼ਤਰ 10 ਵਜੇ ਤੋਂ ਲੈ ਕੇ 4 ਵਜੇ ਤਾਈਂ ਪਬਲਿਕਲੀ ਮੰਡੇ ਟੂ ਫਰਾਈਡੇ ਜਿਹੜਾ ਹੈਗਾ ਉਹ ਡੋਰਜ਼ ਓਪਨ ਹੁੰਦੇ ਹੈਗੇ ਆ ਸਕਦੇ ਐਨੀ ਟਾਈਮ, ਵੈਲਕਮ। ਤੇ ਉਹਦੇ ਵਿੱਚ ਅਸੀਂ ਜਿਹੜੀ ਉਹਨਾਂ ਦੀ ਪਰਸਨਲ ਫਾਈਲ ਦੇ ਉੱਤੇ ਕੀ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਉਹਨਾਂ ਨੂੰ ਦੇ ਸਕਦੇ ਹਾਂ। ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ। ਪਰ ਇਨ ਜਨਰਲ ਜੇ ਦੇਖਿਆ ਜਾਵੇ ਤਾਂ ਜਦੋਂ ਪੇਰੈਂਟਸ ਪਹਿਲਾਂ ਸਪਾਊਸਲ ਕੇਸ ਦੀ ਗੱਲ ਕਰ ਲਈਏ, ਜਦੋਂ ਸਪਾਊਸਲ ਕੇਸ ਕੰਜ਼ਰਵੇਟਿਵ ਸੀ ਤਾਂ 3-3 4-4 ਸਾਲ ਲੱਗਦੇ ਸੀ। ਅਸੀਂ ਉਹਨੂੰ ਘਟਾ ਕੇ ਜਿਹੜਾ ਸੀਗਾ ਉਹਦੀ 13 ਮਹੀਨੇ ਤੇ ਵੇਟਿੰਗ ਲਿਸਟ ਲੈ ਕੇ ਆਂਦੀ। ਜਿਹੜੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਗੱਲ ਕਰਦੇ ਹੈਗੇ ਉਹ ਪਹਿਲਾਂ 7-7 ਸਾਲ ਲੱਗ ਜਾਂਦੇ ਸੀ, ਹੁਣ ਤਕਰੀਬਨ ਉਹ ਘਟਾ ਕੇ 3 ਸਾਲ ਦੇ ਕਰੀਬ ਆਇਆ। ਹੁਣ ਇਹਨਾਂ ਨੂੰ ਇਹ ਪਤਾ ਕਿ ਸਾਨੂੰ ਇੱਕ ਚੀਜ਼ ਹੋਰ ਵੀ ਮੱਦੇਨਜ਼ਰ ਰੱਖਣੀ ਪੈਣੀ ਕਿ ਪਿਛਲੇ ਮਾਰਚ ਤੋਂ ਲੈ ਕੇ ਅੱਜ ਤੱਕ ਤਾਂ ਕਈ ਅੰਬੈਸੀ ਜਿਹੜੀਆਂ ਨੇ ਹਜੇ ਵੀ ਬੰਦ ਪਈਆਂ ਹੈਗੀਆਂ। ਕੋਵਿਡ ਦੇ ਦੌਰਾਨ ਕਰਕੇ ਉਹ ਸਾਰਿਆਂ ਨੂੰ ਸਮੱਸਿਆ ਜਿਹੜੀ ਆ ਉਹ ਆਈ ਹੈਗੀ। ਪਰ ਇਹ ਨਹੀਂ ਕਿ ਉਹਨਾਂ ਦੀ ਫਾਈਲ ਤੇ ਕੁਛ ਹੋ ਨਹੀਂ ਰਿਹਾ। ਜਿਹੜੀ 26 ਮਹੀਨੇ ਪਹਿਲਾਂ ਉਹਨਾਂ ਦੀ ਡੇਟ ਹੈਗੀ ਉਹ ਫਾਈਲ, ਉਸ ਫਾਈਲ ਦੇ ਉੱਤੇ ਜਿਹੜਾ ਹੈਗਾ ਕੰਮ ਜਿਹੜਾ ਉਹ ਹੋ ਰਿਹਾ। ਹੁਣ ਅਸੀਂ ਕੀ ਕਰ ਰਹੇ ਹਾਂ, ਜਿਹੜੀਆਂ ਪੁਰਾਣੀਆਂ ਪੇਪਰ ਫਾਈਲਸ ਵੀ ਨੇ ਉਹਨੂੰ ਅਸੀਂ ਡਿਜੀਟਾਈਜ਼ ਕਰ ਰਹੇ ਹਾਂ ਤਾਂ ਕਿ ਇਕੱਲੀ ਇਹ ਨਾ ਹੋਵੇ ਕਿ ਉਹਦਾ ਫੈਸਲਾ ਇਕੱਲਾ ਦਿੱਲੀ, ਇਸਲਾਮਾਬਾਦ ਜਾਂ ਬੈਠੇ, ਉਹਦਾ ਫੈਸਲਾ ਕਿਤੇ ਵੀ ਬੈਠਾ ਜਿਹੜਾ ਹੈਗਾ ਵਾ, ਚਾਹੇ ਉਹ ਲੰਡਨ ਦੇ ਵਿੱਚ ਅੱਜ ਫੈਸਲਾ ਹੋ ਜਾਏ, ਚਾਹੇ ਉਹ ਫਾਈਲ ਜਿਹੜਾ ਦਿੱਲੀ ਦੀ ਫਾਈਲ ਹੋਵੇ ਉਹ ਆਟਵਾ 'ਚ ਵੀ ਪ੍ਰੋਸੈਸ ਹੋ ਸਕਦੀ। ਸੋ ਕੋਸ਼ਿਸ਼ ਸਾਡੀ ਜਿਹੜੀ ਜਾਰੀ ਹੈਗੀ ਆ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਿਹੜੇ ਆ ਉਹਨਾਂ ਦੀ ਫਾਈਲ ਜਲਦੀ ਪ੍ਰੋਸੈਸ ਜਿਹੜੀਆਂ ਉਹ ਕਰੀਏ। ਜੀ ਬਿਲਕੁਲ। ਤੁਹਾਡਾ ਹੋਰ ਕੋਈ ਸਵਾਲ ਹੈ ਜੀ? ਹਾਂਜੀ, ਨਹੀਂ ਮੈਂ ਉਹਦਾ ਵੀ ਸਰ ਥੈਂਕ ਯੂ ਕਹਿਣਾ ਚਾਹੁੰਦਾ। ਯੂ ਪਾਰਟੀ ਇਜ਼ ਡੂਇੰਗ ਗ੍ਰੇਟ। ਪੈਂਡੈਮਿਕ ਜਿੱਦਾਂ ਤੁਸੀਂ ਹੈਂਡਲ ਕੀਤਾ, ਦੈਟਸ ਰੀਲੀ ਐਪਰੀਸ਼ੀਏਟਡ। ਲਾਈਕ ਵੀ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਹੈਲਪ ਕਰ ਰਹੇ ਹੋ ਸਾਡੀ। ਪਰ ਉਹਦੇ ਕਈ ਵਾਰੀ ਐਂਜ਼ਾਈਟੀ ਹੋ ਜਾਂਦੀ ਹੈ ਬੰਦੇ ਨੂੰ ਵੀ ਇਟਸ ਆਲ ਲਾਈਕ 26 ਮੰਥ ਹੋ ਗਏ ਵੀ ਕੁਝ ਵੀ ਨਹੀਂ ਹੈ, ਐਟਲੀਸਟ ਕੁਝ ਤਾਂ ਚੱਲਦਾ ਰਹੇ ਤਾਂ ਥੋੜਾ ਜਿਹਾ ਬੰਦੇ ਨੂੰ ਬਿਲਕੁਲ ਦੇਖਣ ਨੂੰ ਲੱਗਦਾ ਹੈ ਕਿ ਹਨਾ ਚੱਲ ਰਿਹਾ ਹੌਲੀ ਹੌਲੀ। ਸੋ ਦੈਟਸ ਵਾਈ ਆਈ ਕਾਲਡ ਹਿਮ। ਥੈਂਕ ਯੂ ਸਰ ਫॉर ਯੂਰ ਆਨਸਰ। ਜੀ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹਾਂਜੀ, ਐਂਜ਼ਾਈਟੀ ਨਾ ਕਰੋ, ਕੋਈ ਐਂਜ਼ਾਈਟੀ ਵਾਲੀ ਗੱਲ ਨਹੀਂ। ਮੈਂ ਤੁਹਾਨੂੰ ਦੱਸਣਾ ਕਿ ਸਪਟੈਂਬਰ ਦੇ ਵਿੱਚ ਆਸ ਆ ਕਿ ਦਿੱਲੀ ਦਾ ਪੂਰਾ ਆਫਿਸ ਜਿਹੜਾ ਫੁੱਲ ਫਲੈਜ ਖੁੱਲ੍ਹ ਜੂ। ਇਸ ਵੇਲੇ ਦਿੱਲੀ ਦੇ ਵਿੱਚ ਆਫਿਸ ਖੁੱਲ੍ਹਾ ਪਰ ਓਨਲੀ 2
3 ਆਫਿਸਰ ਹੀ ਹੈਗੇ ਆ, ਉਹ ਸਿਰਫ ਤੇ ਸਿਰਫ ਜਿਹੜੀਆਂ ਐਸੈਂਸ਼ੀਅਲ ਐਮਰਜੈਂਸੀ ਫਾਈਲ ਆ ਉਹ ਤੇ ਐਕਟ ਕਰ ਰਹੇ ਆ। ਪਰ ਘਾਬਰਨ ਦੀ ਲੋੜ ਨਹੀਂ, ਕਿਉਂਕਿ ਅੱਗੇ ਜਿਹੜਾ ਜੇ 7 ਸਾਲਾਂ ਤੋਂ ਘਟਾ ਕੇ 3 ਸਾਲ ਤੇ ਲਿਆਂਦਾ, ਪਰ ਕੋਵਿਡ ਕਰਕੇ ਥੋੜੀ ਜੀ ਡਿਲੇ ਜ਼ਰੂਰ ਹੋਊਗੀ। ਪਰ ਇਹ ਵਾਅਦਾ ਹੈਗਾ ਕਿ ਅਸੀਂ ਵੱਧ ਤੋਂ ਵੱਧ ਸਟਾਫ ਜਿਹੜਾ ਅੱਗੇ ਹੋਰ ਨਵਾਂ ਹਾਇਰ ਕਰਕੇ ਇਹ ਚੀਜ਼ ਜਿਹੜੀ ਹੈਗੀ ਉਹਨੂੰ ਅਸੀਂ ਟਾਈਮ ਤੇ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਇੰਡੀਵਿਜੂਅਲ ਫਾਈਲ ਫਿਰ ਮੈਂ ਕਹਿੰਦਾ ਜੇ ਨਿਊਟਨ ਦੇ ਰੈਜ਼ੀਡੈਂਟ ਆ ਵੈਲਕਮ ਆਫਿਸ ਦੇ ਵਿੱਚ, ਤਾਂ ਆਫਿਸ ਦੇ ਵਿੱਚ ਤੁਹਾਡੇ ਕੋਲ ਆ ਕੇ ਆਪਣਾ ਰਿਵਿਊ ਕਰਵਾ ਸਕਦੇ ਨੇ ਕਿ ਕੀ ਚੱਕਰ ਹੈਗਾ, ਕੀ ਰੁਕੀ ਹੈ। ਠੀਕ ਹੈ ਧਾਲੀਵਾਲ ਸਰ, ਇੱਕ ਚੀਜ਼ ਹੋਰ ਹੈ ਕਿ ਨਿਊ ਪਰਮਾਨੈਂਟ ਰੈਜ਼ੀਡੈਂਟ ਡਿਜੀਟਲ ਇਨਟੇਕ ਟੂਲ, ਇਹਦੀ ਗੱਲ ਕੀਤੀ ਗਈ ਸੀ, ਇਹਦੇ ਬਾਰੇ ਮਾੜਾ ਜਿਹਾ ਦੱਸੋਗੇ ਵੀ ਕੀ ਹੁੰਦਾ ਹੈ, ਇਹਦੇ ਇਸ ਪ੍ਰੋਗਰਾਮ ਦੇ ਵਿੱਚ ਕੀ ਆਉਂਦਾ ਹੈ? ਕਿਸ ਤਰ੍ਹਾਂ ਜੀ ਮਾਰਕੋ ਮੈਨੀਚੇਨੋ ਨੇ ਜਿਸ ਤਰੀਕੇ ਨਾਲ ਐਲਾਨ ਕੀਤਾ ਸੀ ਉਹਦੇ ਵਿੱਚ ਨਿਊ ਪਰਮਾਨੈਂਟ ਰੈਜ਼ੀਡੈਂਟ ਡਿਜੀਟਲ ਇਨਟੇਕ ਟੂਲ, ਇਹਦੀ ਗੱਲ ਕੀਤੀ ਸੀ, ਇਹ ਕੀ ਹੈ? ਇਹ ਦੇਖੋ ਜਿਹੜੀਆਂ ਹੁਣ ਡਿਜੀਟਾਈਜ਼, ਜਿਸ ਤਰ੍ਹਾਂ ਪਹਿਲਾਂ ਕਿਹਾ ਨਾ ਵੀ ਕਿਉਂਕਿ ਹੁਣ ਜਿਹੜੀ ਐਵਰੀਥਿੰਗ ਅਸੀਂ ਡਿਜੀਟਾਈਜ਼ ਕਰ ਰਹੇ ਹੈਗੇ, ਐਪਲੀਕੇਸ਼ਨ ਨੂੰ ਡਿਜੀਟਾਈਜ਼ ਕਰਨ ਦੀ ਗੱਲ ਕਰਦੇ ਹੈਗੇ। ਉਹ ਕਿਉਂਕਿ ਅੱਗੇ ਕੀ ਸੀਗਾ ਕਿ ਹਰ ਚੀਜ਼ ਜਿਹੜੀ ਸੀ ਉਹ ਪੇਪਰ ਬੇਸ ਸੀਗੀ, ਉਹਦੇ ਉੱਤੇ ਟਾਈਮ ਵੀ ਲੱਗਦਾ ਸੀਗਾ। ਠੀਕ ਹੈ ਨਾ, ਹੁਣ ਹਰ ਇੱਕ ਚੀਜ਼ ਜਿਹੜੀ ਹੋਊਗੀ ਉਹ ਡਿਜੀਟਲ ਟੈਕਨੋਲੋਜੀ ਦੇ ਨਾਲ ਜਿਹੜੀ ਆ ਉਹ ਕੰਪੈਟੀਬਲ ਜਿਹੜੀ ਹੈਗੀ ਆ ਉਹ ਅਸੀਂ ਕਰ ਰਹੇ ਹੈਗੇ ਆ, ਜਿਹਦੇ ਨਾਲ ਪ੍ਰੋਸੈਸ ਵੀ ਫਾਸਟ ਹੋਊਗੀ, ਡਾਕੂਮੈਂਟਸ ਵੀ ਜਿਹੜੇ ਆ ਉਹ ਈਜ਼ੀਲੀ ਜਿਹੜੇ ਆ ਉਹ ਡਾਊਨਲੋਡ ਜਿਹੜੇ ਹੋ ਸਕੇ ਕਰਨਗੇ। ਬਿਲਕੁਲ। ਸੋ ਸੀਆਰਬੀ ਪ੍ਰੋਗਰਾਮ ਦੀ ਵੀ ਇੱਥੇ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਨ੍ਹਾਂ ਦਾ ਉਹ ਬੰਦ ਕੀਤਾ ਗਿਆ ਹੈ ਨਾ ਟੈਕਸ ਇਸ਼ੂ ਦੇ ਕਰਕੇ, ਸੋ ਉਹ ਆਪਾਂ ਗੱਲ ਕਰ ਰਹੇ ਸੀ ਵੀ ਬੈਨੀਫਿਟ ਦੇ ਵਿੱਚ ਉਹ ਜਿਹੜੇ ਆ ਉਹ ਵੀ ਆਉਂਦੇ ਨੇ। ਸੋ ਸੀਆਰਬੀ ਜਿਨ੍ਹਾਂ ਦਾ ਬੰਦ ਕੀਤਾ ਉਹ ਕਿਹੜੀ ਕੈਟਾਗਰੀ ਹੈ, ਉਹ ਕਿਹੜੇ ਲੋਕ ਨੇ? ਦੇਖੋ ਸੀਆਰਬੀ ਜਿਹੜੇ ਉਹ ਹੈਗੇ ਜਿਨ੍ਹਾਂ ਨੂੰ ਨੌਕਰੀ ਜਿਹੜੀ ਆ ਉਹ ਮਿਲ ਗਈ ਹੈਗੀ ਆ, ਠੀਕ ਹੈ ਨਾ, ਜਿਹੜੇ ਬੈਕ ਕੰਮਾਂ ਤੇ ਚਲੇ ਗਏ ਆ ਉਹਨਾਂ ਨੂੰ ਜਿਹੜਾ ਸੀਆਰਬੀ ਬੈਨੀਫਿਟ ਤਾਂ ਇਨਫੈਕਟ ਉਹ ਖਤਮ ਹੋ ਗਿਆ ਸੀ, ਉਹਦੇ ਤੋਂ ਅਸੀਂ ਜਿਹੜਾ ਸੀਗਾ ਇੰਪਲੋਇਮੈਂਟ ਇੰਸ਼ੋਰੈਂਸ ਉਹਨੂੰ ਜਿਹੜਾ ਸੀਗਾ ਉਹ ਜਿਹੜਾ ਬਦਲਤਾ ਸੀ $300 ਇਹ ਵੀਕ ਹੁਣ ਉਹਨਾਂ ਨੂੰ ਮਿਲ ਰਹੇ ਹੈਗੇ, ਬਜਾਏ ਕਿ ਅੱਗੇ 2000 ਮਿਲਦਾ ਸੀ, ਉਹ ਅਸੀਂ ਅਕਤੂਬਰ ਦੇ ਐਂਡ ਤੱਕ ਹੈਗਾ ਉਹਨਾਂ ਦਾ। ਠੀਕ ਹੈ ਨਾ, ਸਿਰਫ ਤੇ ਸਿਰਫ ਉਹ ਜਿਹੜੇ ਲੋਕ ਜਿਨ੍ਹਾਂ ਨੇ ਜਾਂ ਆਪਣਾ ਟੈਕਸ ਫਾਰਮ ਨਹੀਂ ਸੀ ਭਰੇ ਔਰ ਦੂਸਰਾ ਜਿਹੜੇ ਨੇ ਇਸ ਵੇਲੇ ਕੰਮਾਂ ਤੇ ਵਾਪਸ ਚਲੇ ਗਏ ਉਹਨਾਂ ਦੀ। ਬਿਲਕੁਲ। ਸੋ ਸਰਕਾਰ ਨੇ ਜਿਸ ਤਰੀਕੇ ਨਾਲ ਕਈ ਸਹੂਲਤਾਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਲਾਣੀਆਂ, ਖਾਸ ਕਰਕੇ ਜੁਲਾਈ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਮੌਕੇ ਸੀਗੇ ਜਦੋਂ ਬਹੁਤ ਸਾਰੇ ਜਿਹੜੇ ਹੈ ਲੋਕਾਂ ਦੇ ਵਾਸਤੇ ਜਿਹੜੀ ਹੈ ਐਲਾਨ ਕੀਤੇ ਹੈ ਫੈਡਰਲ ਗਵਰਨਮੈਂਟ ਨੇ। ਸੋ ਜਿਹਦੇ ਵਿੱਚ ਸਰੀ ਲੈਂਗਲੇ ਸਕਾਈ ਟ੍ਰੇਨ ਜਿਹੜਾ ਐਕਸਟੈਂਸ਼ਨ ਦਾ ਵੀ ਪ੍ਰੋਜੈਕਟ ਸ਼ਾਮਿਲ ਹੈ। ਸੋ ਉਸ ਪ੍ਰੋਜੈਕਟ ਬਾਰੇ ਜਾਣਨਾ ਚਾਹਾਂਗੇ, ਉਹਦਾ ਕੰਮ ਜਿਹੜਾ ਉਹ ਕਿੱਥੋਂ ਤੱਕ ਹੁਣ ਚੱਲ ਰਿਹਾ, ਕਿੰਨਾ ਕੁ ਸਿਰੇ ਲੱਗ ਚੁੱਕਿਆ? ਦੇਖੋ ਸਾਨੂੰ ਪਹਿਲਾਂ ਇਹ ਇਸ ਵੇਲੇ ਜ਼ਰੂਰੀ ਹੈ ਕਿਉਂਕਿ ਆਪਾਂ ਦੇਖ ਰਹੇ ਸੀ ਕੰਜੈਸ਼ਨ ਬਹੁਤ ਸੀ, ਕਿਉਂਕਿ ਸਰੀ ਦੇ ਵਿੱਚ ਤਕਰੀਬਨ ਜਿਹੜਾ ਸੀਗਾ ਕਾਫੀ ਜ਼ਿਆਦਾ ਕੰਜੈਸ਼ਨ ਜਿਹੜੀ ਸੀਗੀ ਉਹ ਪਾਈ ਜਾ ਰਹੀ ਸੀ। ਔਰ ਜਦੋਂ ਅਸੀਂ ਦੇਖਦੇ ਹਾਂ ਫਿਊਚਰ ਵੀ, ਜੇ ਅੱਜ ਅਸੀਂ ਦੇਖਣਾ ਹੈਗਾ ਤਾਂ ਸਾਨੂੰ ਲੈਂਗਲੀ ਫਰੇਜ਼ਰ ਵੈਲੀ ਜਿਹੜੀ ਹੈਗੀ ਉਹਨੂੰ ਅਸੀਂ ਸਰਵ ਕਰਨਾ ਹੈਗਾ, ਕਿਉਂਕਿ ਅਸੀਂ ਜਿਹੜਾ ਹੈਗਾ ਉਹ ਡਾਇਰੈਕਸ਼ਨ ਲੈਂਦੇ ਆ ਗ੍ਰਾਸ ਰੂਟਸ ਤੋਂ। ਪਹਿਲਾਂ ਜਿਹੜੀ ਸਿਟੀ ਕਾਉਂਸਲ ਸੀਗੀ ਆਪਣੇ ਸਿਟੀ ਆਫ ਸਰੀ ਦੀ, ਮੇਅਰ ਲਿੰਡਾ ਹੈਪਨਰ ਸੀਗੇ ਉਸ ਵੇਲੇ ਦੇ ਕਾਉਂਸਲ, ਉਹ ਕਹਿੰਦੇ ਸੀ ਅਸੀਂ ਜਿਹੜੀ LRT ਕੱਢਣੀ ਹੈਗੀ ਨਿਊਟਨ ਨੂੰ, ਅਸੀਂ ਪੈਸੇ ਜਿਹੜੇ ਸੀਗੇ ਬਣਦੇ ਜਿਹੜੇ ਸੀ ਉਹਨਾਂ ਨੂੰ ਦੇਤੇ। ਉਸ ਤੋਂ ਬਾਅਦ ਮੇਅਰ ਮਕੈਲਮ ਆਏ, ਇਹ ਕਹਿੰਦੇ ਜੀ ਅਸੀਂ ਪ੍ਰੋਜੈਕਟ ਸਾਡਾ ਠੱਪ, ਹੁਣ ਅਸੀਂ ਜਿਹੜੀ ਹੈਗੀ ਆ ਸਕਾਈ ਟ੍ਰੇਨ ਕੱਢਣੀ। ਹੁਣ ਜੇ ਸਕਾਈ ਟ੍ਰੇਨ ਉਸੇ ਖਰਚੇ ਨਾਲ ਕੱਢਦੇ ਸੀ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ 166 ਸਟੇਸ਼ਨ ਤਾਈਂ ਵੀ ਜਾਣੀ ਸੀ। ਸੋ ਅਸੀਂ ਜਿੰਨੇ ਵੀ ਸਰੀ ਦੇ MP ਜਾਂ BC ਦੇ MP ਸੀਗੇ, ਅਸੀਂ ਰਲ ਕੇ ਜਿਹੜਾ ਸੀਗਾ ਉਹ ਪ੍ਰਾਈਮ ਮਿਨਿਸਟਰ ਤੇ ਮਿਨਿਸਟਰ ਇਨਫਰਾਸਟ੍ਰਕਚਰ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਵੀ ਇਸ ਵੇਲੇ ਬਹੁਤ ਜ਼ਰੂਰੀ ਹੈਗਾ ਕਿ ਬਹੁਤ ਲੰਮਾ ਸਮਾਂ ਹੋ ਗਿਆ ਕਿ ਕਿੰਗ ਜੋਰਜ ਤੋਂ ਅੱਗੇ ਜਿਹੜੀ ਆ ਉਹ ਸਕਾਈ ਟ੍ਰੇਨ ਜਿਹੜੀ ਆ ਉਹ ਨਹੀਂ ਗਈ, ਤਾਂ ਕਿ ਜੇ ਡਿਵੈਲਪਮੈਂਟ ਅਸੀਂ ਫਰਦਰ ਜਿਹੜੀ ਈਸਟ ਲੈ ਕੇ ਜਾਣੀ ਹੈਗੀ ਆ ਤਾਂ ਜ਼ਰੂਰੀ ਸੀ। ਉਹਦੇ ਵਿੱਚ ਕੀ ਕੀਤਾ ਕਿ ਜੁਲਾਈ ਦੇ ਵਿੱਚ ਜਿਹੜਾ ਹੈ ਪ੍ਰਾਈਮ ਮਿਨਿਸਟਰ $1.3 ਬਿਲੀਅਨ ਇਨਵੈਸਟ ਕਰਿਆ ਸੀ ਲੈਂਗਲੀ ਸਿਟੀ ਤੱਕ ਜਿਹੜੀ ਹੈਗੀ 16 ਕਿਲੋਮੀਟਰ ਦੀ ਲਾਈਨ ਜਿਹੜੀ ਸਕਾਈ ਟ੍ਰੇਨ ਦੀ ਵਿਸ਼ੂ, ਜਿਹਦੇ ਕਰਕੇ ਤਕਰੀਬਨ 3000 ਨਵੀਆਂ ਜੌਬਸ, এনवायरमेंट ਦੇ ਵਿੱਚ ਵੀ ਉਹਦਾ ਫਾਇਦਾ, ਤਕਰੀਬਨ 60000 ਤੋਂ ਲੈ ਕੇ 70000 ਤੱਕ ਯਾਤਰੀ ਐਵਰੀ ਡੇ ਜਿਹੜਾ ਉਹਦੇ ਵਿੱਚ ਟਰੈਵਲ ਜਿਹੜਾ ਉਹ ਕਰ ਸਕਣਗੇ, ਔਰ 25000 ਤੋਂ 30000 ਉਹ ਯਾਤਰੀ ਹੋਣਗੇ ਐਵਰੀ ਡੇ ਜਿਨ੍ਹਾਂ ਨੇ ਕਦੇ ਵੀ ਜਿਹੜੀ ਆ ਸਕਾਈ ਟ੍ਰੇਨ ਉਹ ਨਹੀਂ ਲਈ। ਠੀਕ ਹੈ ਜੀ, ਜਿਹੜੇ ਕਾਲਰ ਹੁਣ ਕਾਲ ਕਰ ਰਹੇ ਸੀਗੇ ਗਰੇਵਾਲ ਜੀ, ਉਹ ਦੁਬਾਰਾ ਕਾਲ ਕਰ ਸਕਦੇ ਨੇ। ਜਿਸ ਤਰੀਕੇ ਨਾਲ ਆਪਾਂ ਧਾਲੀਵਾਲ ਸਰ ਗੱਲ ਕਰ ਰਹੇ ਸੀਗੇ ਵੀ ਸਕਾਈ ਟ੍ਰੇਨ ਸਟੇਸ਼ਨ ਜਿਹੜਾ ਹੈ ਹੁਣ ਇਹਨੂੰ ਕਾਫੀ ਈਜ਼ ਹੋ ਰਿਹਾ ਹੈ। ਇਹ ਜਿਹੜੇ ਆਮ ਲੋਕ ਨੇ, ਜਿਹੜੇ ਲੋਕਲ ਨੇ, ਜਿਨ੍ਹਾਂ ਨੂੰ ਵਾਕਈ ਸਕਾਈ ਟ੍ਰੇਨ ਸਟੇਸ਼ਨ ਦੀ ਲੋੜ ਵੀ ਹੈ, ਜਿਨ੍ਹਾਂ ਨੇ ਹਰ ਦਿਨ ਸਫ਼ਰ ਕਰਨਾ ਹੁੰਦਾ ਹੈ, ਉਹ ਕਿੰਨਾ ਕੁ ਲੋਕਾਂ ਨੂੰ ਆਸਾਨੀ ਹੋ ਜਾਏਗੀ ਇਸ ਪ੍ਰੋਜੈਕਟ ਦਾ ਜਿਹੜਾ ਉਹ ਕੰਪਲੀਟ ਹੋਣ ਨਾਲ? ਬਹੁਤ ਵੱਡੀ ਆਸਾਨੀ। ਇਕੱਲੀ ਇਹ ਪ੍ਰੋਜੈਕਟ ਨਹੀਂ, ਇਕੱਲਾ ਦੇਖੋ ਕਿੰਗ ਜੋਰਜ ਤੋਂ ਲੈਂਗਲੀ ਸਿਟੀ ਦਾ ਤਾਂ ਜਾਣਾ ਨਾਲ ਹੀ ਜਿਹੜਾ ਸਟੇਸ਼ਨ ਹੈਗਾ ਜਿਹੜੀ ਮਿਲੀਨੀਅਮ ਲਾਈਨ ਕੈਨੇਡਾ ਲਾਈਨ ਉਹ ਯੂਨੀਵਰਸਿਟੀ UBC ਤੱਕ ਚਲੇ ਜਾਣੀ, ਔਰ ਇਹਦਾ ਵੱਡਾ ਫਾਇਦਾ ਜਿਹੜਾ ਉਹ ਸਟੂਡੈਂਟਸ ਨੂੰ ਵੀ ਹੋਣਾ। ਔਰ ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਤਕਰੀਬਨ ਜਿਹੜੇ
25% ਦੇ ਕਰੀਬ ਯਾਤਰੀ ਹੋਣਗੇ, 30% ਦੇ ਉਹਨਾਂ ਨੇ ਕਦੇ ਵੀ ਜਿਹੜੀ ਆ ਉਹ ਸਕਾਈ ਟ੍ਰੇਨ ਜਿਹੜੀ ਆ ਉਹ ਨਹੀਂ ਸੀ ਲਈ। ਸੋ ਉਹਦੇ ਨਾਲ ਕੀ ਹੋਊਗਾ, ਕਾਰਾਂ ਵੀ ਘੱਟ ਜਾਣਗੀਆਂ ਔਰ ਜਿਹੜਾ ਸਫ਼ਰ ਆ, ਤੁਸੀਂ ਕਿਹਾ ਕਿਉਂ, ਜਿਹੜਾ 45 ਮਿੰਟ ਜਿੱਥੇ ਲੱਗਣੇ ਸੀਗੇ ਉੱਥੇ ਹੁਣ ਜਿਹੜਾ ਸਫ਼ਰ ਹੋਊਗਾ ਉਹਨਾਂ ਦਾ ਉਹ 20-22 ਮਿੰਟ 'ਚ ਮੁੱਕ ਜਾ ਕਰੂ। ਸੋ ਹੁਣ ਇਹਦੇ ਨਾਲ ਇਨਕਰੇਜਮੈਂਟ ਜਿਹੜੀ ਆ ਉਹ ਹੋਰ ਹੋਊ। ਉਹਦੇ ਉੱਤੇ 3 ਜਿਹੜੇ ਬੱਸ ਲੂਪ ਵੀ ਬਣਾਏ ਜਾਣਗੇ, 8 ਡਿਫਰੈਂਟ ਸਟੇਸ਼ਨ ਜਿਹੜੇ ਆ ਉਹ ਵੀ ਬਣਾਏ ਜਾਣੇ ਆ ਜੀ। ਹਾਂਜੀ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? MP ਧਾਲੀਵਾਲ ਜੀ ਆਪਣੇ ਨਾਲ ਨੇ। ਹਾਂਜੀ, ਮੇਰਾ ਕੁਐਸਚਨ ਸੀ ਨਾ ਜੀ, ਦੱਸੋ ਜੀ। ਜੀ ਹਾਂਜੀ, ਤੁਸੀਂ ਬੋਲ ਸਕਦੇ ਹੋ ਜੀ, ਦੱਸੋ ਕੁਐਸਚਨ ਕੀ ਹੈ ਤੁਹਾਡਾ? ਹਾਂਜੀ, ਕੁਐਸਚਨ ਮੇਰਾ ਸੀਗਾ ਜੀ ਬਈ ਇਹ ਜਿਹੜੇ ਸਾਰੇ ਬੈਨੀਫਿਟਸ ਦੇ ਰਹੇ ਨੇ ਸਾਰਾ ਕੁਝ, ਬਈ ਇਹ ਰੈਵਨਿਊ ਕਿੱਥੋਂ ਜਨਰੇਟ ਕਰਨਗੇ, ਪੈਸਾ ਕਿੱਥੋਂ ਆਊਗਾ ਸਾਰਾ ਜਿਹੜਾ ਟੈਕਸ ਇਹਨਾਂ ਵਾਸਤੇ ਜੀ, ਤੇ ਆਪਣਾ ਇਹਨਾਂ ਦਾ ਕੀ ਹੈ? ਹਾਂ, ਇਹੀ ਪੁੱਛਣ, ਚਲੋ ਇਹਨਾਂ ਹੀ। ਠੀਕ ਹੈ ਜੀ, ਬਿਲਕੁਲ ਆਪਾਂ ਕਰਦੇ ਹਾਂ ਇਸ ਤੇ ਗੱਲ ਜੀ। ਸੁਖ ਧਾਲੀਵਾਲ ਜੀ, ਜਦੋਂ ਆਪਾਂ ਪੈਂਡੈਮਿਕ ਦੀ ਗੱਲ ਕਰਦੇ ਹੈਗੇ ਉਹਦੇ ਵਿੱਚ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਇਹ ਸੀਗੀ ਕਿ ਜਿਹੜੇ ਕੈਨੇਡੀਅਨਸ ਹੈਗੇ ਨੇ ਪਹਿਲਾਂ ਉਹਨਾਂ ਦੀ ਹੈਲਥ ਜਿਹੜੀ ਆ ਉਹ ਸੇਫ ਰੱਖੀ, ਠੀਕ ਹੈ ਨਾ। ਉਹ ਜੇ ਅੱਜ ਅਸੀਂ ਉਸ ਵੇਲੇ, ਫਿਰ ਦੂਸਰਾ ਇਹ ਸੀ ਵੀ ਹਰੇਕ ਇਨਸਾਨ ਦੇ ਕੋਲ ਜਿਹੜਾ ਵਾ ਉਹ ਛੱਤ ਰਹਿਣ ਲਈ ਜ਼ਰੂਰੀ ਆ ਔਰ ਉਹਦੇ ਖਾਣ ਲਈ ਭੋਜਨ ਜਿਹੜਾ ਉਹ ਹੋਣਾ ਜ਼ਰੂਰੀ ਸੀਗਾ, ਠੀਕ ਹੈ ਨਾ। ਇਹਨਾਂ ਨੇ ਇਹ ਗੱਲ ਕੀਤੀ, ਕੀ ਹੋਣਾ ਸੀਗਾ, ਅਸੀਂ ਉਸ ਚੀਜ਼ ਦੇਖੋ, ਜਾਂ ਤਾਂ ਲੋਕ ਆਪੋ ਆਪਣੇ ਕਾਰਡਾਂ ਤੇ, ਕ੍ਰੈਡਿਟ ਕਾਰਡਾਂ ਤੇ ਜਿਹੜਾ ਸੀਗਾ ਉਹ ਪੈਸੇ ਚਾੜਦੇ, ਠੀਕ ਹੈ ਨਾ। ਉਹਦਾ ਕੀ ਹੋਣਾ ਸੀ, 18 ਤੋਂ 24% ਇੰਟਰਸਟ ਜਿਹੜਾ ਸੀ ਲੋਕਾਂ ਨੂੰ ਦੇਣਾ ਪੈਣਾ ਸੀ, ਉਹਦੇ ਨਾਲ ਜਿਹੜਾ ਸੀ ਲੋਕਾਂ ਨੇ ਜਮ੍ਹਾਂ ਦੱਬ ਜਾਣਾ ਸੀ। ਹੁਣ ਜਿਹੜਾ ਗੌਰਮੈਂਟ, ਕਿਉਂਕਿ ਗੌਰਮੈਂਟ ਦੀ ਰੇਟਿੰਗ ਜਿਹੜੀ ਸੀਗੀ ਉਹ AAA ਰੇਟਿੰਗ ਹੋਣ ਕਰਕੇ ਜਿਹੜਾ ਵਾ ਆਲਮੋਸਟ ½ % ਤੋਂ ਵੀ ਥੱਲੇ 0% ਦੇ ਨੂੰ ਇੰਟਰਸਟ ਰੇਟ ਦੇ ਉੱਤੇ ਜਿਹੜਾ ਉਹ ਪੈਸਾ ਮਿਲਿਆ, ਉਹ ਜਿਹੜਾ ਸੀ ਉਹ ਕੈਨੇਡੀਅਨ ਦੇ ਵਿੱਚ ਜਿਹੜਾ ਸੀ ਉਹ ਇਨਵੈਸਟ ਕੀਤਾ, ਚਾਹੇ ਉਹ CERB ਬੈਨੀਫਿਟ ਸੀ, ਚਾਹੇ ਉਹ ਸਟੂਡੈਂਟਸ ਨੂੰ ਪੈਸੇ ਦਿੱਤੇ ਗਏ, ਚਾਹੇ ਉਹ ਜਿਹੜੇ ਸੀਗੇ ਬਿਜ਼ਨਸ ਨੂੰ ਪੈਸੇ ਦਿੱਤੇ ਗਏ। ਹੁਣ ਜਿਹੜਾ ਅੱਗੇ ਸਾਡਾ ਹੈਗਾ ਉਹ ਇਹ ਹੈਗਾ, ਕਿਉਂਕਿ ਦੇਖੋ ਅਸੀਂ ਬਿਫੋਰ ਕੋਵਿਡ ਦੇ ਵਿੱਚ ਗਏ ਹੈਗੇ ਆ ਇਸ ਸਿਚੁਏਸ਼ਨ। ਕੈਨੇਡਾ ਦੀ ਇਕਨੋਮੀ ਉਦੋਂ ਬਹੁਤ ਵਧੀਆ ਸੀ, ਸਾਡੀ ਫਾਈਨੈਂਸ਼ੀਅਲ ਰੇਟਿੰਗ ਜਿਹੜੀ ਸੀ ਬਹੁਤ ਵਧੀਆ ਸੀ। ਹੁਣ ਹੈਗਾ ਕਿ ਮੂਵਿੰਗ ਫਾਰਵਰਡ ਜਿਹੜਾ ਹੈਗਾ ਅਸੀਂ ਨੰਬਰ 1 ਜਿਹੜਾ ਹੈਗਾ, ਜਿਹੜੀਆਂ ਮਿਲੀਅਨ ਜੌਬ ਜਿਹੜੀਆਂ ਗੁਆਚੀਆਂ ਸੀਗੀਆਂ ਜੀ, ਠੀਕ ਹੈ ਨਾ, ਉਹ ਲੋਕਾਂ ਦੀਆਂ ਉਹ ਅਸੀਂ ਕਿਸ ਤਰੀਕੇ ਦੇ ਨਾਲ ਉਹ ਕ੍ਰੀਏਟ ਕਰਨੀ ਹੈ, ਸਾਡਾ ਫੋਕਸ ਉੱਥੇ ਲੱਗਿਆ ਹੋਇਆ। ਉਸ ਤੋਂ ਬਾਅਦ ਹੈਗਾ ਨਿਊ ਇਨੋਵੇਟਿਵ ਟੈਕਨੋਲੋਜੀ ਜਿਹੜੀਆਂ ਲੈ ਕੇ ਆਉਣੀਆਂ ਤਾਂ ਕਿ ਜਿਹੜਾ ਕੈਨੇਡਾ ਤੇ ਸਾਡੇ ਬਿਜ਼ਨਸ ਹੋਰ ਪ੍ਰੋਸਪਰਸ ਕਰਨ ਤੇ ਟੈਕਸ ਜਿਹੜੇ ਵਾਪਸ ਕੈਨੇਡਾ ਨੂੰ ਆਉਣ, ਜਿਹਦੇ ਕਰਕੇ ਜਿਹੜੇ ਇਹ ਗੱਲ ਕਰਦੇ ਹੈਗੇ ਉਹਦੇ ਵਿੱਚ ਜਿਹੜੀ ਉਹ ਸਹਾਇਤਾ ਹੋਵੇ। ਜੀ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਗੱਲ ਕਰਨੀ ਹੈ ਤੇ ਜੀ ਸੁਖ ਧਾਲੀਵਾਲ ਨਾਲ। ਜੀ ਸੁਖ ਧਾਲੀਵਾਲ ਜੀ ਸਾਡੇ ਨਾਲ ਨੇ, ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬੋਲੋ ਜੀ। ਮੈਂ ਹੋਰ ਮੁੱਦੇ ਦੀ ਗੱਲ ਕਰ ਸਕਦਾ ਕਿ ਇਸੇ ਮੁੱਦੇ ਦੀ ਗੱਲ ਕਰਾਂ? ਤੁਸੀਂ ਇਸ ਟੌਪਿਕ ਤੇ ਗੱਲ ਕਰ ਲਓ, ਬਾਕੀ ਦੱਸੋ ਕੀ ਤੁਹਾਡਾ ਮੁੱਦਾ ਹੈ? ਜਿੱਦਾਂ ਨਾ ਆਪਣੇ ਅਫਗਾਨਿਸਤਾਨ ਤੋਂ ਬੰਦੇ ਬਹੁਤ ਲਿਆਂਦੇ ਆ, ਵੀ ਵੈਲਕਮ ਕੀਤਾ ਉਹਨਾਂ ਦਾ, ਚਲੋ ਬਹੁਤ ਵਧੀਆ ਗੱਲ ਕੀਤੀ ਗਵਰਨਮੈਂਟ ਨੇ ਜੀ। ਜਿਹੜੇ ਹੁਣ ਆਪਾਂ ਇੱਥੇ ਜਿਹੜੇ ਸਟੂਡੈਂਟ ਆਏ ਹੋ, ਸਟੂਡੈਂਟ ਨੇ ਵਰਕ ਪਰਮਿਟ ਤੇ 4 ਸਾਲ ਆਇਆ ਨੂੰ ਹੋ ਗਿਆ ਉਹਨਾਂ ਨੂੰ, ਉਹ ਟੈਕਸ ਕਟਾਉਂਦੇ ਆ। ਕੈਨੇਡਾ ਦੇ ਰੂਲ ਬਾਰੇ ਪਤਾ ਹੈ, ਸਿਰਫ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਜਿਹੜੇ ਹੁਣ ਅਫਗਾਨਿਸਤਾਨ ਤੋਂ ਆਏ ਉਹਨਾਂ ਦਾ ABC ਵੀ ਨਹੀਂ ਪੜ੍ਹਨੀ ਆਉਂਦੀ, ਉਹ ਵੀ ਸੱਦੇ ਹੀ ਆ। ਪਹਿਲਾਂ ਇੱਥੇ ਤਾਂ ਬੰਦੇ ਪੱਕੇ ਕਰ ਲੈਣ, ਹੋਰ ਫੇਰ ਬਾਅਦ ਚ ਲੈ ਆਉਣ ਜੀ। ਠੀਕ ਹੈ ਜੀ, ਯਾਨੀ ਕਿ ਮੈਂ ਇਸ ਕੁਐਸਚਨ ਸਾਹਮਣੇ ਮੈਂ ਇਹਨਾਂ ਦਾ ਆਨਸਰ ਦਿੰਦਾ। ਬਿਲਕੁਲ ਠੀਕ ਹੈ ਜੀ, ਥੈਂਕ ਯੂ ਜੀ। ਸਾਨੂੰ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਇਹ ਜਿਹੜਾ ਕੁਐਸਚਨ ਇਹਨਾਂ ਨੇ ਰੇਜ਼ ਕੀਤਾ ਹੈਗਾ। ਉਹਦੇ ਵਿੱਚ ਇਹ ਹੈਗਾ ਕਿ ਵੱਖੋ ਵੱਖਰੀਆਂ ਸਟਰੀਮਸ ਹੈਗੀਆਂ, ਜਿਹੜੀ ਕੈਨੇਡਾ ਦੀਆਂ ਕੁਛ ਨਾ ਕੁਛ ਇੰਟਰਨੈਸ਼ਨਲ ਆਬਲੀਗੇਸ਼ਨਸ ਵੀ ਹੈਗੀਆਂ, ਜਿਹਦੇ ਵਿੱਚ ਚਾਹੇ ਉਹ ਅੱਜ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਤੇ ਪਹਿਲਾਂ ਹਿੰਦੂ ਜਿਹੜੇ ਹੋਏ ਫਸੇ ਸੀ ਉਹਨਾਂ ਨੂੰ ਲੈ ਕੇ ਆਉਣ ਦੀ ਗੱਲ ਕਰ ਲਈਏ, ਚਾਹੇ ਜਿਹੜੇ ਇੰਟਰਪ੍ਰੇਟਰ ਜਿਹੜੇ ਉਸ ਵੇਲੇ ਮਦਦ ਕਰਦੇ ਸੀ ਉਹਨਾਂ ਨੂੰ ਗੱਲ ਕਰਨ। ਸੋ ਇਹ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਇਨਫੈਕਟ ਵੀ ਟੇਕ ਏ ਪ੍ਰਾਈਡ, ਮਾਣ ਮਹਿਸੂਸ ਕਰਦੇ ਹਾਂ ਕਿ ਜਿਹੜੇ ਸਿੱਖ ਤੇ ਹਿੰਦੂ ਅਫਗਾਨਿਸਤਾਨ 'ਚ ਫਸੇ ਸੀਗੇ, ਉਹ ਬਹੁਤ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ। ਮਨਮੀਤ ਭੁੱਲਰ ਸੀ ਜਿਨ੍ਹਾਂ ਨੇ ਇਹ ਸ਼ੁਰੂ ਕੀਤੀ ਸੀਗੀ, ਅੱਜ ਉਹ ਸਾਡੇ 'ਚ ਨਹੀਂ, ਪਰ ਉਹ ਜਿਹੜਾ ਸੀਗਾ ਅਸੀਂ ਕਾਰਜ ਉਹ ਪੂਰਾ ਕੀਤਾ। ਹਜੇ ਅੱਗੇ ਹੋਰ ਜਿਹੜਾ ਉਹ ਕਰਨ ਵਾਲਾ। ਪਰ ਹੁਣ ਇਹਨਾਂ ਨੇ ਗੱਲ ਕੀਤੀ ਸਟੂਡੈਂਟਸ ਦੀ, ਮੈਂ ਇਹਨਾਂ ਨੂੰ ਰਿਮਾਈਂਡ ਕਰਾ ਦੇਵਾਂ ਵੀ ਉਸੇ ਕਰਕੇ ਜਿਹੜਾ ਹੈਗਾ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਪੱਕੇ ਕਰ ਦਿਓ। ਸ਼ਾਇਦ ਉਹਨਾਂ ਨੇ ਮੇਰੀ ਗੱਲ ਪਹਿਲਾਂ ਨਹੀਂ ਸੁਣੀ ਹੋਣੀ, ਜਿਹਦੇ ਵਿੱਚ ਮੈਂ ਦੱਸ ਕੇ ਗਿਆ ਵੀ 27,232 ਐਪਲੀਕੇਸ਼ਨ ਜਿਹੜੀਆਂ ਲਈਆਂ, ਉਹਦੇ ਵਿੱਚ ਉਹ ਸਟੂਡੈਂਟਸ ਦੀ ਜਿਨ੍ਹਾਂ ਦੀ ਇਹ ਗੱਲ ਕਰਦੇ ਆ, ਅਸੀਂ ਉਹਨਾਂ ਲਈ ਕੀ ਕੀਤਾ ਸੀ,
400 ਕੁਛ ਪੁਆਇੰਟ ਦੀ ਬਜਾਏ 75 ਪੁਆਇੰਟ ਲੈ ਲਏ ਬਈ ਜਿਹੜੇ ਨੇ ਨਾ ਵੀ ਐਕਸਪੀਰੀਅੰਸ ਹੋਵੇ 30 ਸਾਲ ਤੋਂ ਥੱਲੇ ਉਮਰ ਹੀ ਆ ਉਹ ਜਿਹੜਾ ਸੀਗਾ 1 ਸਾਲ ਦਾ ਐਕਸਪੀਰੀਅੰਸ ਵਾਲਾ ਉਹ ਪੱਕਾ ਉਹਦੇ ਵਿੱਚ ਹੋ ਸਕਦਾ ਸੀ। ਤੋ ਇਹਦੇ ਵਿੱਚ 27000 ਤਾਂ ਉਹ ਹੋ ਗਿਆ ਸਟੂਡੈਂਟ। ਉਸ ਤੋਂ ਬਾਅਦ ਫਿਰ ਅਸੀਂ 90000 ਐਪਲੀਕੇਸ਼ਨ ਜਿਹੜੀ ਹੋਰ ਕੱਢੀ, ਉਹਦੇ ਵਿੱਚ 40000 ਸਿਰਫ ਤੇ ਸਿਰਫ ਉਹ ਸਟੂਡੈਂਟਸ ਲਈ ਸੀ। ਇਹ ਤਾਂ 4 ਸਾਲ ਦੇ ਐਕਸਪੀਰੀਅੰਸ ਦੀ ਗੱਲ ਕਰਦੇ ਜਿਹਦਾ ਜਮਾ ਹੀ ਐਕਸਪੀਰੀਅੰਸ ਨਹੀਂਗਾ, ਪਿਛਲੇ 3 ਸਾਲਾਂ 'ਚ ਗ੍ਰੈਜੂਏਟ ਹੋਇਆ ਹੋਵੇ, ਉਹ ਸਟੂਡੈਂਟ ਪੱਕਾ ਕੀਤਾ, ਉਹ ਮਤਲਬ ਉਹਦੀ ਐਪਲੀਕੇਸ਼ਨ ਲੈ ਲਈ। ਉਸ ਤੋਂ ਬਾਅਦ ਫਿਰ ਇਹ ਸੀ ਵੀ ਜਿਹੜੀਆਂ 30000 ਐਪਲੀਕੇਸ਼ਨ ਐਸੈਂਸ਼ੀਅਲ ਵਰਕਰਸ ਲਈ ਸੀ, ਫਾਰਮ ਵਰਕਰ ਤੋਂ ਲੈ ਕੇ ਪ੍ਰੋਫੈਸ਼ਨਲ ਤੱਕ, ਜਦੋਂ ਉਹ ਵੀ ਦੇਖਿਆ ਕੈਟਾਗਰੀ ਨਹੀਂ ਭਰੀ ਤਾਂ ਉਹਦੇ ਵਿੱਚ ਵੀ ਅਸੀਂ ਫਿਰ ਸਟੂਡੈਂਟਸ ਨੂੰ ਰਾਹਤ ਦਿੱਤੀ ਵੀ ਜਿਹੜੇ ਹਜੇ ਸਟੂਡੈਂਟ ਗ੍ਰੈਜੂਏਟ ਵੀ ਨਹੀਂ ਹੋਏ, ਉਹ ਪੜ੍ਹ ਰਹੇ ਨੇ ਪਰ ਉਹ ਫੀਲਡਸ ਦੇ ਵਿੱਚ ਨੌਕਰੀ ਕਰ ਰਹੇ ਨੇ ਜਿਹਦੇ 1200 ਜਾਂ 1550 ਘੰਟੇ, ਜਿੰਨੇ 1550 ਮੇਰੇ ਖਿਆਲ ਘੰਟੇ ਹੈਗੇ, ਉਹਨਾਂ ਨੇ ਜੇ ਉਹ ਕੰਮ ਕਰ ਲਿਆ ਵਾ ਤਾਂ ਉਹਨਾਂ ਨੂੰ ਵੀ ਐਪਲੀਕੇਸ਼ਨ। ਤੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਐਗਜ਼ਾਮਪਲ, ਪਰਫੈਕਟ ਐਗਜ਼ਾਮਪਲ ਮੈਂ ਦੱਸੀ ਆ ਕਿ ਸਾਡੇ ਕੰਮ ਤੇ ਇੱਕ ਬੱਚਾ ਕੰਮ ਕਰ ਰਿਹਾ, ਸਟੂਡੈਂਟ ਆ ਉਹ, ਹਜੇ ਉਹ ਗ੍ਰੈਜੂਏਟ ਨਹੀਂ ਹੋਇਆ, ਉਹ 4 ਸਾਲ ਲਗਾਤਾਰ ਕੰਮ ਕਰਦਾ, ਉਹਦੀ ਐਪਲੀਕੇਸ਼ਨ। ਸੋ ਐਸੀ ਸਮੱਸਿਆ ਜਿਹੜੀ ਹੈਗੀ ਆ ਉਹ ਬਾਹਰ ਬੈਠਿਆਂ ਨੂੰ ਬੜੀ ਵੱਡੀ ਸਮੱਸਿਆ ਲੱਗਦੀ, ਪਰ ਜਦੋਂ ਅਸੀਂ ਦੇਖ ਰਹੇ ਹਾਂ ਉਹ ਸਮੱਸਿਆ ਜਿਹੜੀ ਸੋਲਵ ਕਰਨ ਲਈ ਗਵਰਨਮੈਂਟ ਨੇ ਬਣਦੇ ਕਦਮ ਚੱਕੇ ਆ। ਜੇ ਫਿਊਚਰ 'ਚ ਵੀ ਚੱਕਣੇ ਪੈਣਗੇ ਉਹ ਵੀ ਚੱਕਾਂਗੇ। ਜੀ ਬਿਲਕੁਲ। ਸੋ ਮੇਰਾ ਸਕਾਈ ਟ੍ਰੇਨ ਦੀ ਅਸੀਂ ਗੱਲ ਕਰ ਰਹੇ ਸੀਗੇ, ਉਹਦੇ 'ਚ ਮੇਰਾ ਇੱਕ ਲਾਸਟ ਸਵਾਲ ਇਹ ਹੈ ਧਾਲੀਵਾਲ ਜੀ ਕਿ ਠੀਕ ਹੈ ਸਰਕਾਰ ਆਪਣੇ ਤੌਰ ਦੇ ਉੱਤੇ ਜਿਹੜੀ ਫੈਸਿਲਿਟੀਜ਼ ਦੇ ਰਹੀ ਹੈ, ਲੋਕਾਂ ਦਾ ਸਮਾਂ ਬਚੇਗਾ, ਜੌਬਸ ਬਹੁਤ ਸਾਰੀਆਂ ਮਿਲਣਗੀਆਂ, ਤੇ ਹੁਣ ਕਈ ਲੋਕਾਂ ਦਾ ਇਹ ਵੀ ਸਵਾਲ ਸੀਗਾ, ਉਹ ਕਹਿੰਦੇ ਜਦੋਂ ਸਰਕਾਰ ਕੋਈ ਸਹੂਲਤਾਂ ਦਿੰਦੀ ਨੇ ਬਾਅਦ ਚੋਂ ਟਿਕਟ ਵਧਾ ਦਿੰਦੀ, ਕੋਈ ਇਦਾਂ ਦਾ ਤਾਂ ਨਹੀਂ ਹੋਣ ਵਾਲਾ? ਦੇਖੋ ਜਿਹੜੀ ਟਿਕਟ ਵਧਾਉਣੀ ਘਟਾਉਣੀ ਹੈਗੀ ਆ ਉਹ ਟਰਾਂਸਲਿੰਕ ਤੇ ਡਿਪੈਂਡ ਕਰਦਾ, ਪਰ ਇਹ ਜਿਹੜੀ ਵੈਸੇ ਜਿਹੜੀ ਫੰਡਿੰਗ ਦਿੱਤੀ ਗਈ ਆ ਉਹਦੇ ਵਿੱਚ ਤਾਂ ਟਿਕਟ ਵਧਾਉਣ ਦੀ ਗੱਲ ਤਾਂ ਟਰਾਂਸਲਿੰਕ ਜਿਹੜੀ ਆ ਉਹਨੇ, ਪਰ ਜਦੋਂ ਅਸੀਂ ਦੇਖਦੇ ਹਾਂ ਇਹਦੇ ਵਿੱਚ 40% ਫੰਡਿੰਗ ਜਿਹੜੀ ਆ ਉਹ ਫੈਡਰਲ ਗਵਰਨਮੈਂਟ ਨੇ ਦਿੱਤੀ ਆ, 40% ਜਿਹੜੀ ਆ ਉਹ ਫੰਡਿੰਗ ਜਿਹੜੀ ਆ ਉਹ BC ਗਵਰਨਮੈਂਟ ਨੇ ਦਿੱਤੀ ਆ, 20% ਹੀ ਆ ਸਿਰਫ ਜਿਹੜੀ ਸਿਟੀਜ਼ ਦੇ ਉੱਤੋਂ ਜਾਂ ਟਰਾਂਸਲਿੰਕ ਨੇ ਉਹ ਦਿੱਤੀ। ਸੋ ਉਹ 'ਚ ਬੜਾ ਵੱਡਾ ਬੋਝ ਜਿਹੜਾ ਪਿਆ ਉਹ ਲੋਕਲ ਗਵਰਨਮੈਂਟਸ ਤੇ ਨਹੀਂ ਪਿਆ, ਉਹ ਜਿਹੜਾ ਹੈਗਾ ਉਹ ਫੈਡਰਲ ਗਵਰਨਮੈਂਟ ਨੇ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਆਪਣੇ ਮੋਢਿਆਂ ਤੇ ਲਿਆ, ਤਾਂ ਕਿ ਜਿਹੜੀ ਟਿਕਟਾਂ ਦੇ ਵਧਾਉਣ ਦੀ ਗੱਲ ਆ ਉਹ ਉਧਰ ਨੂੰ ਜਿਹੜੀ ਆ ਉਹਨਾਂ ਨੂੰ ਸੋਚਣ ਦਾ ਮੌਕਾ ਨਾ। ਚਲੋ ਇਹ ਤਾਂ ਚਲੋ ਫਿਰ ਬਾਅਦ ਦੇ ਵਿੱਚ ਹੈ ਨਾ ਪਤਾ ਲੱਗੂਗਾ ਵੀ ਲੋਕਾਂ ਨੂੰ ਕੀ ਮਿਲਣ ਵਾਲਾ। ਇਸ ਤੋਂ ਇਲਾਵਾ ਜਿਹੜੇ ਸਰਕਾਰ ਦੇ ਚੰਗੇ ਜਿਹੜੇ ਐਲਾਨ ਹੈ ਜਿਨ੍ਹਾਂ ਦਾ ਵਾਕਈ ਲੋਕਾਂ ਨੂੰ ਇੰਤਜ਼ਾਰ ਸੀ, ਉਹਦੇ ਵਿੱਚ ਇੱਕ ਚਾਈਲਡ ਕੇਅਰ ਬੈਨੀਫਿਟ ਬਹੁਤ ਵੱਡੀ ਚੀਜ਼ ਜਿਹੜੀ ਸੀਗੀ ਹੈ, ਇਸ ਚੀਜ਼ ਦਾ ਐਲਾਨ ਕੀਤਾ ਗਿਆ। $10 ਜਿਹੜੇ ਕੀਤੇ ਗਏ ਨੇ, ਇਹਦਾ ਪ੍ਰੋਸੈਸ ਜਾਣਨਾ ਚਾਹਾਂਗੇ ਇਸ ਪ੍ਰੋਗਰਾਮ ਸੰਬੰਧੀ, ਕਿਉਂਕਿ ਕਈ ਲੋਕ ਅਜਿਹੇ ਸੀ ਜਿਨ੍ਹਾਂ ਨੂੰ ਅਨਾਊਂਸਮੈਂਟ ਪਤਾ ਲੱਗ ਗਈ ਬਟ ਬਾਰੀਕੀ ਦੇ ਵਿੱਚ ਕਈ ਲੋਕਾਂ ਨੂੰ ਨਹੀਂ ਪਤਾ ਲੱਗ ਪਾਇਆ ਇਸ ਚੀਜ਼ ਬਾਰੇ ਵੀ ਕਿਵੇਂ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਏਗਾ ਤੇ ਉਹਨਾਂ ਨੂੰ ਐਕਚੁਅਲ ਦੇ ਵਿੱਚ ਇਹਦਾ ਬੈਨੀਫਿਟ ਕੀ ਹੋਏਗਾ। ਸੋ ਸੁਖ ਧਾਲੀਵਾਲ ਜੀ ਇਹਦੇ ਬਾਰੇ ਪਲੀਜ਼ ਐਕਸਪਲੇਨ ਕਰ ਦਿਓ। ਤੁਸੀਂ ਬੜਾ ਵਧੀਆ ਟੌਪਿਕ ਜਿਹੜਾ ਉਹ ਰੇਜ਼ ਕੀਤਾ, ਕਿਉਂਕਿ ਜੇ ਅੱਜ ਅਸੀਂ ਦੇਖਣਾ ਕਿ ਸਾਡੀਆਂ ਯੰਗ ਬੱਚੀਆਂ ਹੈਗੀਆਂ, ਸਾਡੀਆਂ ਔਰਤਾਂ ਹੈਗੀਆਂ ਨੇ, ਜੇ ਉਹਨਾਂ ਨੇ ਬੈਕ ਜਾਣਾ ਹੈਗਾ ਵਰਕਫੋਰਸ ਦੇ ਵਿੱਚ ਜਾਂ ਆਪਣੀ ਅਸੀਂ ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਹੈਗੇ ਆ, ਤਾਂ ਉਹ ਤਾਂ ਹੀ ਹੋ ਸਕਦੀ ਹੈ ਜੇਕਰ ਉਹਨਾਂ ਦੇ ਬੱਚਿਆਂ ਦੀ ਸਾਂਭ ਸੰਭਾਈ ਜਿਹੜੀ ਆ ਉਹ ਚੰਗੇ ਢੰਗ ਨਾਲ ਹੋ ਸਕੇ। ਜੇ ਤੁਸੀਂ ਦੇਖੋ ਪਹਿਲਾਂ ਗਵਰਨਮੈਂਟ ਨੇ ਆਉਂਦਿਆਂ ਹੀ ਜਦੋਂ ਅਸੀਂ ਸੀ ਉਹ ਕੈਨੇਡਾ ਚਾਈਲਡ ਬੈਨੀਫਿਟ ਲੈ ਕੇ ਆਉਂਦਾ, ਤਕਰੀਬਨ $600 ਦੇ ਕਰੀਬ ਜਿਹੜਾ ਐਵਰੇਜ ਬੱਚਾ ਡਿਪੈਂਡਿੰਗ ਔਨ ਦੀ ਇਨਕਮ ਜਿਹੜਾ ਸੀ ਉਹ ਉਹਨਾਂ ਬੱਚੇ ਨੂੰ ਪਰ ਮੰਥ ਅਸੀਂ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਸੀ ਉਹ ਦਿੰਦੇ ਸੀ, ਜਿਹਦੇ ਨਾਲ ਬੱਚਾ ਜਿਹੜਾ ਹੈਗਾ ਉਹਦੀ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਜਿਹੜੀ ਪ੍ਰੋਪਰ ਹੋ ਸਕੇ। ਔਰ ਕੱਲੀ ਸਰੀ ਨਿਊਟਨ ਦੀ ਗੱਲ ਕਰਦਾ, ਜਦੋਂ 8 ਮਿਲੀਅਨ ਐਵਰੀ ਮੰਥ ਜਿਹੜਾ ਹੈਗਾ ਉਹ ਸਿਰਫ ਬੱਚਿਆਂ ਲਈ ਜਿਹੜਾ ਸੀ ਉਹ ਆ ਰਿਹਾ ਸੀ। ਹੁਣ ਜਿਹੜੀ ਗੱਲ ਤੁਸੀਂ ਕੀਤੀ ਇੱਕ ਬੜੀ ਲੈਂਡਮਾਰਕ ਪਾਲਿਸੀ ਹੈ, ਇਹਦੇ ਵਿੱਚ ਅਸੀਂ ਕੀ ਆ ਕਿ ਅਸੀਂ ਸੂਬਿਆਂ ਦੇ ਨਾਲ ਐਗਰੀਮੈਂਟ ਕਰਕੇ ਇਹ ਕਰਨਾ ਕਿ ਕੁਬੈਕ ਦੇ ਵਿੱਚ ਇਹ ਮਾਡਲ ਹੈਗਾ ਵੀ $10 ਦੇ ਵਿੱਚ ਐਵਰੀ ਡੇ ਪਰ ਡੇ ਜਿਹੜਾ ਡੇ ਕੇਅਰ ਹੈਗਾ ਉਹ ਮੁਹੱਈਆ ਕਰਾ ਸਕੀਏ ਅਸੀਂ ਜਿਹੜਾ ਸੂਬੇ ਦੇ ਵਿੱਚ। ਉਹਦੇ ਲਈ ਤਕਰੀਬਨ $3.2 ਬਿਲੀਅਨ ਜਿਹੜੇ ਹੈਗੇ ਆ ਗਵਰਨਮੈਂਟ ਨੇ ਜਿਹੜੇ ਨੇ ਅਗਲੇ 5 ਸਾਲ ਦੇ ਵਿੱਚ ਅਸੀਂ ਇਨਵੈਸਟ ਕੀਤੇ, ਔਰ ਅਗਲੇ 5 ਸਾਲਾਂ ਦੇ ਵਿੱਚ ਇਹ ਕਿਹਾ ਸਰਕਾਰ ਨੂੰ BC ਦੀ ਸਰਕਾਰ ਦੇ ਨਾਲ ਸਮਝੌਤਾ ਹੋ ਚੁੱਕਿਆ, ਨਿਊ ਫਾਊਂਡਲੈਂਡ, PEI, ਯੂਕਨ ਟੈਰੀਟਰੀਜ਼ ਦੇ ਨਾਲ ਸਮਝੌਤਾ ਇਹ ਆਲਰੇਡੀ ਹੋ ਗਿਆ। ਉਹ BC ਦੇ ਵਿੱਚ ਹੁਣ ਆਉਣ ਵਾਲੇ ਸਮੇਂ 'ਚ 30,000 ਜਿਹੜੇ ਨੇ ਸਪੌਟ ਚਾਈਲਡ ਕੇਅਰ ਸਪੌਟ ਇਹਨਾਂ ਨੇ 2026 ਤਾਈਂ ਖੋਲ੍ਹਣਗੇ, ਔਰ 40,000 ਸਪੌਟ ਜਿਹੜੇ 2028 ਤਾਈਂ, ਤਾਂ ਕਿ ਮਾਵਾਂ ਜਿਹੜੀਆਂ ਨੇ ਉਹ
ਬੇਫਿਕਰ ਹੋ ਕੇ ਆਪਣੇ ਬੱਚਿਆਂ ਨੂੰ ਚਾਈਲਡ ਕੇਅਰ ਜਿਹੜਾ ਵਾ ਉਹ ਮਿਲੇ ਤਾਂ ਕਿ ਉਹ ਪ੍ਰੋਡਕਟਿਵਿਟੀ 'ਚ ਇਕੱਲੀ ਹੁਣ ਸੋਸ਼ਲ ਨੀਤੀ ਨਹੀਂ, ਇਨਫੈਕਟ ਇਕਨੋਮਿਕ ਨੀਤੀ ਆ। ਜੇ ਸਾਡੀ ਇਸ ਤੋਂ ਪਹਿਲਾਂ ਕਾਲਰ ਗੱਲ ਕਰਕੇ ਗਿਆ ਸੀ ਵੀ ਜੀ ਅਸੀਂ ਉਹ ਰੈਵਨਿਊ ਕਿੱਥੋਂ ਆਉਣਾ, ਉਹ ਰੈਵਨਿਊ ਨੈਚੁਰਲੀ ਜਨਰੇਟ ਹੋਊਗਾ ਜਦੋਂ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਘਰੇ ਬੈਠੀਆਂ ਨੇ ਉਹ ਬੈਕ ਕੰਮ ਤੇ ਜਾਣਗੀਆਂ। ਪਹਿਲੀ ਗੱਲ ਤਾਂ ਉਹਨਾਂ ਦੀ ਇੰਪਾਵਰਮੈਂਟ ਹੋਗੀ, ਦੂਸਰਾ ਜਿਹੜਾ ਸੀਗਾ ਉਹ ਸਰਕਾਰ ਨੂੰ ਔਰ ਕੈਨੇਡਾ ਦੇ ਇਕਨੋਮਿਕ ਢਾਂਚੇ ਨੂੰ ਵੀ ਉਹਦਾ ਵੱਡਾ ਫਾਇਦਾ ਹੋਏਗਾ, ਉਸ ਵਿੱਚ ਬੈਨੀਫਿਟ ਹੋਏਗਾ। ਠੀਕ ਹੈ ਸੁਖ ਧਾਲੀਵਾਲ ਜੀ, ਹੁਣ ਇਹ ਦੱਸੋ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਸਰਗਰਮੀਆਂ ਜਿਹੜੀਆਂ ਔਰ ਉਹ ਖਾਸ ਤੌਰ ਤੇ ਇੰਡੀਕੇਟ ਦੇ ਰਹੀਆਂ ਨੇ ਵੀ ਇਲੈਕਸ਼ਨ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਹੋਣ ਵਾਲੀ ਹੈ, ਫੈਡਰਲ ਇਲੈਕਸ਼ਨ ਦੀ। ਸੋ ਅਜਿਹਾ ਕੁਛ ਹੈ ਤੇ ਜੇ ਇਹ ਹੋ ਵੀ ਸਕਦਾ ਹੈ ਵੀ ਜੇ ਅਨਾਉਂਸਮੈਂਟ ਹੋ ਵੀ ਜਾਏ, ਜੇ ਇਲੈਕਸ਼ਨ ਹੋਣੇ ਵੀ ਹੈ ਤਾਂ ਇਹਦੇ ਵਿੱਚ ਕੀ ਇੰਨੀ ਪੈ ਗਈ ਸਰਕਾਰ ਨੂੰ ਵੀ ਜਿਹੜੇ ਇਲੈਕਸ਼ਨ ਕਰਵਾਉਣੇ ਚਾਹੀਦੇ ਨੇ ਜਾਂ ਇਲੈਕਸ਼ਨ ਜ਼ਰੂਰੀ ਮੰਨੇ ਜਾ ਰਹੇ ਨੇ, ਕਿਉਂਕਿ ਕੋਵਿਡ ਸਿਚੁਏਸ਼ਨ ਨੂੰ ਪਹਿਲਾਂ ਰਿਵਿਊ ਕਰਨਾ ਜ਼ਰੂਰੀ ਸੀਗਾ ਔਰ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਆਪੋਜੀਸ਼ਨ ਵੀ ਹਜੇ ਇਲੈਕਸ਼ਨਸ ਲਈ ਮੰਨ ਨਹੀਂ ਰਹੀ। ਸੋ ਇਸ ਬਾਰੇ ਦੱਸਿਓ। ਇੱਕ ਕਾਲ ਕਰ ਰਹੇ ਨੇ, ਇਹਨਾਂ ਦਾ ਸਵਾਲ ਵੀ ਆਪਾਂ ਲਈਏ ਨਾਲ। ਜੀ ਸਤਿ ਸ਼੍ਰੀ ਅਕਾਲ ਜੀ। ਗੱਲ ਕਰਨੀ ਹੈ ਤੇ ਕੱਟ ਹੋ ਗਈ। ਹਾਂਜੀ ਸਰ, ਹਾਂਜੀ ਬੋਲੋ ਜੀ। ਇਹ ਸੁੱਖ ਧਾਲੀਵਾਲ ਦੀ ਗੱਲ ਸਟੂਡੈਂਟਾਂ ਨੂੰ ਲੈ ਕੇ, ਮੈਂ ਸਟੂਡੈਂਟਾਂ ਦਾ ਜ਼ਿਕਰ ਨਹੀਂ ਕੀਤਾ, ਮੈਂ ਜ਼ਿਕਰ ਕੀਤਾ ਸੀਗਾ ਜਿਹੜੇ ਵਰਕ ਪਰਮਿਟ ਤੇ ਬੰਦੇ ਆ ਵਿਚਾਰੇ 5-5 6-6 ਸਾਲ ਹੋ ਗਏ, ਕਿਸੇ ਦਾ ਬੱਚਾ ਇੱਥੇ ਆ, ਜਨਾਨੀ ਵੀ ਆ, ਇੱਕ ਹੁਣ 30,000 ਐਪਲੀਕੇਸ਼ਨ ਕੀਤੀ ਜਦ ਤੇ ਕੀਤਾ ਜੀ, ਪਹਿਲਾਂ ਤਾਂ 18,000 ਸੀ, ਇੱਕ ਵੀਕ ਚ 30,000 ਇਕੱਠੀ ਹੋ ਗਈ ਆ। ਹੁਣ ਆਪਣੇ ਮੁੰਡੇ ਨੇ ਕੋਰਸ ਕੀਤਾ ਵੀ 4 ਬੈਂਡ ਆ, ਕਿਨੂੰ 3.5 ਬੈਂਡ ਆਏ ਆ, ਪਰ ਉਹ ਸਿਰਫ ਅੰਗਰੇਜ਼ੀ ਦੁੱਖੋਂ ਰਹਿ ਗਿਆ। ਜਿਹੜੇ ਉਹ ਸੀਰੀਆ ਤੋਂ ਮੰਗਾਏ ਸੀ ਬੰਦੇ 4 ਸਾਲ ਪਹਿਲਾਂ ਟੂਡੋ ਨੇ, ਉਹਨਾਂ ਨੂੰ ਕਿਹੜਾ ਇੰਗਲਿਸ਼ ਆਉਂਦੀ ਸੀ, ਬਿਲਕੁਲ ਵੀ ਨਾ ਸੀ ਆਉਂਦੀ। ਹੁਣ ਅਫਗਾਨਿਸਤਾਨ ਤੋਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਆਉਂਦੀ। ਜਿਹੜੇ ਇੱਥੇ ਆ ਉਹ ਤਾਂ ਕਿਹੜੇ ਟੈਕਸ ਪੇ ਕਰਦੇ ਆ, 6 ਦਿਨ ਕੰਮ ਕਰਦੇ ਆ। ਇਹਨਾਂ ਦੀ ਸੁੱਖ ਧਾਲੀਵਾਲ ਦੀ ਪੂਰੀ ਜੈ ਜੈਕਾਰ ਹੋ ਜਾਊਗੀ ਜੇ ਉਹਨਾਂ ਨੂੰ ਵੀ ਪੱਕੇ ਕਰਦਾ ਵਿਚਾਰਿਆਂ ਨੂੰ ਟੈਕਸ ਪੇ ਕਰਦੇ। ਸਭ ਕੋਲ ਉਹਨਾਂ ਨੂੰ ਰੂਲਾਂ ਬਾਰੇ ਪਤਾ, ਸਿਰਫ ਇੰਗਲਿਸ਼ ਦੀ ਪ੍ਰੋਬਲਮ ਪੈ ਜਾਂਦੀ ਵਿਚਾਰਿਆਂ ਨੂੰ। ਹਾਂ ਬਿਲਕੁਲ ਜੀ, ਤੁਹਾਡਾ ਬੱਲੇ ਬੱਲੇ ਹੋ ਜਾਊਗੀ। ਵੋਟਾਂ ਜੀ ਪੱਕੇ ਇਹਨਾਂ ਦੀਆਂ, ਉਹਨਾਂ ਨੂੰ ਵੀ ਜਿੰਨੇ ਅਫਗਾਨਿਸਤਾਨ ਤੋਂ ਜਹਾਜ਼ ਫੇਰ ਭਰ ਕੇ ਲੈ ਆਉਣ, ਪਰ ਇੱਥੇ ਦੇ ਬੰਦੇ ਪੱਕੇ ਕਰ ਦੇਣ। ਠੀਕ ਹੈ ਜੀ, ਠੀਕ ਹੈ ਵਿਦੇਸ਼ਾ ਜੀ, ਥੈਂਕ ਯੂ ਸੋ ਮਚ ਜੀ। ਇਹ ਉਹ ਟੌਪਿਕ ਹੈ ਜਿਹਦਾ ਬਾਰੇ ਜ਼ਿਕਰ ਕਈ ਦਿਨਾਂ ਤੋਂ ਧਾਲੀਵਾਲ ਜੀ ਚੱਲ ਰਿਹਾ ਸੀ। ਕੁਝ ਲੋਕ ਮੈਂ ਦੇਖੇ ਸੀਗੇ ਵੈਨਕੂਵਰ ਉੱਥੇ ਇਕੱਠੇ ਵੀ ਹੋਏ ਸੀਗੇ, ਸੋ ਉਹਨਾਂ ਨੇ ਇਸ ਗੱਲ ਦੀ ਬਹੁਤ ਜ਼ਿਆਦਾ ਨਿੰਦਾ ਵੀ ਕੀਤੀ ਸੀ। ਇੱਕ ਤੌਰ ਤੇ ਪ੍ਰੋਟੈਸਟ ਉਹਨਾਂ ਨੇ ਆਪਣਾ ਜਿਹੜਾ ਕੀਤਾ ਹੈ, ਉਹ ਕਹਿੰਦੇ ਵੀ ਆਇਲਟਸ ਜਿਹੜੀ ਹੈ ਹੁਣ ਸਾਡੇ ਕੋਲ ਨਹੀਂ ਕਲੀਅਰ ਹੋ ਰਹੀ। ਕਈ ਬੱਚੇ ਇਦਾਂ ਦੇ ਜਿਹੜੇ ਨਹੀਂ ਕਲੀਅਰ ਕਰ ਪਾ ਰਹੇ ਔਰ ਕੁਝ ਲੋਕ ਉਹਦੇ ਵਿੱਚ ਇਦਾਂ ਦੇ ਨੇ ਜਿਹੜੇ ਆਲਰੇਡੀ ਵਰਕ ਪਰਮਿਟ ਤੇ ਨੇ 4-4 ਸਾਲ ਤੋਂ, 3-3 ਸਾਲ ਤੋਂ, 5-5 ਸਾਲ ਤੋਂ। ਉਹਨਾਂ ਦੀਆਂ ਫੈਮਲੀਜ਼ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਇੰਡੀਆ। ਉਹ ਕਹਿੰਦੇ ਅਸੀਂ ਤਾਂ ਹਜੇ ਵੀ ਵਿੱਚ ਹੀ ਲਟਕੀ ਫਿਰਦੇ, ਸਰਕਾਰ ਸਾਨੂੰ ਪੱਕੇ ਨਹੀਂ ਕਰ ਰਹੀ ਵੀ ਹੁਣ ਇੱਕ ਲੈਂਗੁਏਜ ਕੋਰਸ ਅਸੀਂ ਪਾਸ ਨਹੀਂ ਕਰ ਪਾ ਰਹੇ। ਉਹਦੇ ਵਿੱਚ ਇੱਕ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ, ਦੇਖੋ ਉਹਨਾਂ ਨੇ ਚੂਜ਼ ਕੀਤਾ, ਉਹ ਇੱਥੇ ਵਿਜ਼ਟਰ ਆਏ, ਉਹਨਾਂ ਦਾ ਉਹ ਇੱਥੇ ਕੰਮ ਕਰਨ ਨਹੀਂ ਸੀ ਆਏ। ਪਹਿਲੀ ਗੱਲ ਇਹ ਹੈਗੀ ਆ ਕਿ ਵਿਜ਼ਟਰ ਜਿਹੜਾ ਆਉਂਦਾ ਉਹ ਵਾਪਸ ਜਾਵੇ, ਪਰ ਜੇ ਉਹਨਾਂ ਨੇ ਕਿਸੇ ਕਾਰਨ ਕਰਕੇ ਇੱਥੇ ਵਰਕ ਪਰਮਿਟ ਲੈ ਲਿਆ, ਉਹਨਾਂ ਨੂੰ ਕਲੀਅਰਲੀ ਉਸ ਵੇਲੇ ਵੀ ਪਤਾ ਸੀ ਬਈ ਸਾਡਾ ਜਿਹੜਾ ਮਿਨੀਮਮ ਆਇਲਟਸ ਸਕੋਰ ਜਿਹੜਾ ਰੱਖਿਆ ਹੋਇਆ ਉਹ 4 ਆ। 4 ਹਾਂਜੀ, ਠੀਕ ਹੈ ਨਾ। ਜੇ ਉਹਨਾਂ ਦਾ ਉਸ ਵੇਲੇ ਉਹਨਾਂ ਨੂੰ ਪਤਾ ਸੀਗਾ ਇਹ ਵੀ ਅਸੀਂ ਇਹ ਸਕੋਰ ਨਹੀਂ ਲੈ ਸਕਦੇ, ਤਾਂ ਉਹਨਾਂ ਨੂੰ ਇਸ ਸਿਚੁਏਸ਼ਨ 'ਚ ਪੈਣਾ ਨਹੀਂ ਚਾਹੀਦਾ, ਕਿਉਂਕਿ ਆਏ ਘੁੰਮਣ ਫਿਰਨ ਸੀ, ਉਹ ਘੁੰਮਦੇ ਫਿਰਦੇ ਔਰ ਵਾਪਸ ਚਲੇ ਜਾਂਦੇ। ਠੀਕ ਹੈ ਨਾ, ਨੰਬਰ 1। ਨੰਬਰ 2, ਇਹ ਸਾਡੇ ਹਮੇਸ਼ਾ ਯਤਨ ਰਿਹਾ ਮਿਨਿਸਟਰ ਦੇ ਨਾਲ ਜਿਹੜਾ ਸੀਗਾ, ਅਸੀਂ ਗੱਲ ਕਰਦੇ ਰਹਿੰਦੇ ਹਾਂ ਸਾਰੇ, ਹੁਣ ਵੀ ਮੈਂ ਗੱਲ ਕਰਦਾ ਉਹਨਾਂ ਨਾਲ ਵੀ ਭਾਈ ਕੋਸ਼ਿਸ਼ ਕਰੋ ਕਿ ਵੀ ਜੇ ਅਸੀਂ ਆਇਲ ਦਾ ਸਕੋਰ ਜਿਹੜਾ ਉਹ ਘਟਾ ਦਈਏ। ਕਈ ਪਰਟੀਕੂਲਰ ਮੈਂ ਵਿਸ਼ਿਆਂ ਦੀ ਵੀ ਗੱਲ ਕੀਤੀ, ਚਾਹੇ ਉਹ ਗ੍ਰੰਥੀ ਆ ਜਾਂ ਆਪਣੇ ਮੰਦਿਰ ਦਾ ਪੁਜਾਰੀ ਆ, ਮਸਜਿਦ ਦਾ ਜਿਹੜਾ ਵਾ ਉਹ ਉੱਥੇ ਹੈਗੇ ਕਾਰੀ ਆ ਕੋਈ। ਤੇ ਦੂਸਰੀ ਗੱਲ ਹੈ ਫਾਰਮ ਵਰਕਰ ਦੀ ਗੱਲ ਕਰ ਲਈਏ, ਕੋਈ ਕਲੀਨ ਅਪ ਕਰਦਾ। ਜਦੋਂ ਮੈਂ ਇਹੋ ਜਿਹੇ ਟ੍ਰੇਡ ਦੀ ਉਹਨਾਂ ਨਾਲ ਮਿਨਿਸਟਰ ਨਾਲ ਗੱਲ ਕਰਦਾ, ਉਹ ਇਹ ਕਹਿੰਦੇ ਨੇ ਵੀ ਜੇ 4 ਆਇਲ ਸਕੋਰ ਹੈਗਾ, ਇਹ ਹੈਗੀ ਆ ਵੀ ਉਹ ਬੈਟਰ ਜਿਹੜਾ ਹੈਗਾ ਵਾ, ਉਹਦੀ ਤਰੱਕੀ ਕੈਨੇਡਾ ਦੇ ਵਿੱਚ ਬੈਟਰ ਹੈਗੀ ਆ। ਸੋ ਉਹ ਸੋਚਦੇ ਨੇ ਕਿ ਵੀ ਇਹ ਚਾਹੀਦਾ ਹੈਗਾ ਵੀ ਕੋਸ਼ਿਸ਼ ਕਰਕੇ ਇੰਗਲਿਸ਼ ਦੇ ਜਿਹੜਾ 4 ਸਕੋਰ ਆ ਉਹ ਲੈਣ। ਮੈਂ ਬਹੁਤ ਸਾਰੇ ਮੇਰੇ ਕੋਲ ਆਏ ਵੀ ਆ, ਉਹ 4 ਸਕੋਰ ਲੈਂਦੇ ਨੇ। ਉਹ ਕਈ ਵਾਰ ਕੀ ਹੁੰਦਾ ਕਿ ਇੱਕ ਵਾਰ ਉਹਨਾਂ ਦਾ 4 ਆ ਗਏ, ਬਾਕੀਆਂ 4-4 5-5 ਆ ਗਏ, ਇੱਕ 3.5 ਕਈ ਵਾਰ ਦੂਸਰੇ। ਹੁਣ ਮਿਲਿਆ ਮੈਂ ਉਹਨਾਂ ਨੂੰ ਪਰਸਨਲ ਤੌਰ ਤੇ, ਮੈਂ ਮਿਨਿਸਟਰ ਨੂੰ ਰਿਕੁਐਸਟ ਹੀ ਕਰ ਸਕਦਾ, ਪਰ ਮੈਂ ਇਹਨਾਂ ਨੂੰ ਐਵੇਂ ਝੂਠਾ ਜਿਹੜਾ ਦਿਲਾਸਾ ਦੇਵਾਂ ਉਹ ਬੜਾ ਮੁਸ਼ਕਿਲ, ਕਿਉਂਕਿ ਕੋਈ ਵੀ ਜਿਹੜੀ ਇੱਕ ਚੀਜ਼ ਮੇਰੀ ਹੈਗੀ ਆ, ਕਿਉਂਕਿ ਮੈਂ ਲੰਮੇ ਸਮੇਂ ਤੋਂ ਸਰੀ ਦੇ ਵਿੱਚ ਹੀ ਹੈਗਾ ਔਰ ਮੈਂ ਇੱਥੇ ਹੀ ਰਹਿਣਾ। ਠੀਕ ਹੈ ਨਾ, ਤੇ ਮੈਂ ਐਸੀ ਕੋਈ ਚੀਜ਼ ਨਹੀਂ ਕਰਨੀ, ਨਾ ਹੀ ਕੋਈ ਪ੍ਰੋਮਿਸ ਮੇਕ ਕਰਨਾ ਜਿਹੜਾ ਮੈਂ ਡਿਲੀਵਰ ਨਾ ਕਰ ਸਕਾਂ ਮੁੜ ਕੇ ਜਿਹੜਾ ਹੈਗਾ। ਕਿਉਂ? ਪਰ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ ਮਿਨਿਸਟਰ ਨਾਲ ਗੱਲ ਕਰਕੇ ਵੀ ਜੇ 4 ਤੋਂ ਘਟਾ ਕੇ 3 ਪੁਆਇੰਟ ਜਿਹੜੇ ਆ ਉਹ ਆ ਜਾਏ, ਪਰ ਲੱਗਦਾ ਹੈ ਨਹੀਂ ਵੀ ਕੋਈ ਹਜੇ ਇਹ ਕੋਈ ਉਮੀਦ ਨਹੀਂ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਮੈਂ ਗੱਲ ਕਰਨੀ ਸੀ। ਜੀ ਬਿਲਕੁਲ ਜੀ, ਬੋਲੋ ਬੋਲੋ, ਤੁਹਾਡਾ ਸਵਾਲ ਕੀ ਹੈ, ਦੱਸੋ। ਓਕੇ, ਹਾਂਜੀ ਮੈਂ ਇਹ ਬੋਲਣਾ ਸੀ, ਮੈਂ ਕਿਹਾ ਜਿੱਦਾਂ ਹੁਣ ਪਹਿਲਾਂ ਭਾਜੀ ਬੋਲ ਕੇ ਗਏ ਕਿ ਵਰਕ ਪਰਮਾਨੈਂਟ ਵਾਲੇ ਹਜੇ ਪੱਕੇ ਨਹੀਂ ਹੋਏ ਹਨਾ, ਜਿਹੜਾ ਕੰਮ ਕਰਦੇ ਸੀ, ਹਾਂਜੀ ਜੋ ਭਾਜੀ ਹੁਣੀ ਕਹਿੰਦੇ ਆ ਕਿ ਜਿੱਦਾਂ ਉਹਦਾ ਕੀ ਕਰਦੇ ਕਿ ਉਹ ਆਈ ਤਾਂ ਰਜਿਸਟਰ ਸੀ, ਉਹਨਾਂ ਨੇ ਅਪਲਾਈ ਕਰ ਦਿੱਤਾ ਵਰਕ ਪਰਮਾਨੈਂਟ ਲਈ ਹਨਾ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿੱਦਾਂ ਇਹਨਾਂ ਵਿੱਚ ਕੀ ਇਹਨਾਂ ਦੀ ਪਾਲਿਸੀ ਸਾਨੂੰ ਪਾਸ ਕਰਨੀ ਪੈਣੀ ਹਨਾ ਜੀ ਬਿਲਕੁਲ ਤੇ ਉਹ ਭਾਜੀ ਠੀਕ ਹੋਆ ਕਿ ਜੇ ਵਿਜ਼ਟਰ ਆਏ ਤੇ ਜੀ। ਤੁਸੀਂ ਥੋੜਾ ਜਿਹਾ ਪਲੀਜ਼ ਉੱਚੀ ਬੋਲੋਗੇ, ਮੈਨੂੰ ਐਂਡਲੀ ਲਾਈਨ ਤੁਹਾਡੀ ਸਮਝ ਨਹੀਂ ਆਈ, ਤੁਸੀਂ ਦੁਬਾਰਾ ਐਕਸਪਲੇਨ ਕਰੋਗੇ? ਔਰ ਟੀਵੀ ਦੀ ਵੋਲਿਊਮ ਥੋੜੀ ਜਿਹੀ ਘਟਾ ਦਿਓ। ਓਕੇ ਹਾਂਜੀ ਹੁਣ ਬੋਲੋ ਦੁਬਾਰਾ, ਔਰ ਟੀਵੀ ਦੀ ਆਵਾਜ਼ ਘਟਾ ਦਿਓ। ਓਕੇ ਜੀ, ਹਾਂਜੀ ਮੈਂ ਕਿ ਜਿੱਦਾਂ ਹੁਣ ਸੁਖ ਧਾਲੀਵਾਲ ਹੁਣੀ ਰਾਈਟ ਕਹਿੰਦੇ ਕਿ ਜਿਹੜੇ ਕਿ ਨਹੀਂ ਪੱਕੇ ਹੋਏ, ਜਿਹੜੇ ਕਿ ਵਰਕ ਪਰਮਾਨੈਂਟ ਵਾਲੇ, ਦੇਖੋ ਆਏ ਤਾਂ ਘੁੰਮਣ ਪੈਣ ਸੀ, ਇੱਥੇ ਸਾਰਿਆਂ ਨੇ ਅਪਲਾਈ ਕਰ ਦਿੱਤਾ ਕਿ ਵਰਕ ਪਰਮਾਨੈਂਟ, ਚੋਰੀ ਕੰਮ ਲੱਪੇ ਕਰਨ ਸਾਰੇ ਜਾਣੇ, ਚਲੋ ਹੁਣ ਟੈਕਸ ਪੇ ਕਰਦੇ, ਪਰ ਹਜੇ ਹੋਰ ਵੀ ਵਿਜ਼ਟਰ ਬਹੁਤ ਏਦਾਂ ਦੇ ਆਉਣੇ ਜਿਨ੍ਹਾਂ ਨੇ ਜਾਣਾ ਨਹੀਂ ਬੈਕ ਤੇ ਆਉਣਾ ਇੱਥੇ ਵਰਕ ਪਰਮਾਨੈਂਟ ਤੇ ਹਨਾ, ਉਹਨਾਂ ਦਾ ਵੀ ਕੁਛ ਜਿੱਦਾਂ ਭਾਜੀ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਏਦਾਂ ਜੇ ਤੁਸੀਂ ਵਿਜ਼ਟਰ ਆਏ ਤੇ ਵਿਜ਼ਟਰ ਕਰਕੇ ਤੁਸੀਂ ਵਾਪਸ ਜਾਓ, ਫਿਰ ਉੱਥੇ ਜਾ ਕੇ ਅਪਲਾਈ ਕਰੋ ਮੁੜ ਕੇ ਆਉਣ ਲਈ ਹਨਾ, ਕਿਉਂਕਿ ਜਾਂਦੇ ਹਨ ਜੋ ਵੀ ਇਹਨਾਂ ਨੇ ਗੱਲ ਕੀ ਹੈ ਠੀਕ ਕਹੀ ਹੈ, ਗੁੱਸਾ ਕਰਨ ਦੀ ਨਹੀਂ ਲੋੜ ਕਿਸੇ ਨੂੰ। ਮੈਂ ਇਹੀ ਕਹਿਣਾ ਸੀ ਜੇ ਤੁਸੀਂ ਵਿਜ਼ਟਰ ਆਏ ਤੇ ਵਿਜ਼ਟਰ ਘੁੰਮ ਫਿਰ ਕੇ ਜਾਓ, ਫਿਰ ਤੁਸੀਂ ਚੋਰੀ ਅਪਲਾਈ ਕਰਕੇ ਫਿਰ ਤੁਸੀਂ ਇੱਥੇ ਰਹਿੰਦੇ। ਏਦਾਂ ਤਾਂ ਕੈਨੇਡਾ ਵਿੱਚ ਕੋਈ ਪਾਲਿਸੀ ਰਹੀ ਨਹੀਂ, ਇੱਥੇ ਤਾਂ ਮੈਨੂੰ ਲੱਗਦਾ ਨਹੀਂ ਜਿੱਦਾਂ ਕਿਤੇ ਇੱਥੇ ਕੈਨੇਡਾ ਦੇ ਵਿੱਚ ਇੰਨਾ ਈਜ਼ੀ ਹੋ ਗਿਆ ਨਾ, ਇੰਡੀਆ ਦੇ ਕਿਸੇ ਹੋਰ ਜਗ੍ਹਾ ਤੋਂ ਵੀ ਆਉਣਾ, ਲੋਕਾਂ ਨੂੰ ਏਦਾਂ ਲੱਗਦਾ ਜਿੱਦਾਂ ਚੰਡੀਗੜ੍ਹ ਤੋਂ ਦਿੱਲੀ ਜਾਣਾ ਹੁੰਦਾ ਵੀ ਇੰਨਾ ਛੇਤੀ ਵੀਜ਼ੇ ਮਿਲੀ ਜਾਂਦੇ, ਇੰਨੇ ਛੇਤੀ ਇੱਥੇ ਪੱਕੇ ਹੋ ਜਾਂਦੇ। ਸਾਡੇ ਟਾਈਮ ਦੇ ਵਿੱਚ ਤਾਂ ਇਹ ਹੈ ਨਹੀਂ ਸੀ ਇੰਨਾ ਕੁਛ, ਹੁਣ ਸੌਖਾ ਹੋ ਗਿਆ ਜੀ। ਥੋੜਾ ਜਿਹਾ ਹੁਣ ਇਹਦਾ ਹਿਸਾਬ ਵੀ ਰੱਖਣਾ ਪੈਣਾ, ਕੈਨੇਡਾ ਦਾ ਫਿਊਚਰ ਵੀ ਕੀ ਹੈ, ਹਿਸਾਬ ਦੇ ਨਾਲ ਸਾਰਾ ਕੁਝ ਕਰਨਾ ਚਾਹੀਦਾ ਇੱਥੇ ਟੂਡੋ ਨੂੰ ਵੀ। ਜੀ ਬਿਲਕੁਲ ਜੀ, ਅਸੀਂ ਲਾਈਕ ਕਰਦੀ ਲਿਬਰਲ ਪਾਰਟੀ ਨੂੰ, ਮੈਂ ਇਹੀ ਕਹਿਣਾ ਸੀ ਜੀ, ਭਾਜੀ ਨੇ ਕਿਹਾ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਜੀ ਧਾਲੀਵਾਲ ਜੀ ਦੇਖੋ ਬਾਕੀ ਹੁਣ ਆਪਾਂ ਕਈ ਕੈਟਾਗਰੀਜ਼ ਹੈਗੀਆਂ, ਹੁਣ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਹੈਗੇ, ਉਹਦੇ ਵਿੱਚ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ, ਕਿਉਂ? ਕਿਉਂਕਿ ਉਹ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਹੈ। ਇਸੇ ਤਰ੍ਹਾਂ ਸਪਾਊਸਲ ਕੇਸਿਸ, ਠੀਕ ਹੈ ਨਾ, ਸਪਾਊਸਲ ਕੇਸਿਸ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੇ ਵਿੱਚ ਉਹ ਜਿਹੜੀ ਆ ਉਹ ਲੈਂਗੁਏਜ ਦੀ ਰਿਕੁਆਇਰਮੈਂਟ ਦੀ ਕੋਈ ਪਲਾਨ ਹੈ ਨਹੀਂ ਗੀ, ਉਹਦੇ ਵਿੱਚ ਜਿੰਨੇ ਵੀ ਲੋਕ ਆਉਣ, ਇਸੇ ਤਰ੍ਹਾਂ ਜਿਹੜੇ ਰਿਫਿਊਜੀਜ਼ ਹੈਗੇ ਆ, ਕਿਉਂਕਿ ਪਹਿਲਾਂ ਉਹਨਾਂ ਨੇ ਗੱਲ ਕਰਕੇ ਉਹਦੇ ਵਿੱਚ ਜਿਹੜੀ ਆ ਉਹ ਰਿਕੁਆਇਰਮੈਂਟ ਨਹੀਂ ਗੀ ਕਿ ਇੰਗਲਿਸ਼ ਆਉਣੀ ਚਾਹੀਦੀ ਕਿ ਨਹੀਂ, ਕਿਉਂਕਿ ਉਹ ਹਿਊਮੈਨਿਟੇਰੀਅਨ ਬੇਸਿਸ ਤੇ। ਸੋ ਜਿਹੜੀਆਂ ਕਈ ਕੈਟਾਗਰੀਜ਼ ਹੈਗੀਆਂ ਜਿਹਦੇ ਵਿੱਚ ਇੰਗਲਿਸ਼ ਦੀ, ਪਰ ਜਦੋਂ ਗੱਲ ਆਉਂਦੀ ਹੈਗੀ ਵਰਕ ਪਰਮਿਟ ਇਸ਼ੂ ਕਰਨ ਦੀ ਗੱਲ, ਉਹ ਜਦੋਂ ਪਹਿਲਾਂ ਸਰਕਾਰ ਪੁਰਾਣੀ ਸੀ, ਉਹ ਇੱਕ ਜਿਹੜਾ ਸੀ ਉਹ ਆਇਲਸ ਦਾ ਟੈਸਟ ਜਿਹੜਾ ਸੀ ਉਹ ਲੈ ਕੇ ਆਏ। ਉਹ ਆਇਲਸ ਦਾ ਟੈਸਟ ਜਿਹੜਾ ਹੈਗਾ, ਉਹ ਜੇ ਹੁਣ ਕੋਈ ਬਾਹਰੋਂ ਆਉਂਦਾ ਤਾਂ ਉਹ ਪਹਿਲਾਂ ਉਹਦੀ ਟੈਸਟ ਹੁੰਦਾ ਵੀ ਚੈੱਕ ਕਰ ਲੈਂਦੇ ਵੀ ਇਹਨੂੰ ਇੰਗਲਿਸ਼ ਆਉਂਦੀ ਆ ਕਿ ਨਹੀਂ ਆਉਂਦੀ, ਤਾਂ ਹੀ ਉਹਨੂੰ ਵੀਜ਼ਾ ਜਿਹੜਾ ਹੈਗਾ ਉਹ ਉੱਥੇ ਦਿੰਦੇ ਹੈਗੇ ਆ ਜਦੋਂ ਆਪਾਂ ਵਰਕ ਪਰਮਿਟ ਬਾਹਰੋਂ ਲੈ ਕੇ ਆਉਣਾ। ਪਰ ਜਦੋਂ ਲੋਕ ਇੱਥੇ ਆ ਜਾਂਦੇ ਨੇ, ਉਹਦੇ ਲਈ ਵੀ ਕੀ ਆ ਕਿ ਅਸੀਂ ਜਿਹੜੇ ਨੇ ਕਈ ਤਰੀਕੇ ਅਪਣਾ ਰਹੇ ਹਾਂ। ਪਹਿਲਾਂ ਵਰਕ ਪਰਮਿਟ ਲੈ ਲਿਆ ਜੀ ਫਾਰਮ ਵਰਕਰ ਦਾ, ਠੀਕ ਹੈ ਨਾ, ਜਦੋਂ ਤੁਸੀਂ ਫਾਰਮ ਵਰਕਰ ਦਾ ਪਰਮਿਟ ਲਿਆ ਉਹਦੇ ਵਿੱਚ ਇੰਗਲਿਸ਼ ਦੀ ਤੁਹਾਨੂੰ ਜ਼ਰੂਰਤ ਨਹੀਂ ਗੀ, ਪਰ ਫਿਰ ਕੀ ਕਰਦੇ ਆ ਉਹ ਫਾਰਮ ਵਰਕਰ ਦਾ ਛੱਡ ਦਿੰਦੇ ਕਿਉਂਕਿ ਇੰਗਲਿਸ਼ ਆਉਂਦੀ। ਫਿਰ ਅਸੀਂ ਕੋਈ ਕੰਸਟਰਕਸ਼ਨ ਚਲੇ ਗਿਆ, ਕੋਈ ਹੋਰ ਚਲੇ, ਉਹ ਜਦੋਂ ਅਸੀਂ ਇਹ ਜਿਹੇ ਲੂਪ ਹੋਲ ਲੱਭ ਕੇ ਉਧਰ ਨੂੰ ਜਾਣ ਦੀ ਕੋਸ਼ਿਸ਼ ਕਰਦੇ, ਉਸ ਕਰਕੇ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ। ਕੋਸ਼ਿਸ਼ ਇਹੀ ਕਰਨ ਪਲੀਜ਼, ਜਿਸ ਤਰ੍ਹਾਂ ਭੈਣ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਨੇ ਜਾਂ ਤਾਂ ਉਹਨੂੰ ਫੋਲੋ ਕਰਨ, ਨਹੀਂ ਤਾਂ ਐਕਸਪੈਕਟੇਸ਼ਨ ਇਹ ਹੈਗੀਆਂ ਵੀ ਥੋੜੀ ਘਣੀ ਜਿਹੜੀ ਇੰਗਲਿਸ਼ ਹੈਗੀ ਆ ਉਹਦੇ 4 ਸਕੋਰ, ਪਰ ਕੋਸ਼ਿਸ਼ ਸਾਡੀ ਹੈਗੀ ਆ ਵੀ ਜੇ 3 3.5 ਉਹ ਬੈਂਡ ਕਰ ਦੇਣ ਤਾਂ, ਪਰ ਮੈਨੂੰ ਲੱਗਦਾ ਬਹੁਤ ਮੁਸ਼ਕਲ ਆ ਕਿ ਮਿਨਿਸਟਰ ਨੂੰ ਅਸੀਂ ਇੱਥੇ ਕਨਵਿੰਸ ਜਿਹੜਾ ਉਹ ਕਰ ਪਾਵਾਂਗੇ। ਠੀਕ ਹੈ, ਯਾਨੀ ਕਿ ਸਾਫ਼ ਤੌਰ ਦੇ ਉੱਤੇ ਕਹੇ ਵੀ ਜਦੋਂ ਅਸੀਂ ਪਾਲਿਸੀ ਨੂੰ ਛੱਡ ਕੇ ਹੋਰ ਰਸਤੇ ਲੱਭਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ। ਪਰ ਓਵਰਆਲ ਜੇ ਦੇਖਿਆ ਜਾਵੇ ਵਰਕ ਪਰਮਿਟ ਵਾਲਿਆਂ ਦੀ ਗੱਲ ਕੀਤੀ ਤਾਂ ਹੁਣ 30,000 ਐਪਲੀਕੇਸ਼ਨ ਸੀ ਜਿਹੜੀ ਉਹ ਭਰੀ ਨਹੀਂ, ਭਰੀ ਗਈ। ਬਿਲਕੁਲ ਦੇਖੋ ਨਾ, ਜੇ ਹੁਣ ਕੋਈ ਫਾਰਮ ਵਰਕਰ ਆਇਆ ਹੁੰਦਾ ਇੱਥੇ ਪਹਿਲਾਂ, ਜੇ ਉਹ ਬਹੁਤ ਇੱਥੇ ਮੈਂ ਦੇਖਿਆ ਡਾਕਟਰਾਂ ਨੇ ਵੀ ਜਿਹੜੇ ਸੀਗੇ ਕੋਈ BA ਪਾਸ, ਕੋਈ MA ਪਾਸ, ਕੋਈ BSc ਵਾਲੇ, ਉਹਨਾਂ ਨੇ ਵੀ ਫਾਰਮ ਦੇ ਪਰਮਿਟ ਲੈ ਲਏ। ਅੱਛਾ, ਉਹਨਾਂ ਦਾ ਕੀ ਪ੍ਰੋਬਲਮ ਕੀ ਆਈ ਹੈ? ਦੇਖੋ ਜਿਹੜੀ ਅਸਲੀਅਤ ਤਾਂ ਪਤਾ ਹੀ ਹੈ ਸਾਰਿਆਂ ਨੂੰ, ਉਹਦੇ ਵਿੱਚ ਜੇ ਹੁਣ ਉਹ ਵਰਕ ਕਰਦੇ ਰਹਿੰਦੇ ਫਾਰਮ ਦੇ ਵਿੱਚ, ਘੰਟੇ ਉਹਨਾਂ ਦੇ ਪੂਰੇ ਲੱਗਦੇ ਰਹਿੰਦੇ, ਫਿਰ ਤਾਂ ਕੰਮ ਚੱਲ ਗਿਆ ਸੀ। ਉਹ ਵਰਕ ਪਰਮਿਟ ਲੈ ਲਿਆ, ਕੰਮ ਫਾਰਮ 'ਚ ਕੀਤਾ ਨਹੀਂ,
ਤੇ ਫਿਰ ਕੀ ਕੀਤਾ, ਉਹ ਚੱਕ ਕੇ ਕੋਈ ਡਰਾਈਵਰ ਅੰਡਰਗਰਾਉਂਡ ਕਰਨ ਲੱਗ ਗਿਆ, ਕੋਈ ਕੰਸਟਰਕਸ਼ਨ ਚਲੇ ਗਿਆ, ਕੋਈ ਕਿਤੇ। ਉਹਦੇ ਨਾਲ ਕੀ ਹੋਇਆ, ਹੁਣ ਉਹ ਐਪਲੀਕੇਸ਼ਨਾਂ ਖੁੱਲ੍ਹ ਗਈਆਂ 30,000, ਹੁਣ ਉਹ ਸਾਰੇ ਪੱਕੇ ਹੋ ਜਾਣੇ ਸੀ। ਚਲੋ ਧਾਰੀਵਾਲ ਜੀ, ਹੁਣ ਮੈਂ ਤਾਂ ਹੁਣ ਇਹ ਕਹਿਣਾ ਚਾਹਾਂਗੀ ਵੀ ਹੁਣ ਜਿਹੜੇ ਆ ਗਏ ਨੇ, ਜਿਹੜੇ ਲੈ ਚੁੱਕੇ ਨੇ ਇਹ ਪ੍ਰੋਸੈਸ ਚੋਂ, ਬੇਸ਼ੱਕ ਆ ਚੁੱਕੇ ਹੋਏ ਨੇ, ਬੇਸ਼ੱਕ ਕਿਸੇ ਵੀ ਢੰਗ ਨਾਲ, ਹੁਣ ਹੱਲ ਤਾਂ ਉਹਦੇ ਲਈ ਕੁਝ ਕੱਢਣਾ ਪੈਣਾ ਨਾ। ਜਿਵੇਂ ਹੁਣ ਵਿਚਾਰੇ ਬੈਠੇ ਨੇ ਉਮੀਦ ਦੇ ਉੱਤੇ ਕਿ ਚਲੋ ਸਾਡੇ ਜਿਹੜੇ ਐਮਪੀ ਨੇ, ਸਾਡੀ ਜਿਹੜੀ ਸਰਕਾਰ ਹੈ ਉਹ ਸਾਡੀ ਸੁਣਵਾਈ ਐਟਲੀਸਟ ਕਰੇਗੀ, ਸੋ ਉਹਨਾਂ ਵਾਸਤੇ ਕੋਈ ਹੱਲ ਹੁਣ ਜ਼ਰੂਰ ਦੇ ਕੇ ਜਾਇਓ ਵੀ ਕੀ ਹੋ ਸਕਦਾ, ਉਹਨਾਂ ਨੂੰ ਕੋਈ ਵੇ ਦੱਸਿਓ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ? ਜੀ ਸੋ ਦੇਖੋ, ਹੱਲ ਮੈਂ ਇੱਕੋ ਹੀ ਆ। ਪਹਿਲੀ ਗੱਲ ਤਾਂ ਕੋਸ਼ਿਸ਼ ਕਰਨਾ ਇੰਗਲਿਸ਼ ਸਿੱਖਣ ਦੀ। ਆਇਲਸ ਜਿਹੜੇ ਨੇ $99 ਇੱਕ ਪੈਕੇਜ ਮਿਲ ਜਾਂਦਾ ਘਰੇ ਬੈਠੇ। ਅਸੀਂ ਕੋਸ਼ਿਸ਼, ਕਿਉਂਕਿ ਹੁਣ ਜੇ ਸਰੀ ਦੇ ਵਿੱਚ ਤਾਂ ਸਾਨੂੰ ਅੰਗਰੇਜ਼ੀ ਭੁੱਲ ਜਾਂਦੀ ਆ ਕੇ, ਜੇ ਪੰਜਾਬੀ ਜਦੋਂ ਬੋਲਦੇ ਆ। ਸੋ ਸਾਡਾ ਕੋਸ਼ਿਸ਼ ਕਰੀਏ ਕਿ ਅਸੀਂ ਜਿੰਨੀ ਵੱਧ ਤੋਂ ਵੱਧ ਕਨਵਰਸੇਸ਼ਨ ਜਾਂ ਉਹ ਇੰਗਲਿਸ਼ ਦੇ ਵਿੱਚ ਕਰੀਏ, ਆਪਣਾ ਜਿਹੜਾ ਵਾ ਉਹ ਕੋਸ਼ਿਸ਼ ਕਰੀਏ ਆਇਲਸ ਦਾ ਸਕੋਰ ਜਿਹੜਾ ਇੰਪਰੂਵ ਕਰਨ ਦੀ। ਬਾਕੀ ਗੌਰਮੈਂਟ ਜਿਹੜੀ ਆ ਸਮੇਂ ਮੁਤਾਬਕ ਜਿਹੜੀਆਂ ਪਾਲਿਸੀਆਂ ਲੈ ਕੇ ਆਉਂਦੀ, ਪਰ ਮੈਨੂੰ ਪ੍ਰਾਊਡ ਆ ਜਿੰਨੀਆਂ ਵਧੀਆ ਪਾਲਿਸੀਜ਼ ਸਾਡੀ ਗੌਰਮੈਂਟ, ਲਿਬਰਲ ਗੌਰਮੈਂਟ ਲੈ ਕੇ ਆਈ ਆ, ਅੱਜ ਤੱਕ ਹਿਸਟਰੀ 'ਚ ਜਿਹੜੀ ਆ ਉਹ ਕੋਈ ਹੋਰ ਗਵਰਨਮੈਂਟ ਨਹੀਂ ਲੈ ਕੇ ਆਈ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਮੈਡਮ, ਮੈਂ ਸਰਬਾਜੀ ਨਾਲ ਗੱਲ ਕਰਨੀ ਜੀ, ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਵੀ ਅਸੀਂ ਐਤਕੀ ਵਾਪਸੀ ਆਉਣਾ ਸੀ ਇੰਡੀਆ ਤੋਂ ਅਪ੍ਰੈਲ 17 ਨੂੰ। ਓਕੇ। ਤੇ ਕੋਵਿਡ ਕਰਕੇ ਫਿਰ ਬੰਦ ਹੋ ਗਈ ਸੀ, ਸਾਡਾ ਟਿਕਟ ਕੈਂਸਲ ਕਰਾਉਣਾ ਪੈ ਗਿਆ। ਅੱਛਾ ਜੀ। ਅਸੀਂ ਫਿਰ ਅਗਸਤ ਵਿੱਚ ਆਏ ਹਾਂ। ਓਕੇ। ਤੇ ਅਗਸਤ ਵਿੱਚ ਆਉਣ ਕਰਕੇ ਸਾਡੇ 6 ਮਹੀਨੇ ਜਿਹੜੇ ਪੈਨਸ਼ਨ ਵਾਸਤੇ ਪੂਰੇ ਨਹੀਂ ਹੋਣੇ। ਕੀ ਸਾਡੇ ਉਹ ਜਿਹੜੇ ਕੋਵਿਡ ਕਰਕੇ ਇਹ ਕੰਸੀਡਰ ਕਰਨਗੇ? ਟਿਕਟ ਸਾਡਾ ਅਪ੍ਰੈਲ ਦਾ ਸੀ, ਸਾਨੂੰ ਆਉਣਾ ਪਿਆ ਅਗਸਤ ਵਿੱਚ। ਬਿਲਕੁਲ ਕੋਈ ਪ੍ਰੋਬਲਮ 2020 ਦੀ ਗੱਲ ਹੈਗੀ ਆ ਜੀ। ਸਾਡਾ 6 ਮਹੀਨੇ ਨੂੰ ਕੰਸੀਡਰ ਕਰਨਗੇ ਇਹ ਕੋਵਿਡ ਕਰਕੇ? ਬਿਲਕੁਲ ਜੀ, ਆਪਾਂ ਇਸ ਸਵਾਲ ਦਾ ਜਵਾਬ ਲੈਣੇ, ਤੁਸੀਂ ਟੀਵੀ ਤੇ ਸੁਣ ਸਕਦੇ ਹੋ ਜੀ। ਧਾਰੀਵਾਲ ਦੇਖੋ, ਇਹਦਾ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜੇ ਤੁਸੀਂ ਸਟਕ ਹੋ ਗਏ ਸੀ ਕੋਵਿਡ ਕਰਕੇ, ਫਲਾਈਟਸ ਜਿਹੜੀਆਂ ਸੀ ਉਹ ਕੈਂਸਲ ਹੋ ਗਈਆਂ, ਤਾਂ ਉਹ ਜਿਹੜਾ ਹੈਗਾ ਉਹਦੇ ਵਿੱਚ ਅਸੀਂ 6 ਮਹੀਨੇ ਵਾਲੀ ਜਿਹੜੀ ਆ ਉਹ ਵੇਵ ਕੀਤੀ ਹੋਈ ਹੈ। ਜੇ ਫਿਰ ਵੀ ਇਹਨਾਂ ਨੂੰ ਇਸ਼ੂ ਆਉਂਦਾ, ਉਹ ਆਪਦੇ ਐਮਪੀ ਕੋਲ ਜਾਣ, ਕੋਈ ਇਸ਼ੂ ਨਹੀਂ ਉਹਨਾਂ ਨੂੰ ਜਿਹੜੀ ਪੈਨਸ਼ਨ ਆ ਉਹ ਸੋਲਵ ਹੋ ਜਾਏਗਾ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਜਲਦੀ ਆਪਣਾ ਸਵਾਲ ਦੱਸ ਦਿਓ। ਤੁਸੀਂ ਟੀਵੀ ਦੀ ਵੋਲੀਅਮ ਤੇ ਨਾ ਜਾਓ, ਟੀਵੀ ਦੀ ਵੋਲੀਅਮ ਘਟਾਓ ਜੀ। ਸਵਾਲ ਦੱਸੋ, ਕੀ ਕਹਿਣਾ ਚਾਹੁੰਦੇ ਹੋ? ਸਭ ਮੇਰਾ ਪਹਿਲਾ ਸਵਾਲ ਇਹੋ ਆ ਜੀ, ਜਿੱਦਾਂ ਹੁਣ ਜਿਹੜੇ CRB ਵਗੈਰਾ ਜਿਹੜੇ ਗਵਰਨਮੈਂਟ ਨੇ ਅਸਿਸਟੈਂਟ ਪ੍ਰੋਗਰਾਮ ਪਿੱਛੇ ਰੱਖੇ ਹੋ ਸੀਗੇ, ਉਹ ਕਈ ਵਾਰ ਫਾਇਰ ਬੈਕ ਵੀ ਕਰ ਰਹੇ ਆ ਜੀ। ਜਿੱਦਾਂ ਹੁਣ ਅਸੀਂ ਬਿਜ਼ਨਸ ਖੋਲਿਆ ਸੀਗਾ, ਸਾਡੇ ਨੂੰ ਵਰਕਰ ਨਹੀਂ ਉੱਥੇ ਮਿਲ ਰਹੇ, ਕਿਉਂਕਿ ਲੋਕ ਜਿਹੜੇ ਆ ਉਹ ਉਹਨਾਂ ਨੂੰ $2,000 ਆਈ ਜਾਂਦਾ। ਉਹ ਕਹਿੰਦੇ ਅਸੀਂ ਕਾਹਤੇ ਮਿਨੀਮਮ ਵੇਜ ਤੇ $16 ਤੇ ਕਾਹਤੇ ਕੰਮ ਕਰੀਏ ਜੀ। ਬਿਲਕੁਲ ਠੀਕ ਹੈ ਜੀ। ਦੇਖੋ, ਇਹਨਾਂ ਨੇ ਬਹੁਤ ਵਧੀਆ ਸੁਖ ਧਾਲੀਵਾਲ ਸਾਹਿਬ ਜੇ ਜਵਾਬ ਦੇਣ ਤਾਂ ਬਹੁਤ ਚੰਗਾ ਹੋਊਗਾ ਜੀ। ਬਿਲਕੁਲ ਜੀ, ਬਿਲਕੁਲ ਜੀ, ਆਪਾਂ ਇਸ ਟੌਪਿਕ ਤੇ ਹੀ ਗੱਲ ਕਰਦੇ ਹਾਂ। ਸੁਖ ਧਾਲੀਵਾਲ ਜੀ, ਇੱਕ ਹੋਰ ਕਾਲਰ ਆਪਣੇ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਹਾਂਜੀ ਜੀ, ਸਵਾਲ ਸਰ ਕੀ ਹੈ ਜੀ ਤੁਹਾਡਾ, ਦੱਸੋ। ਸਵਾਲ ਮੇਰਾ ਇਹ ਸੀ ਜੀ ਵੀ ਇਹਨਾਂ ਨੇ ਸੁਖ ਧਾਲੀਵਾਲ ਜੀ ਨੇ ਪਿਛਲੇ ਸਾਲ ਜਿਹੜਾ ਕਿਹਾ ਸੀ ਬਈ ਸੀਨੀਅਰ ਹੈ ਜਿਹੜੇ 75 ਸਾਲ ਤੋਂ ਉੱਪਰ ਹੈ ਉਹਨਾਂ ਦੀ ਪੈਨਸ਼ਨ ਵਧੂਗੀ, ਉਹਦੀ ਬਾਬਤ ਹਜੇ ਤੱਕ ਕੁਝ ਨਹੀਂ ਆਇਆ ਜੀ। ਬਿਲਕੁਲ ਜੀ, ਇਸ ਸੰਬੰਧੀ ਗੱਲ ਕਰਦੇ ਹਾਂ ਜੀ। ਧਾਲੀਵਾਲ ਜੀ, ਆਪਣੇ ਕੋਲ 2 ਕਾਲਰ ਦੇ ਸਵਾਲ ਆ ਗਏ, ਮੈਨੂੰ ਇੱਕ ਹੋਰ ਕਾਲਰ ਦੀ ਕਾਲ ਆ ਰਹੀ ਹੈ। ਮੈਂ ਜੀ ਬਾਅਦ ਚੋਂ ਕਾਲ ਅਟੈਂਡ ਕਰ ਲਈ, ਪਹਿਲਾਂ ਆਪਾਂ 2 ਸਵਾਲਾਂ ਦਾ ਜਵਾਬ ਦਈਏ। ਜਿਹੜਾ 75 ਤੋਂ ਉੱਤੇ ਹੈਗਾ ਉਹ ਬਜਟ ਦੇ ਵਿੱਚ ਉਹ ਪਾਸ ਹੋ ਗਿਆ। ਉਹ ਮੇਰੇ ਹਿਸਾਬ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਉਹ ਕਿਸ਼ਤ ਜਿਹੜੀ ਹੈਗੀ ਆ ਉਹ ਆਉਣੀ ਚਾਹੀਦੀ ਹੈ। ਉਹ ਜੂਨ ਤੋਂ ਮੇਰਾ ਖਿਆਲ ਨੈਕਸਟ ਤੋਂ ਜਿਹੜੀ ਸੀਗੀ ਉਹ ਆਟੋਮੈਟਿਕਲੀ ਜਿਹੜੀ ਹੈਗੀ ਉਹਨਾਂ ਦੀ ਉਹ ਵੱਧ ਜਾਣੀ ਚਾਹੀਦੀ ਹੈ ਕਿ ਵਨ ਟਾਈਮ ਪੇਮੈਂਟ ਜਿਹੜੀ ਆ ਮੇਰਾ ਖਿਆਲ ਮੇਲ ਜਿਹੜੀ ਆ ਉਹ ਕਰਤੀ ਗਈ ਆ। ਉਹਦੇ ਵਿੱਚ ਜਿਹੜੀ ਆ ਉਹ ਤਾਂ ਪਾਲਿਸੀ ਹੈਗੀ ਆ, ਉਹ ਬਜਟ ਦੇ ਵਿੱਚੋਂ ਪਾਸ ਹੋਈ। ਦੂਸਰੀ ਜਿਹੜੀ ਪਹਿਲਾਂ ਉਹਨਾਂ ਨੇ ਕੁਐਸਚਨ ਰੇਜ਼ ਕੀਤੇ ਜੋ ਸਾਨੂੰ ਹੋਰ ਵੀ ਬਹੁਤ ਪਾਸਿਓਂ ਇਹ ਸਵਾਲ ਆਏ ਵੀ ਜੀ ਲੋਕ ਫਾਰਮ ਦੇ ਵਿੱਚ ਫਾਰਮ ਤੇ ਨਹੀਂ ਜਾ ਰਹੇ ਜਾਂ ਹਸਪੀਟੈਲਿਟੀ ਇੰਡਸਟਰੀ ਦੇ ਵਿੱਚ ਨਹੀਂ ਲੋਕ ਵਾਪਸ ਜਾ ਰਹੇ। ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹਾਂ ਜਿਹੜਾ 2000 ਤੋਂ ਬੈਨੀਫਿਟ ਸੀਗਾ ਉਹ ਘਟਾ ਕੇ ਅਸੀਂ 1200 ਕਰ ਦਿੱਤਾ, 300 ਪ੍ਰਤੀ ਵੀਕ ਕਰ ਦਿੱਤਾ ਔਰ ਅਕਤੂਬਰ 'ਚੋਂ ਖਤਮ ਹੋ ਜਾਣਾ।
ਠੀਕ ਹੈ ਨਾ। ਪਰ ਇਹ ਲੋਕਾਂ ਨੂੰ ਵੀ ਚਾਹੀਦਾ, ਦੇਖੋ ਇਹ ਤਾਂ ਇੱਕ ਹੈਗਾ ਨਾ ਵੀ ਇੱਕ ਤਾਂ ਗਵਰਨਮੈਂਟ ਪਾਲਿਸੀ ਲੈ ਕੇ ਆਈ ਵੀ ਅਸੀਂ ਹੈਲਪ ਕਰਨਾ ਚਾਹੁੰਦੇ ਹਾਂ, ਦੂਸਰੇ ਪਾਸੇ ਸਾਡਾ ਵੀ ਤਾਂ ਨੈਤਿਕ ਫਰਜ਼ ਬਣਦਾ ਵੀ ਭਾਈ ਜੇ ਸਾਨੂੰ ਕੰਮ ਮਿਲਦਾ ਤਾਂ ਅਸੀਂ ਕੰਮ ਕਰੀਏ। ਜਿਹੜਾ $1200 ਹੁਣ ਹੈਗਾ ਉਹ ਤਾਂ ਸਿਰਫ ਇੱਕ ਵੈਲਫੇਅਰ ਦੀ ਹੈ, ਜਾਂ ਕੋਈ ਵੈਲਫੇਅਰ ਤੇ ਚਲੇ ਗਿਆ ਜਾਂ $1200। ਸੋ ਇਹ ਜਿਹੜਾ ਹੁਣ ਇਸ ਵੇਲੇ ਉਹ ਐਕਸਕਿਊਜ਼ ਬਣਾ ਕੇ ਘਰੇ ਬੈਠੇ ਆ ਵੀ ਜੀ ਸਾਨੂੰ 1200 ਆਉਂਦਾ ਅਸੀਂ ਨਹੀਂ ਜਾਣਾ, ਉਹ ਅਕਤੂਬਰ ਤਾਈਂ ਮੁੜ ਕੇ ਇਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ। ਜਦੋਂ ਅਕਤੂਬਰ 'ਚੋਂ ਖਤਮ ਹੋ ਗਿਆ ਇੰਪਲੋਇਰ ਵੀ ਤਾਂ ਦੇਖੂਗਾ। ਸੋ ਮੈਂ ਇਹੀ ਬੇਨਤੀ ਕਰਦਾ ਵੀ ਜਿਹੜੇ ਲੋਕ ਸੁਣਦੇ ਆ $1200 ਜਿਹਨੂੰ ਆ ਰਿਹਾ, ਜੇ ਨੌਕਰੀ ਦੀ ਖਾਲ ਆ ਤਾਂ ਉਹ ਵਾਪਸ ਜਿਹੜਾ ਉਹ ਜਾਣ, ਨਹੀਂ ਤਾਂ ਅਕਤੂਬਰ ਤੋਂ ਬਾਅਦ ਜਦੋਂ ਬੈਨੀਫਿਟ ਖਤਮ ਹੋ ਗਏ ਫਿਰ ਬੜਾ ਔਖਾ ਹੋਏ, ਫੈਸਿਲਿਟੀ ਨਹੀਂ ਮਿਲਣੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਧਾਰੀਵਾਲ ਨਾਲ ਜੀ। ਜੀ ਬਿਲਕੁਲ ਜੀ ਕਰ ਸਕਦੇ ਹੋ, ਬੋਲੋ ਜੀ ਕੀ ਸਵਾਲ ਹੈ। ਸਵਾਲ ਮੇਰਾ ਇਹ ਜੀ, ਮੈਨੂੰ ਜੀ 2018 ਚ ਮੇਰਾ ਵਿਆਹ ਸੀ ਇੰਡੀਆ, ਜਦੋਂ ਮੇਰੀ ਬੇਬੀ ਵੀ ਉੱਥੇ ਆ, ਮੇਰੀ ਵਾਈਫ ਵੀ ਇੱਥੇ ਇੰਡੀਆ ਹੀ ਆ। ਹਾਂਜੀ ਓਕੇ। ਹਾਂਜੀ ਉਹਨਾਂ ਨੂੰ ਵੀ ਜਿੱਦਾਂ ਹੁਣ ਇੰਨਾ ਚਿਰ ਹੋ ਗਿਆ ਆਪਣੀ ਸੋਨੇ ਬਾਰੇ ਕੁਝ ਸੋਚੋ ਜੀ, ਖਾਸ ਕਰਕੇ ਕਰੀ ਜਾਂਦੇ ਆ, ਕੁਛ ਦੱਸ ਦਿੰਦੀ ਹੈ ਜੀ ਜੀ ਠੀਕ ਸਟੂਡੈਂਟ ਆਈ ਜਾਂਦੇ ਆ, ਸਾਡੀ ਵਾਈਫ ਆਉਂਦੇ ਨਹੀਂ ਹੈਗੇ ਜੀ। ਬਿਲਕੁਲ ਜੀ ਕਰਦੇ ਹਾਂ ਇਸ ਸੰਬੰਧੀ ਗੱਲ, ਥੈਂਕ ਯੂ ਜੀ। ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਧਾਲੀਵਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਟੀਵੀ ਦੀ ਵੋਲਿਊਮ ਘਟਾ ਦਿਓ ਪਲੀਜ਼, ਮੈਨੂੰ ਸਵਾਲ ਦੱਸੋ। ਹਾਂਜੀ ਕੈਨੇਡੀਅਨ ਸਿਟੀਜ਼ਨ ਆ ਸੀ ਜੀ, ਬੋਲੋ ਜੀ। ਫਰਵਰੀ ਚ ਇੰਡੀਆ ਆਏ ਸੀਗੇ, ਇੱਥੇ ਆ ਕੇ ਅਸੀਂ ਸਟਕ ਹੋ ਗਏ ਹਨਾ, ਸਾਡੀ ਮਈ ਦੀ ਵਾਪਸੀ ਸੀਗੀ ਤੇ ਉਦੋਂ ਦੀ 에ਅਰ ਕੈਨੇਡਾ ਦੀ ਸਾਡੀ ਫਲਾਈਟ ਸੀ, ਮਤਲਬ ਅੱਗੇ ਦੀ ਅੱਗੇ ਹੋ ਰਹੀਆਂ ਹਨਾ, ਡਿਲੇ ਹੋ ਰਹੀਆਂ ਨੇ ਤੇ ਗਵਰਨਮੈਂਟ ਨੇ ਚਲਾਇਆ ਕਿ ਤੁਸੀਂ ਕਿਸੇ ਹੋਰ ਰੂਟ ਥਰੂ ਆ ਸਕਦੇ ਆ, ਪਰ ਹੁਣ ਅਸੀਂ ਤਾਂ ਯੰਗ ਹੈਗੇ ਆ, ਅਸੀਂ ਆ ਸਕਦੇ ਆ ਹਨਾ। ਮੇਰੇ ਫਾਦਰ ਇਨ ਲਾ ਹੀ 80 ਇਅਰਸ 올ਡ ਹਨਾ, ਤੇ ਉਹਨਾਂ ਨੂੰ ਅਸੀਂ ਲੈ ਕੇ ਆਉਂਦੇ ਆ ਵੀ ਉਹਨਾਂ ਨੂੰ ਆਲਰੇਡੀ ਮੈਡੀਕਲ ਇਸ਼ੂਜ਼ ਹੈਗੇ ਆ, ਰਸਤੇ 'ਚ ਕੋਈ ਮੈਡੀਕਲ ਇਸ਼ੂ ਹੁੰਦਾ ਤਾਂ who will be responsible for it। ਬਿਲਕੁਲ ਅਸੀਂ ਇੰਨਾ ਕੁ ਜ਼ਿਆਦਾ ਇੱਥੇ ਕੰਮ ਕਰ ਛੱਡ ਕੇ ਬੈਠੇ ਹੋਏ ਆ, ਬਹੁਤ ਫਸੇ ਹੋਏ ਆ, ਮਤਲਬ ਸਮਝ ਨਹੀਂ ਲੱਗ ਰਿਹਾ ਕਿ ਕੀ ਕਰੀਏ ਹਨਾ। ਅਸੀਂ ਇਹ ਕਹਿੰਦੇ ਆ ਕਿ ਗਵਰਨਮੈਂਟ ਇਹਦੇ ਲਈ ਕੁਝ ਕਰੇ ਪਲੀਜ਼। ਬਿਲਕੁਲ ਜੀ ਬਿਲਕੁਲ, ਥੈਂਕ ਯੂ ਜੀ। ਕਰਦੇ ਹਾਂ ਜੀ ਇਸ ਸੰਬੰਧੀ ਗੱਲ। ਧਾਲੀਵਾਲ ਜੀ ਕਾਲਰਸ ਮੇਰੇ ਨਾਲ ਬਹੁਤ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ? ਓਕੇ ਧਾਲੀਵਾਲ ਜੀ ਤੁਸੀਂ ਇਹ ਸਵਾਲਾਂ ਦਾ ਜਵਾਬ, ਇੱਕ ਹੋਰ ਕਾਲਰ ਕਾਲ ਕਰ ਰਹੇ, ਮੈਨੂੰ ਉਹਦਾ ਸਵਾਲ ਵੀ ਲੈ ਲੈਣ ਦਿਓ, ਇਕੱਠੇ ਜਵਾਬ ਦਿਓ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਜੀ ਕੀ ਸਵਾਲ ਹੈ, ਜਲਦੀ ਸਵਾਲ ਦੱਸ ਦਿਓ। ਹਾਂਜੀ ਸਵਾਲ ਹੈਗਾ ਜੀ, ਜਿਨ੍ਹਾਂ ਨੇ ਓਪਨ ਪਰਮਿਟ ਅਪਲਾਈ ਕੀਤਾ ਹੋਇਆ ਉਹਨਾਂ ਦੀ ਕੋਈ ਡੈਡਲਾਈਨ ਹੀ ਨਹੀਂ ਦਿੰਦੇ, 2 ਮਹੀਨੇ ਹੋ ਗਏ ਅਪਲਾਈ ਕੀਤਾ ਹੋਇਆ, ਕੋਈ ਆਂਦਾ ਨਹੀਂ ਪਿਆ। ਟੀਆਰ ਟੂ ਪੀਆਰ ਵੀ ਅਪਲਾਈ ਕੀਤਾ ਹੋਇਆ। ਠੀਕ ਹੈ ਜੀ ਜੀ ਬਿਲਕੁਲ ਆਪਾਂ ਕਰਦੇ ਹਾਂ ਜੀ ਇਸ ਰਿਗਾਰਡਿੰਗ ਗੱਲ। ਥੈਂਕ ਯੂ ਜੀ। ਧਾਲੀਵਾਲ ਸਰ ਹੁਣ ਦੇ ਦਿਓ ਜੀ ਜਵਾਬ, ਕਿਉਂਕਿ ਬਹੁਤ ਸਾਰੇ ਕਾਲਰ ਸਰ ਨੂੰ ਪਹਿਲਾਂ ਤਾਂ ਜਿਨ੍ਹਾਂ ਨੇ ਕਿਹਾ ਸੀ ਵੈਡਿੰਗ ਦਾ 2018 ਚ ਉਹਨਾਂ ਦਾ ਵਿਆਹ ਹੋਇਆ, ਦੇਖੋ ਮੈਂ ਐਸੀ ਟੇਕ ਪ੍ਰਾਈਡ ਕਿ ਜਿਹੜੇ 99% ਆਫ ਦੀ ਕੇਸਿਸ ਹੈਗੇ ਆ ਮੈਰਿਜ ਦੇ, ਜਿਹੜੇ ਸਿੰਪਲ ਕੇਸਿਸ ਸੀ ਜਿਹਦੇ ਵਿੱਚ ਕੋਈ ਕੰਪਲਿਕੇਸੀ ਨਹੀਂ ਹੈਗੀ, ਠੀਕ ਹੈ ਨਾ, ਉਹ ਜਿਹੜੇ ਕੇਸਿਸ ਨੇ ਅਸੀਂ ਜੇ ਕਿਉਂਕਿ ਮੈਂ ਇਹਨਾਂ ਦੇ ਇੰਡੀਵਿਜੂਅਲ ਕੇਸ ਤੇ ਨਹੀਂ ਕਰੂੰਗਾ, ਪਰ ਇੰਡੀਵਿਜੂਅਲ ਕੇਸ ਮੇਰੇ ਨਾਲ ਉਹ ਡਿਸਕਸ ਕਰ, ਪਰ ਜਨਰਲ ਦੱਸਦਾ ਵੀ ਉਹ ਅਸੀਂ 13 ਮਹੀਨੇ ਦੇ ਵਿੱਚ ਪ੍ਰੋਸੈਸ ਕਰਦੇ, ਔਰ 50,000 ਜਿਹੜੀਆਂ ਨੇ ਕੱਲੀਆਂ ਦਸੰਬਰ ਦੇ ਮਹੀਨੇ ਹੀ ਅਸੀਂ ਸਪਾਊਸਲ ਕੇਸ ਜਿਹੜੇ ਸੀ ਉਹ ਪ੍ਰੋਸੈਸ ਕੀਤੇ। ਹਾਂ 1% ਕੇਸ ਹੈਗੇ ਜਿਨ੍ਹਾਂ ਦੀਆਂ ਕੋਈ ਕੰਪਲਿਕੇਸੀਜ਼ ਹੈਗੀਆਂ, ਉਹਦੇ ਵਿੱਚ ਬਹੁਤ ਸਾਰੇ ਐਸੇ ਕੇਸ ਨੇ ਜਿਹੜੇ ਪਹਿਲਾਂ ਝੂਠਾ ਵਿਆਹ ਕਰਾ ਕੇ ਇੱਥੇ ਆਏ ਸੀ ਜਾਂ ਹੋਰ ਇਸ਼ੂ ਸੀਗੇ, ਉਹਨਾਂ ਦੀ ਉਹ ਫਾਈਲ ਹੈ ਜਿਹੜੀ ਉਹ ਰਿਵਿਊ ਦੇ ਵਿੱਚ ਹੋਣਗੀਆਂ। ਹਰੇਕ ਦਾ ਅੱਡੋ ਅੱਡ ਜਿਹੜਾ ਹੈਗਾ ਇਸ਼ੂ ਹੋ ਸਕਦਾ, ਪਰ ਮੈਨੂੰ ਲੱਗਦਾ ਨਹੀਂ ਹੈ ਕਿ ਇਹਨਾਂ ਦਾ 2018 ਵਾਲੀ ਫਾਈਲ ਜਿਹੜੀ ਆ ਉਹ ਜੇਕਰ ਕੋਈ ਕੰਪਲਿਕੇਸੀ ਨਾ ਹੋਵੇ, ਇਹਨਾਂ ਦੀ ਫਾਈਲ 'ਚ ਉਹ ਪ੍ਰੋਸੈਸ ਨਾ ਹੋਈ ਹੋਵੇ, ਤੇ ਕਿਉਂਕਿ 99% ਫਾਈਲ ਜਿਹੜੀਆਂ ਨੇ ਉਹ 12 ਮਹੀਨਿਆਂ ਦੇ ਵਿੱਚ 13 ਮਹੀਨਿਆਂ 'ਚ ਪ੍ਰੋਸੈਸ ਹੋਈਆਂ। ਦੂਸਰਾ ਜਿਹੜਾ ਸੀ ਭੈਣ ਉਹਨਾਂ ਨੇ ਕੀਤਾ, ਮੈਨੂੰ ਉਹਨਾਂ ਨਾਲ ਹਮਦਰਦੀ ਆ ਕਿ ਉਹਨਾਂ ਦਾ 80 ਈਅਰ 올ਡ ਜਿਹੜੇ ਉੱਥੇ ਕਿਉਂਕਿ ਫਰਵਰੀ 'ਚ ਗਏ ਆ, ਪਰ ਜਦੋਂ ਆਪਾਂ ਦੇਖ ਲਈਏ ਕਿ ਅਪ੍ਰੈਲ 'ਚ ਅਸੀਂ ਬੰਦ, ਉਹ ਬਹੁਤ ਲੰਮੇ ਸਮੇਂ ਤੋਂ ਪ੍ਰਾਈਮ ਮਿਨਿਸਟਰ ਵੀ ਇਹ ਕਹਿ ਰਹੇ ਸੀ, ਹੈਲਥ ਪ੍ਰੋਫੈਸ਼ਨਲ ਵੀ ਕਹਿ ਰਹੇ ਸੀ ਵੀ ਕੋਈ ਟਰੈਵਲ ਨਾ ਕਰੋ, ਠੀਕ ਹੈ ਨਾ, ਉਹ ਟਰੈਵਲ ਬੰਦ। ਸਾਨੂੰ ਵੀ ਈਵਨ ਐਜ਼ ਐਮਪੀਜ਼ ਵੀ ਸਾਨੂੰ ਵੀ ਟਰੈਵਲ ਬੰਦ ਸੀ, ਅਸੀਂ ਆਟੋਵਾ ਵੀ ਨਹੀਂ ਸੀ ਜਾ ਸਕਦੇ। ਇੱਥੇ ਦੀ ਗੱਲ ਤਾਂ ਜਿਹੜੀ ਹੈ ਬਾਹਰ ਜਾਣੀ ਤਾਂ ਉਹ ਲਹਿਦਾ ਗੱਲ ਹੈਗੀ, ਉਸ ਨੂੰ ਮੱਦੇਨਜ਼ਰ ਰੱਖ ਜਦੋਂ ਅਸੀਂ ਦੇਖਦੇ ਹੈਗੇ ਆ ਤਾਂ ਉਹ ਜਿਹੜਾ ਅਸੀਂ ਡਿਸੀਜਨ ਜਦੋਂ ਲਏ ਉਹ ਗਲਤ ਡਿਸੀਜਨ ਹੋ ਗਏ ਫੈਮਲੀਜ਼ ਤੋਂ। ਉਹਦੇ ਵਿੱਚ ਬਹੁਤ ਸਾਰੀਆਂ ਉਹਦਾ ਕਾਰਨ ਕੀ ਹੋਇਆ, ਉਹਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਝੂਠੇ ਟੈਸਟ ਪਾਸ ਕਰਾ ਕੇ ਆ ਰਹੇ ਸੀ, ਕੋਵਿਡ ਪੋਜ਼ਿਟਿਵ ਸੀਗੇ, ਨੈਗੇਟਿਵ ਲਿਖਾ ਕੇ ਆਉਂਦੇ ਸੀ। ਜਦੋਂ ਇੱਥੇ ਉਤਰੇ ਤਾਂ 50% ਤੋਂ ਵੱਧ ਕੇਸ ਜਿਹੜੇ ਸੀਗੇ ਉਹ
ਪੋਜ਼ਿਟਿਵ ਆ ਰਹੇ ਸੀ ਉਹ ਇੰਡੀਆ ਤੋਂ ਹੀ ਸੀ ਇਕੱਲੇ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆਂ ਕਿਉਂਕਿ ਕੈਨੇਡੀਅਨ ਦੀ ਸੇਫਟੀ, ਹੁਣ ਇਹ ਭੈਣ ਨੂੰ ਨਹੀਂ ਲਾ ਲਓ ਫਾਰ ਐਗਜ਼ਾਮਪਲ, ਇਹ ਟਰੈਵਲ ਕਰਦੇ, ਜੇ ਅਸੀਂ ਉਹ ਫਲਾਈਟ ਨਾ ਬੰਦ ਕਰਦੇ ਉਹਦੇ ਵਿੱਚ ਰਿਸਕ ਕਿਹਨੇ ਲੈਣਾ ਸੀ? ਇਹਨਾਂ ਨੇ ਲੈਣਾ ਸੀ। ਕਿਉਂ? ਕਿਉਂਕਿ ਇਹ ਵੀ ਟਰੈਵਲ ਕਰਦੇ ਸੀ। ਸੋ ਸਾਨੂੰ ਇਸ ਗੱਲ ਦੇ ਨਾਲ ਦੁੱਖ ਹੈਗਾ ਕਿ 80 ਈਅਰ ਦੇ, ਪਰ ਉਹ ਅਸੀਂ ਜਿਹੜਾ ਸੀ ਬਹੁਤ ਲੰਮੇ ਸਮੇਂ ਤੋਂ ਅਸੀਂ ਕਹਿ ਰਹੇ ਸੀ ਵੀ ਭਾਈ ਨਾ ਟਰੈਵਲ ਕਰੋ, ਨਾ ਟਰੈਵਲ ਕਰੋ। ਉਹ ਕਈ ਲੋਕਾਂ ਨੇ ਨਹੀਂ ਸੁਣਿਆ, ਉਹ ਫਿਰ ਵੀ ਚਲੇ ਗਏ। ਮੈਂ ਇਹ ਕਹਿੰਦਾ ਇਹ ਤਾਂ ਚਲੋ ਫਿਰ ਵੀ ਆਪਾਂ ਭੈਣ ਜੀ ਨੇ, ਔਰ ਜਿਹੜੇ ਕਈ ਬਹੁਤ ਰਿਸਪੌਂਸੀਬਲ ਪਰਸਨ ਵੀ ਚਲੇ ਗਏ। ਬਿਲਕੁਲ, ਦੇਖੋ ਐਸੇ ਵੀ ਹੋਣਗੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਨਹੀਂ ਸੀਗਾ, ਪੋਲੀਟੀਕਲੀ ਇਨਵੋਲਵਡ, ਜਿਨ੍ਹਾਂ ਨੂੰ ਪੋਲਿਟਿਕਸ ਦੇ ਵਿੱਚ ਨੇ। ਹੁਣ ਤੁਸੀਂ ਦੇਖੋ ਕਮਲ ਖੈਰਾ ਸੀਗੇ, ਉਹਨਾਂ ਨੇ ਟਰੈਵਲ ਕੀਤਾ, ਈਵਨ ਡੈਥ ਸਿਚੁਏਸ਼ਨ ਸੀ, ਸੈਟਲ ਗਏ, ਆ ਕੇ ਉਹਨਾਂ ਨੂੰ ਆਪਣੇ ਪਾਰਲੀਮੈਂਟਰੀ ਸੈਕਟਰੀ ਤੋਂ ਰਿਜ਼ਾਈਨ ਕਰਨਾ ਪਿਆ। ontario ਦੇ ਮਿਨਿਸਟਰ ਸੀ, ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਜਿਹੜਾ ਵੀ ਰਿਸਪੌਂਸ, ਮੈਂ ਤਾਂ ਇਹ ਕਹਿੰਦਾ ਲੋਕਾਂ ਨੂੰ ਸਗੋਂ ਸਾਨੂੰ ਸਖਤੀ ਨਾਲ ਨਜਿੱਠਣਾ ਚਾਹੀਦਾ। ਦੇਖੋ ਵੀ ਕਿ ਜਿਹੜਾ ਵੀ ਬੰਦਾ ਇਹਦੇ ਵਿੱਚ ਟਰੈਵਲ ਕੀਤਾ ਵਾ, ਠੀਕ ਹੈ ਨਾ, ਔਰ ਖਾਸ ਕਰਕੇ ਰਿਸਪੌਂਸੀਬਲ ਸਾਡੇ ਵਰਗਾ ਕੋਈ ਪੋਲੀਟੀਕਲੀ ਆਫਿਸ ਸੀਕ ਕਰਨਾ ਚਾਹੁੰਦਾ ਜਾਂ ਜਿਹੜਾ ਆਫਿਸ ਦੇ ਵਿੱਚ ਬੈਠਾ, ਪਹਿਲਾਂ ਤਾਂ ਉਹਨਾਂ ਦੇ ਜਿਹੜੀ, ਦੂਸਰਾ ਇਹ ਆ ਕਿ ਇਹਨਾਂ ਭੈਣਾਂ ਭਰਾਵਾਂ ਨੂੰ ਅਸੀਂ ਇਹੀ ਕਹਿੰਦੇ ਵੀ ਹਜੇ ਵੀ ਕੋਸ਼ਿਸ਼ ਕਰੋ, ਚਾਹੇ ਦੇਸ਼ ਖੁੱਲਦੇ ਜਾ ਰਹੇ ਆ, ਵੀ ਐਸੈਂਸ਼ੀਅਲ ਟਰੈਵਲ ਹੀ ਰੱਖੋ, ਜਿਹੜਾ ਆਮ ਟਰੈਵਲ ਆ ਉਹਨੂੰ ਪਲੀਜ਼ ਬੰਦ ਕਰੋ, ਤਾਂ ਕਿ ਇਹੋ ਜਿਹੀ ਸਮੱਸਿਆ 'ਚ ਹੋਰ ਲੋਕ ਜਿਹੜੇ ਆ ਉਹ ਨਾ ਫਸਣ। ਬਿਲਕੁਲ ਜੀ। ਧਾਲੀਵਾਲ ਜੀ, ਹੁਣ ਮੈਨੂੰ ਇਲੈਕਸ਼ਨ ਦੀ ਗੱਲ ਦੱਸ ਦਿਓ ਵੀ ਜਿਹੜੇ ਇਲੈਕਸ਼ਨ ਕਰਵਾਉਣੇ ਪੈ ਰਹੇ ਨੇ ਜਾਂ ਅਨਾਉਂਸਮੈਂਟ ਜਿਹੜੀ ਹੈ ਉਹ ਜੇ ਹੋ ਗਈ ਤਾਂ ਕਿਵੇਂ ਨਜਿੱਠੇਗੀ ਸਰਕਾਰ? ਕਿਉਂਕਿ ਸੇਫਟੀ ਬਹੁਤ ਵੱਡਾ ਮੁੱਦਾ ਹੈ। ਜੇ ਸੇਫਟੀ ਨੂੰ ਲੈ ਕੇ ਇੰਨੀਆਂ ਚੀਜ਼ਾਂ ਹੋ ਰਹੀਆਂ ਨੇ, ਲੋਕੀ ਫਲਾਈਟਾਂ ਨਹੀਂ ਛੱਡ ਪਾ ਰਹੇ, ਤਾਂ ਫਿਰ ਇਲੈਕਸ਼ਨ ਕਿਉਂ? ਦੇਖੋ ਪਹਿਲੀ ਗੱਲ ਇਹ ਹੈਗੀ ਆ ਕਿ ਇਲੈਕਸ਼ਨ ਦੀ ਗੱਲ ਹਮੇਸ਼ਾ ਜਿਹੜੀ ਆ ਉਹ ਆਪੋਜੀਸ਼ਨ ਪਾਰਟੀ ਨੇ ਕੀਤੀ ਅੱਜ ਤੱਕ। ਉਹ ਕਹਿੰਦੀਆਂ ਨੇ ਇਲੈਕਸ਼ਨ ਦੀ ਗੱਲ। ਸਾਡਾ ਫੋਕਸ ਕੀ ਰਿਹਾ ਤੁਸੀਂ ਦੇਖਦੇ ਹੋ ਕਿ ਕੋਵਿਡ ਨੂੰ ਪਹਿਲਾਂ ਕਿਸ ਤਰੀਕੇ ਨਾਲ ਨਜਿੱਠਣਾ, ਲੋਕਾਂ ਦੀ ਸਹਾਇਤਾ ਕਿੱਦਾਂ ਕਰਨੀ, ਵਿੱਤੀ ਸਹਾਇਤਾ ਕਿੱਦਾਂ ਕਰਨੀ, ਚਾਹੇ ਉਹ ਬਿਜ਼ਨਸ ਸੀ, ਚਾਹੇ ਪਰਸਨਲ ਲੋਕ ਸੀ, ਚਾਹੇ ਸਟੂਡੈਂਟ ਸੀ, ਚਾਹੇ ਬਜ਼ੁਰਗ ਸੀ ਸਾਡੇ, ਉਹ ਸੀ। ਸੈਕੰਡ ਸਾਡੀ ਫਿਰ ਪ੍ਰਾਇੋਰਟੀ ਸੀਗੀ ਕਿ ਮੁਹੱਈਆ ਕੀਤੀ ਜਾਵੇ ਵੈਕਸੀਨੇਸ਼ਨ। ਉਹ ਅਸੀਂ ਆਪਣੇ ਸਤੰਬਰ ਤਾਈਂ ਕਿਹਾ ਸੀ, 2 ਮਹੀਨੇ ਪਹਿਲਾਂ ਅਸੀਂ ਆਪਣਾ ਵਾਅਦਾ ਉਹ ਪੂਰਾ ਕਰ ਦਿੱਤਾ। ਉਸ ਤੋਂ ਬਾਅਦ ਹੁਣ ਹੈਗੀ ਅਗਲੇ ਪੜਾਅ 'ਚ ਜਾਣ ਦੀ ਗੱਲ। ਅਗਲੇ ਪੜਾਅ 'ਚ ਜੇ ਲੈ ਕੇ ਜਾਣਾ ਅਸੀਂ ਤਾਂ ਸਾਨੂੰ ਜਿਹੜੀ ਆ ਉਹ ਇਕਨੋਮਿਕ ਰਿਕਵਰੀ ਦੀ ਗੱਲ ਆ, ਉਹ ਗੱਲ ਹੈਗੀ, ਉਹ ਗੌਰਮੈਂਟ ਨੇ ਆਪਣੀ ਪਲਾਨ ਜਿਹੜੀ ਆ ਉਹ ਪੁੱਟ ਟੂਗੈਦਰ ਕਰਨੀ। ਹੁਣ ਪਿੱਛੇ ਦੇਖਿਆ ਜਾਵੇ, ਬਜਟ ਪਾਸ ਕਰਨਾ ਸੀ, ਕੰਜ਼ਰਵੇਟਿਵ ਰਾਹ 'ਚ ਰੋੜਾ ਬਣਨੀ, ਜਿਹੜਾ ਸੀਗਾ এনवायरमेंटल ਬਿੱਲ ਪਾਸ ਕਰਨਾ ਸੀ, ਉਹਦੇ ਵਿੱਚ ਵੀ ਰਾਹ 'ਚ ਰੋੜਾ ਬਣੀ। ਉਸ ਤੋਂ ਬਾਅਦ ਜਿਹੜਾ ਸੀ ਕਨਵਰਜਨ ਥੈਰੇਪੀ ਦਾ ਬਿੱਲ, ਉਹ 'ਚ ਵੀ ਰੋੜਾ। ਹਰ ਇੱਕ ਬਿੱਲ ਜਿਹੜਾ ਲੈ ਕੇ ਆ ਰਹੀ ਸੀ ਗੌਰਮੈਂਟ, ਉਹਦੇ ਵਿੱਚ ਕੰਜ਼ਰਵੇਟਿਵ ਜਿਹੜੇ ਨੇ ਉਹ ਰੋੜਾ ਬਣਦੇ ਰਹੇ। ਹਰ ਚੀਜ਼ ਨੂੰ ਜਿਹੜਾ ਸੀ, ਜੇ ਬਜਟ ਲੋਕਾਂ ਤਾਈਂ ਪੈਸੇ ਜਾਣੇ ਸੀ, ਇਹਨਾਂ ਨੇ ਲੋਕਾਂ ਲਈ ਡਿਲੇ ਕੀਤੀ। ਹੁਣ ਅੱਗੇ ਪ੍ਰਧਾਨ ਮੰਤਰੀ ਦੇ ਡਿਪੈਂਡ ਕਰਦਾ ਇਲੈਕਸ਼ਨ, ਕਿਉਂਕਿ ਦੇਖੋ ਮਿਨੋਰਟੀ ਗਵਰਨਮੈਂਟ ਆ, ਕੈਨ ਬੀ ਐਨੀ ਟਾਈਮ। ਹੋ ਸਕਦਾ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਆਪਣੀ ਪਲਾਨ ਲੈ ਕੇ ਆਉਣੀ ਚਾਹਣ, ਉਹ ਦੱਸਣਾ ਚਾਹਣ ਲੋਕਾਂ ਨੂੰ, ਤਾਂ ਉਹ ਕਿਸੇ ਟਾਈਮ ਵੀ ਜਿਹੜਾ ਹੈਗਾ ਉਹ ਲੋਕਾਂ ਦੇ ਕੋਲ ਮੈਂਡੇਟ ਲੈ ਕੇ ਜਾ ਸਕਦੇ। ਪਰ ਜੇ ਇਲੈਕਸ਼ਨ ਹੁੰਦਾ ਤਾਂ ਇਲੈਕਸ਼ਨ ਕੈਨੇਡਾ ਨੇ ਮੇਕ ਸ਼ੋਰ ਕੀਤਾ ਕਿ ਉਹ ਸੇਫਲੀ ਹੋਏਗਾ। ਉਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਜਿਹੜੀ ਸੇਫਟੀ, ਚਾਹੇ ਉਹ EMPLOYEES ਨੇ, ਚਾਹੇ ਉਹ ਵੋਟਰ ਨੇ, ਉਹਨਾਂ ਦੀ ਸੇਫਟੀ ਜਿਹੜੀ ਹੈਗੀ ਆ ਉਸ ਨੂੰ ਮੱਦੇਨਜ਼ਰ ਰੱਖਿਆ ਜਾਊਗਾ। ਮੇਕ ਸ਼ੋਰ ਕੀਤਾ ਜਾਊ ਕਿ ਉਹਨਾਂ ਦੀ ਹੈਲਥੀ ਐਂਡ ਸੇਫਟੀ ਜਿਹੜੀ ਹੈਗੀ ਆ ਉਹ ਫਸਟ ਪ੍ਰਾਇੋਰਟੀ ਸਾਡੀ ਹੋ। ਬਿਲਕੁਲ। ਸੁਖ ਧਾਲੀਵਾਲ ਜੀ, ਬਹੁਤ ਬਹੁਤ ਸ਼ੁਕਰੀਆ ਸ਼ੋਅ ਦੇ ਵਿੱਚ ਆਉਣ ਲਈ, ਇੰਨੀਆਂ ਸਾਰੀਆਂ ਗੱਲਾਂ ਕਰਨ ਲਈ। ਔਰ ਕਾਲਰਸ ਜਿਹੜੇ ਨੇ ਜਿਹੜੇ ਕਹਿ ਰਹੇ ਸੀ ਅਸੀਂ ਪਰੇਸ਼ਾਨ ਆ, ਐਨਜ਼ਾਈਟੀ ਹੋ ਰਹੀ ਹੈ ਸਾਨੂੰ, ਐਟਲੀਸਟ ਉਹਨਾਂ ਨੂੰ ਮਿਲਣ ਦਾ ਬਹੁਤ ਵੱਡੀ ਉਮੀਦ ਮਿਲੀ ਹੋਏਗੀ ਇਹਨਾਂ ਗੱਲਾਂ ਦੇ ਨਾਲ। ਤੇ ਬਾਕੀ ਜੇ ਹੁਣ ਇਲੈਕਸ਼ਨ ਅਨਾਉਂਸ ਹੁੰਦੇ ਨੇ ਤਾਂ ਵਧੀਆ ਹੈ, ਕਿਉਂਕਿ ਫੈਡਰਲ ਗਵਰਨਮੈਂਟ ਲੋਕਾਂ ਲਈ ਬਹੁਤ ਚੰਗੀਆਂ ਸਕੀਮਾਂ ਹੋਰ ਲੈ ਕੇ ਆਏਗੀ। ਤਾਂ ਆਈ ਥਿੰਕ ਜ਼ਰੂਰੀ ਵੀ ਹੈ, ਕਿਉਂਕਿ ਕੋਵਿਡ ਦੇ ਦੌਰਾਨ ਲੋਕੀ ਬਹੁਤ ਜ਼ਿਆਦਾ ਸਟਕ ਹੋਏ ਹੈ, ਲੋਕਾਂ ਦੇ ਕਾਰੋਬਾਰਾਂ ਤੇ ਮਾਰ ਪਈ ਹੈ। ਸੋ ਉਹ ਵੀ ਸ਼ਾਇਦ ਇਹੀ ਉਮੀਦ ਕਰਦੇ ਨੇ ਕਿ ਕੋਈ ਸਾਡੇ ਵਾਸਤੇ ਚੰਗਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਜਿਹੜਾ ਹੈ ਕੁਛ ਨਿਕਲ ਕੇ ਆਏ। ਦੇਖੋ ਨੈਚੁਰਲੀ ਹੁਣ ਅੱਗੇ ਮੂਵਿੰਗ ਫਾਰਵਰਡ ਸਾਡੀ ਕੋਈ ਪ੍ਰਾਇੋਰਟੀ ਆ, ਉਹ ਹੈਗੀ ਕਿ ਕੈਨੇਡਾ ਦੀ ਇਕਨੋਮਿਕ ਰਿਕਵਰੀ ਕਿੱਦਾਂ ਕਰਨੀ, ਤਾਂ ਕਿ ਜਿਹੜੀਆਂ ਮਿਲੀਅਨ ਜੌਬਸ ਲੂਜ਼ ਹੋਈਆਂ ਉਹ ਜੌਬਸ ਕਿਸ ਤਰੀਕੇ ਨਾਲ ਲੈ ਕੇ ਆਉਣੀਆਂ, ਔਰ ਲੋਕ ਜਿਹੜੇ ਨੇ ਔਰ ਬਿਜ਼ਨਸ ਜਿਹੜੇ ਨੇ ਉਹ ਕਿੱਦਾਂ ਖੁਸ਼ਹਾਲ ਬਣਾਉਣੇ ਆ। ਉਹ ਸਾਡੀ ਪਲਾਨ ਆ ਤੇ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਲੋਕ ਜਿਹੜੇ ਨੇ ਉਹ ਸਾਡਾ ਸਾਥ ਦੇਣਗੇ। ਬਾਕੀ ਜਿੱਥੇ ਤਾਈਂ ਸਰੀ ਨਿਊਟਨ ਦੀ ਗੱਲ ਆ, ਉੱਥੇ ਤਾਈਂ 24/7 ਅਸੀਂ ਕੋਵਿਡ ਦੇ ਦੌਰਾਨ ਵੀ ਆਪਣਾ ਆਫਿਸ ਜਿਹੜਾ ਵਾ ਉਹ ਬੰਦ ਨਹੀਂ ਕੀਤਾ। ਲੋਕਾਂ ਨੂੰ ਸੇਵਾ ਜਿਹੜੀ ਸੀਗੀ ਉਹ ਮੁਹੱਈਆ ਕਰਾਉਂਦੇ ਰਹੇ ਆ। ਚਾਹੇ ਉਹ ਲੋਕ ਇੰਡੀਆ 'ਚ ਸਟਰਕ ਸੀਗੇ, ਉਹਨਾਂ ਨੂੰ ਦਿਨ ਰਾਤ ਇੱਥੇ ਲੈ ਕੇ ਆਉਣ ਦੀ ਗੱਲ ਕਰ ਲਓ, ਜਾਂ ਜਿਹੜਾ ਕਿਸੇ ਨੂੰ ਜਿਹੜੇ ਸੀ ਬਣਦੇ ਬੈਨੀਫਿਟਸ ਟਾਈਮ ਸਿਰ ਨਹੀਂ ਸੀ ਪਹੁੰਚ ਰਹੇ, ਕਿਸੇ ਦਾ ਸਪਾਊਸਲ ਕੇਸ, ਕਿਸੇ ਦਾ ਜੋ ਵੀ ਇਸ਼ੂ ਜਿਹੜੇ ਸੀ ਆਏ, ਉਹਨਾਂ ਨੂੰ ਬੜੀ ਚੰਗੀ ਤਰੀਕੇ ਦੇ ਨਾਲ ਮੈਂ ਕੋਸ਼ਿਸ਼ ਕੀਤੀ ਆਪਦੇ ਵੱਲੋਂ ਨਜਿੱਠਣ ਦੀ।
ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕੋਸ਼ਿਸ਼ ਹੋਊਗੀ ਕਿ ਬਹੁਤ ਸਾਰੇ ਕੁਐਸਚਨ ਜਿਹੜੇ ਅੱਜ ਰੇਜ ਹੋਏ ਆ ਇਹ ਜਿਹੜੇ ਨੇ ਮੈਂ ਅਗਲੇ ਲੈਵਲ ਤੇ ਜਿੱਥੇ ਮਿਨਿਸਟਰ ਕੋਲ ਲੈ ਕੇ ਜਾਣ ਦੀ ਗੱਲ ਆ ਉਹ ਅਸੀਂ ਮਿਨਿਸਟਰ ਕੋਲ ਲੈ ਕੇ ਜਾਵਾਂ ਮੈਂ ਜਿਹੜੇ ਆਪ ਅਸੀਂ ਕਰ ਸਕਦੇ ਹਾਂ ਜੇ ਮੈਂਬਰ ਆਫ ਪਾਰਲੀਮੈਂਟ ਉਹ ਵੀ ਅਸੀਂ ਕੋਸ਼ਿਸ਼ ਕਰੀਏ। ਸੋ ਮੈਂ ਬਹੁਤ ਧੰਨਵਾਦ ਤੁਹਾਡਾ ਵੀ ਕਰਦਾ ਔਰ ਕਾਲਰ ਦਾ ਵੀ, ਕਿਉਂਕਿ ਕਾਲਰਸ ਦਾ ਇਹ ਬੜਾ ਇੰਪੋਰਟੈਂਟ ਆ, ਕਿਉਂਕਿ ਸਾਨੂੰ ਜਿਹੜੀ ਹੈਗੀ ਹੈ ਨੌਲੇਜ ਇਜ਼ ਪਾਵਰ, ਸਾਡੀ ਨੌਲੇਜ ਗ੍ਰਾਸ ਰੂਟਸ ਤੋਂ ਆਉਣੀ। ਹੁਣ ਜੇ ਇੰਨੇ ਕਾਲਰ ਸਾਨੂੰ ਸਵਾਲ ਹੀ ਨਹੀਂ ਕਰਨਗੇ ਤਾਂ ਪਤਾ ਕਿਵੇਂ ਲੱਗੂਗਾ। ਉਹਨਾਂ ਨੇ ਬੀਬੀ ਨੇ ਦੱਸਿਆ ਕਿ ਮੇਰਾ 80 ਈਅਰ ਦਾ ਉੱਥੇ ਉਹਨਾਂ ਦਾ ਫਾਦਰ ਉੱਥੇ ਸਟਕ ਹੈਗਾ, ਦੇਖੋ ਉਹਦੇ ਨਾਲ ਹੁਣ ਸਾਡੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਦੇਖੋ ਜੇ ਬਾਕੀ ਤਾਂ ਲੋਕ ਕੋਈ ਮੈਕਸੀਕੋ, ਸਵਿਟਜ਼ਰਲੈਂਡ, ਇੰਗਲੈਂਡ ਬਾਕੀ ਪਾਸਿਓਂ ਦੀ ਆ ਰਿਹਾ, ਪਰ ਇਹ ਜੇ ਚੀਜ਼ਾਂ ਸਾਨੂੰ ਤਾਂ ਹੀ ਪਤਾ ਲੱਗਣਗੀਆਂ ਵੀ ਜੇ ਪਰਿਵਾਰਾਂ ਨੂੰ ਕੋਈ ਇਸ਼ੂ ਆ ਰਿਹਾ ਤਾਂ ਜੇ ਉਹ ਇਸ਼ੂ ਨੂੰ ਅਸੀਂ ਰਿਜ਼ੋਲਵ ਕਰਨ ਲਈ ਅੱਗੇ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੀ ਸਹਾਇਤਾ ਕਰਨੀ। ਜੀ ਬਿਲਕੁਲ। ਸੋ ਕੁਝ ਕਾਲਰ ਕਾਲ ਕਰ ਰਹੇ ਸੀਗੇ ਤੇ ਮੈਂ ਮਾਫੀ ਮੰਗਦੀ ਹਾਂ ਜੀ, ਹੁਣ ਕਾਲ ਜਿਹੜੀ ਆ ਉਹ ਪਿਕ ਹੋ ਨਹੀਂ ਪਾਣੀ ਕਿਉਂਕਿ ਸਮਾਂ ਹੋ ਗਿਆ ਇਜਾਜ਼ਤ ਲੈਣ ਦਾ। ਧਾਲੀਵਾਲ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਥੈਂਕਸ ਕਿ ਤੁਸੀਂ ਇੱਥੇ ਪਹੁੰਚੇ ਹੋ ਔਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਮਿਹਰਬਾਨੀ ਫਿਰ ਇੱਕ ਵਾਰ ਮੇਰੇ ਵੱਲੋਂ ਤੁਹਾਨੂੰ ਔਰ ਜਿੰਨੇ ਵੀ ਦਰਸ਼ਕ ਹੈਗੇ ਨੇ ਚੈਨਲ ਪੰਜਾਬੀ ਦੇ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ, ਚੜ੍ਹਦੀ ਕਲਾ ਲਈ ਅਰਦਾਸ। ਬਾਕੀ ਇਸੇ ਤਰ੍ਹਾਂ ਗੱਲਬਾਤ ਕਰਦੇ ਰਹੋ, ਫਿਰ ਕਿਸੇ ਦਿਨ ਟਾਈਮ ਲਾ ਲਾਂਗੇ। ਬਿਲਕੁਲ ਜੀ ਬਿਲਕੁਲ। ਸੁਖ ਧਾਲੀਵਾਲ ਜੀ ਤੁਹਾਨੂੰ ਆਉਣਾ ਪੈਣਾ ਕਿਉਂਕਿ ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ, ਲੋਕ ਇੰਤਜ਼ਾਰ ਕਰ ਰਹੇ ਹੁੰਦੇ ਵੀ ਸਾਡੇ ਐਮਪੀ ਸਾਡੇ ਕੋਲ ਆਉਣ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਦੇਣ। ਬਿਲਕੁਲ ਸਹੀ ਹੈ ਜੀ, ਹਾਜ਼ਰ ਹਾਂ ਔਰ ਅਕਾਊਂਟੇਬਲ ਆ ਉਹਨਾਂ ਲਈ। ਔਰ ਇਹੀ ਗੱਲ ਸੀ ਕਈ ਲੋਕ ਮੇਰੇ ਕ੍ਰਿਟਿਕ ਬਣ ਜਾਂਦੇ ਕਿਉਂਕਿ ਉਹ ਆਪ ਤਾਂ ਕਰ ਨਹੀਂ ਸਕਦੇ, ਉਹ ਇਹ ਮੈਨੂੰ ਕਹਿੰਦੇ ਜੀ ਇਹ ਵਿਆਹਾਂ ਤੇ ਭੋਗਾਂ ਤੇ ਸ਼ਾਦੀਆਂ ਤੇ ਕਿਉਂ ਜਾਂਦਾ, ਉਹ ਕਾਰਨ ਹੀ ਇਹ ਹੁੰਦਾ। ਹੁਣ ਜਦੋਂ ਮੈਂ ਇੱਕ ਵਿਆਹ ਤੇ ਜਾਂਦਾ ਸੀਗਾ ਉੱਥੇ 1500 ਬੰਦੇ ਨੂੰ ਜਾਂ 2000 ਬੰਦੇ ਨੂੰ ਜੇ ਤਿੰਨਾਂ ਚੌਂ ਤੇ ਵੀ ਗਿਆ, ਦੋ ਤੇ ਵੀ ਤਾਂ 2-4 ਹਜ਼ਾਰ ਜਦੋਂ ਮੈਨੂੰ ਉਹ ਕੈਨੇਡੀਅਨ ਲੋਕਾਂ ਨਾਲ ਮੇਰੀ ਮੁਲਾਕਾਤ ਹੁੰਦੀ ਉਹਦੇ ਵਿੱਚ ਇੱਕ ਜਿਹੜੇ ਸਵਾਲ ਅੱਜ ਇੱਥੇ ਠਾ ਰਹੇ ਇਹੀ ਗੱਲਾਂ ਹੁੰਦੀਆਂ ਸੀ, ਉਹ ਮੈਨੂੰ ਦੱਸਦੇ ਸੀ ਵੀ ਆਹ ਮੇਰੇ ਇਸ਼ੂਜ਼ ਨੇ। ਔਰ ਮੈਨੂੰ ਲੱਗਦਾ ਬਤੌਰ ਐਮਪੀ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਸ਼ਾਮਿਲ ਹੁੰਦੇ ਹੋ, ਜਾ ਕੇ ਪੁੱਛਦੇ ਹੋ ਉਹਨਾਂ ਨੂੰ, ਸੋ ਵਧੀਆ ਵੀ ਲੱਗਦੀ ਹੈ ਉਹ ਚੀਜ਼ ਕਿਉਂਕਿ ਉਹ ਅਸੀਂ ਆਪਣੇ ਟਾਈਮ ਤੇ ਨਹੀਂ ਤਾਂ ਹੁਣ ਮੈਨੂੰ ਰਾਤੀ ਦੀਪ ਗੱਲ ਦੱਸਦੇ ਸੀ, ਕਹਿੰਦੇ ਵੀ ਅਸੀਂ ਕਿਸੇ ਮੇਨ ਸਟ੍ਰੀਮ ਕਮਿਊਨਿਟੀ ਦਾ ਐਮਪੀ ਸੀ, ਉਹਨਾਂ ਨਾਲ ਗੱਲ ਕੀਤੀ ਵੀ ਸਮਰ ਦੇ ਵਿੱਚ ਉਹ ਕਹਿੰਦੇ ਮੇਰੇ ਕੋਲ ਸਮਰ 'ਚ 2 ਹੀ ਇਵੈਂਟ ਹੁੰਦੇ, ਇੱਕ ਕੈਨੇਡਾ ਡੇ ਦਾ, ਇੱਕ ਜਿਹੜਾ ਇਰਾਨੀਅਨ ਜਿਹੜਾ ਨਿਊ ਈਅਰ ਹੁੰਦਾ, ਉਦੋਂ ਬਿਨਾਂ ਕਹਿੰਦਾ ਮੇਰਾ ਕੋਈ ਇੰਗੇਜਮੈਂਟ ਨਹੀਂ। ਸਾਡੀ ਸਮਰ ਦੇ ਵਿੱਚ ਜਿਹੜੀ ਆ ਉਹ ਭੱਜਣ ਰੱਟਣ ਲੱਗੀ ਹੁੰਦੀ, ਨਹੀਂ ਤਾਂ ਫਿਰ ਨਹੀਂ ਤਾਂ ਇੰਡੀਆ ਵਾਲੀਆਂ ਸ਼ਿਕਾਇਤਾਂ ਧਾਲੀਵਾਲ ਜੀ ਤੁਹਾਡੇ ਤੋਂ ਵੀ ਸ਼ੁਰੂ ਹੋ ਜਾਣੀਆਂ ਵੀ ਕਿਉਂਕਿ ਇੰਡੀਆ ਦੇ ਜਿਹੜੇ ਮਿਨਿਸਟਰ ਨੇ, ਜਿਹੜੇ ਵੀ ਐਮਪੀ ਐਮਐਲਏ ਨੇ, ਉਹ ਕਿੱਥੇ ਜਾਂਦੇ ਨੇ ਆਮ ਲੋਕਾਂ ਦੇ ਵਿਆਹਾਂ ਸ਼ਾਦੀਆਂ 'ਚ। ਜਿਹੜਾ ਆਮ ਲੋਕਾਂ ਕੋਲ ਜਾਣਾ ਉਹ ਮੈਂ ਇਹ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਕ੍ਰਿਟਿਕ ਨੇ ਨਾ ਉਹ 1-2 ਦਿਨ ਤੁਰ ਕੇ ਦੇਖਣ ਮੇਰੇ ਨਾਲ, ਤੇ ਹੁਣ ਮੈਂ ਸਮਰ ਦੇ ਵਿੱਚ ਉਹਨਾਂ ਨੂੰ ਦਿਖਾਵਾਂ ਵੀ ਅੱਜ ਦੇਖੋ ਅੱਜ ਇੱਕੋ ਘੰਟੇ ਦੇ ਵਿੱਚ ਕਿੰਨੇ ਕੁਐਸਚਨ ਰੇਜ ਹੋਏ। ਜਦੋਂ ਘੰਟਿਆਂ ਬੱਧੀ ਅਸੀਂ ਸਮਾਂ ਲੋਕਾਂ 'ਚ ਜਾ ਕੇ ਵਿਚਰਦੇ ਹਾਂ ਤਾਂ ਉਹ ਸਾਡੇ ਨਾਲ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ, ਉਹੀ ਕਾਰਨ ਹੈਗਾ ਕਿ ਜਿਹੜੀ ਪਾਲਿਸੀ ਜੇ ਸ਼ੇਪ ਕਰਨੀ ਹੈਗੀ ਉਹ ਗ੍ਰਾਸ ਰੂਟਸ ਨੇ ਕਰਨੀ, ਜੇ ਇਸ਼ੂ ਆ ਰਹੇ ਨੇ ਉਹ ਅੱਗੇ ਰਿਜ਼ੋਲਵ ਹੋਣੇ, ਇਸੇ ਤਰ੍ਹਾਂ ਹੋਣੇ। ਸੋ ਮੈਂ ਕਾਲਰਾਂ ਦਾ ਬਹੁਤ ਬਹੁਤ ਧੰਨਵਾਦੀ ਜੀ। ਬਿਲਕੁਲ, ਥੈਂਕ ਯੂ ਧਾਲੀਵਾਲ ਜੀ ਗੱਲ ਕਰਨ ਦੇ ਲਈ। ਮਤਲਬ ਲਾਸਟ ਕਾਲਰ ਵੀ ਜਿਹੜੇ ਕਾਲ ਕਰਦੇ ਧਾਲੀਵਾਲ ਜੀ ਮੈਨੂੰ ਲੱਗਦਾ ਕਰ ਲਈ ਆਪਾਂ ਕਾਲ ਅਟੈਂਡ, ਜਾਂਦੇ ਹੋਏ ਵੀ ਇੱਕ ਆਖਰੀ ਕਾਲ ਆਪਾਂ ਸੁਣ ਲਈਏ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਦੱਸੋ ਜੀ, ਜਲਦੀ ਆਪਾਂ ਸ਼ੋਅ ਬੰਦ ਕਰਨ ਲੱਗੇ ਆ, ਦੱਸ ਦਿਓ ਜੀ ਕੀ ਸਵਾਲ ਹੈ। ਮੈਂ ਪੁੱਛਣਾ ਤਾਂ ਗੱਲ ਤੇ ਜਿਹਨਾਂ ਬੰਦਿਆਂ ਨੇ ਜਿੱਦਾਂ 8 ਮਹੀਨੇ ਕੰਮ ਫਾਰਮ ਚ ਕੀਤਾ, ਹਾਂਜੀ, ਤੇ ਹੁਣ ਉਹਨੂੰ ਟ੍ਰਾਂਸਫਰ ਕਰਕੇ ਤਾਂ ਆਪਣੇ ਰੈਸਟੋਰੈਂਟ ਦਾ ਕੋ ਪਰਮਿਟ ਆ ਤੇ ਉਹ ਅਪਲਾਈ ਕਰ ਸਕਦਾ। ਜੇਕਰ 1550 ਘੰਟੇ ਬਣਦੇ ਸੀਗੇ ਉਹਨਾਂ ਦੇ, ਉਹ ਬਿਲਕੁਲ ਜੇ ਉਹਨਾਂ ਦਾ 4 ਆਇਲਸ ਸਕੋਰ ਸੀਗਾ ਉਹ ਕਰ ਸਕਦੇ, ਕਿਉਂਕਿ ਦੋਨੇ ਦੇਖੋ ਜਿਹੜਾ ਰੈਸਟੋਰੈਂਟ ਦੇ ਵਿੱਚ ਵੀ ਜਿਹੜੇ ਕੁਕਸ ਨੇ ਜਾਂ ਕੈਸ਼ੀਅਰਸ ਨੇ ਉਹ ਵੀ ਉਹ ਦੇਖਣਾ ਪਊਗਾ ਵੀ ਨੌਕ ਕੋਡ ਉਹ ਜਿਹੜਾ ਹੈਗਾ ਉਹ ਕੁਆਲੀਫਾਈ ਕਰਦਾ, ਫਾਰਮ ਵਰਕਰ ਦਾ ਫਰਸ਼ੋਰ ਜਿਹੜਾ ਸੀਗਾ ਉਹ ਕਰਦਾ ਸੀਗਾ। ਜੀ ਬਿਲਕੁਲ ਧਾਲੀਵਾਲ ਜੀ, ਥੈਂਕ ਯੂ ਗੱਲਬਾਤ ਕਰਨ ਦੇ ਲਈ। ਸੋ ਸੁਖ ਧਾਲੀਵਾਲ ਜੀ ਜਿਹੜੇ ਤੁਹਾਡੇ ਐਮਪੀ ਨੇ ਉਹ ਸਾਡੇ ਨਾਲ ਇੱਥੇ ਮੌਜੂਦ ਸੀਗੇ, ਬਹੁਤ ਸਾਰੀਆਂ ਆਪਾਂ ਉਹਨਾਂ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ। ਅੱਗੇ ਵੀ ਉਮੀਦ ਇਹੀ ਕਰਾਂਗੇ ਵੀ ਸਮੇਂ-ਸਮੇਂ ਤੇ ਸੁਖ ਧਾਲੀਵਾਲ ਜੀ ਸਾਡੇ ਕੋਲ ਇੱਥੇ ਬੈਠਣ, ਕਿਉਂਕਿ ਜਦੋਂ ਐਮਪੀ ਐਮਐਲਏ ਆਉਂਦੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨਾਲ ਕਰਨ ਵਾਲੀਆਂ ਜਿਹੜੀਆਂ ਲਾਈਵ ਸ਼ੋਅ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਕਿਉਂਕਿ ਉਹਨਾਂ ਦੇ ਜਵਾਬ ਜਿਹੜੇ ਨੇ ਬਹੁਤ ਜ਼ਰੂਰੀ ਨੇ। ਔਰ ਜਦੋਂ ਸਾਡਾ ਐਮਪੀ ਐਮਐਲਏ ਹੁੰਦਾ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਲ ਜਿਹੜੇ ਆਪਣੇ ਵਾਸੀ ਨੇ ਉਹਨਾਂ ਦੀ ਉਹ ਸੁਣਵਾਈ ਕਰਨ ਤੇ ਉਹਨਾਂ ਦੇ ਮੁੱਦਿਆਂ ਦਾ ਹੱਲ ਵੀ ਜ਼ਰੂਰ ਕਰਨ। ਜਿੱਦਾਂ ਕਿ ਸੁਖ ਧਾਲੀਵਾਲ ਨੇ ਵੀ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਫੈਡਰਲ ਸਰਕਾਰ ਤੱਕ ਇਹ ਮੁੱਦੇ ਪਹੁੰਚਾ ਸਕਣ ਜਿਹੜੇ ਵੀ ਲੋਕਾਂ ਨੇ ਚੁੱਕੇ ਨੇ ਤੇ ਉਹਨਾਂ ਦਾ ਕੋਈ ਹੱਲ ਹੋ ਸਕੇ। ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਕਦੋਂ ਫਿਰ ਤੋਂ ਐਮਪੀ ਐਮਐਲਏ ਸਾਡੇ ਨਾਲ ਬੈਠਣਗੇ ਤਾਂ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਹੋ ਸਕਣ। ਕੱਲ ਦੇ ਸ਼ੋਅ ਦੇ ਵਿੱਚ ਵੀ ਉਮੀਦ ਕਰਦੇ ਹਾਂ ਕਿ ਇਦਾਂ ਦੀਆਂ ਗੱਲਾਂ ਆਪਾਂ ਸਾਰੇ ਕਰ ਪਾਈਏ। ਫਿਲਹਾਲ ਦੇ ਲਈ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।